ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਵੀਂ ਕਿਤਾਬ ਜਿਹੜੀ ਆ ਵੀ ਉਹ ਸ਼ੁਰੂ ਕਰਨ ਲੱਗੇ ਹਾਂ। ਜਸਟਿਸ ਅਜੀਤ ਸਿੰਘ ਬੈਂਸ ਹੁਣਾਂ ਵੱਲੋਂ ਲਿਖੀ ਗਈ ਕਿਤਾਬ ਹੈ ਇਹ, ਵੀ ਦਹਿਸ਼ਤਗਰਦ ਕੌਣ, ਸਿੱਖ ਕੇ ਸਰਕਾਰ ਜੀ। ਇਹ ਮੇਰਾ ਖਿਆਲ ਉਹਨਾਂ ਦੀ ਅੰਗਰੇਜ਼ੀ ਦੀ ਕਿਤਾਬ ਜਿਹੜੀ ਆ ਵੀ ਉਹਦੀ ਟਰਾਂਸਲੇਸ਼ਨ ਆ ਵੀ ਸੀਜ ਆਫ ਦ ਸਿੱਖਸ ਜੀ, ਵੀ ਯਾਨੀ ਕਿ ਸਿੱਖਾਂ ਦੀ ਘੇਰਾਬੰਦੀ। ਵੀ ਟਰਾਂਸਲੇਸ਼ਨ ਜੇ ਟਾਈਟਲ ਦੀ ਆਪਾਂ ਕਰੀਏ ਓਰੀਜਨਲ ਦੀ ਤਾਂ ਉਹ ਇਹ ਬਣਦੀ ਆ। ਅਤੇ ਉਹ ਕਿਤਾਬ ਜਿਹੜੀ ਇਹ ਪੰਜਾਬੀ ਇਹਦਾ ਜਿਹੜਾ ਰੂਪ ਆ ਵੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ। ਅਤੇ ਜ਼ਰੂਰ ਇਹ ਕਿਤਾਬ ਜਿਹੜੀ ਆ ਵੀ ਸਾਨੂੰ ਸਾਰਿਆਂ ਨੂੰ ਪੜ੍ਹਨ ਦੀ ਲੋੜ ਆ, ਕਿਉਂਕਿ ਇਹਦੇ ਵਿੱਚ ਜੋ 80ਵੇਂ 90ਵੇਂ ਦੇ ਵਿੱਚ ਹੋਇਆ ਜੀ, ਜਿਵੇਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਪੁਲਿਸ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਅਤੇ ਈਵਨ ਕਚਹਿਰੀਆਂ ਵੱਲੋਂ, ਉਹ ਕਿਉਂਕਿ ਜਸਟਿਸ ਅਜੀਤ ਸਿੰਘ ਹੁਣੀ ਆਪ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਰਿਟਾਇਰ ਹੋਏ ਸੀ ਅਤੇ ਉਹਨਾਂ ਨੂੰ ਅੰਦਰੋਂ ਜਿਹੜਾ ਆ ਵੀ ਨੇੜਿਓਂ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਵੀ ਉਹ ਵੇਖਿਆ। ਉਹਨਾਂ ਦਾ ਬੇਟਾ ਰਾਜਵਿੰਦਰ ਸਿੰਘ ਬੈਂਸ ਉਹ ਅੱਜ ਵੀ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵਕਾਲਤ ਕਰ ਰਿਹਾ ਅਤੇ ਕਾਫੀ ਜਿਹੜੇ ਹਾਈ ਪ੍ਰੋਫਾਈਲ ਕੇਸ ਆ ਉਹ ਉਹਨਾਂ ਨੇ ਹੈਂਡਲ ਕੀਤੇ ਆ। ਵੀ ਜਿਹੜਾ ਮਤਲਬ ਬਰਗਾੜੀ ਵਾਲਾ ਕੇਸ ਸੀਗਾ ਵੀ ਉਹਦੇ ਵਿੱਚ ਵੀ ਉਹਨਾਂ ਨੇ ਰੋਲ ਜਿਹੜਾ ਆ ਵੀ ਉਹ ਸਿੱਖਾਂ ਵੱਲੋਂ ਨਿਭਾਇਆ ਆ। ਅਤੇ ਉਹ ਜਿਹੜਾ ਇਹ ਸਾਰਾ ਕੁਛ ਹੈਗਾ ਆ ਵੀ ਇਹ ਰਿਕਾਰਡ ਦੇ ਉੱਤੇ ਲਿਆਉਣਾ, ਔਰ ਖ਼ਾਸ ਤੌਰ ਦੇ ਉੱਤੇ ਵੀ ਜਿਨ੍ਹਾਂ ਨੇ ਆਪ ਹੰਢਾਇਆ ਆ ਉਹਨਾਂ ਵੱਲੋਂ ਰਿਕਾਰਡ ਦੇ ਉੱਤੇ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਜੀ। ਅਤੇ ਆਪਾਂ ਜਿਹੜੀ ਇਹ ਕਿਤਾਬ ਆ ਇਹਦੇ ਕੁਛ ਜਿਹੜੇ ਹੈਗੇ ਆ ਚੈਪਟਰ ਸ਼ੁਰੂ ਵਾਲੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ। ਅਤੇ ਬਾਕੀ ਜਿਵੇਂ ਸਾਡਾ ਸਿਸਟਮ ਹੈਗਾ ਵੀ ਕਿਤਾਬ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਤੁਹਾਡੇ ਨਾਲ ਸ਼ੁਰੂਆਤੀ ਤੌਰ ਦੇ ਉੱਤੇ ਸਾਂਝਾ ਕਰਕੇ ਬਾਕੀ ਫਿਰ ਅਸੀਂ ਤੁਹਾਡੇ 'ਤੇ ਛੱਡ ਦਿੱਤਾ ਹੁੰਦਾ ਵੀ ਤੁਸੀਂ ਆਪ ਖੇਚਲ ਕਰਕੇ ਕਿਤਾਬ ਖਰੀਦੋ ਅਤੇ ਉਹਨੂੰ ਪੜ੍ਹੋ ਜੀ, ਅਤੇ ਉਹਦੇ ਤੋਂ ਲਾਹਾ ਲਓ। ਅਤੇ ਇਹ ਜਿਹੜਾ ਹੈਗਾ ਵੀ ਆਪਾਂ ਫਿਰ ਅੱਜ ਪਹਿਲਾ ਭਾਗ ਆ ਜੀ ਕਿਤਾਬ ਦਾ। ਹਾਂਜੀ ਗੁਰਪ੍ਰੀਤ ਸਿੰਘ, ਕਰੀਏ ਸ਼ੁਰੂ। ਅਤੇ ਕਿਤਾਬ ਭਾਈ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਹੈ ਕਿ ਲੇਖਕ ਵੱਲੋਂ ਕੁਝ ਸ਼ਬਦ। ਹਾਂਜੀ। ਲਿਖਦੇ ਹਨ ਕਿ ਇਹ ਕਿਤਾਬ ਪਹਿਲਾਂ ਪਹਿਲ ਅਗਸਤ 1988 ਵਿੱਚ ਦਾ ਨਿਊ ਪਬਲਿਸ਼ਿੰਗ ਕੰਪਨੀ ਲਿਮਿਟਿਡ ਟੋਰਾਂਟੋ ਵੱਲੋਂ ਕੈਨੇਡਾ ਵਿੱਚ ਇੱਕੋ ਮੌਕੇ ਅੰਗਰੇਜ਼ੀ, ਫਰਾਂਸੀਸੀ ਅਤੇ ਪੰਜਾਬੀ ਵਿੱਚ ਛਾਪੀ ਗਈ ਸੀ। ਜਨਤਾ ਵੱਲੋਂ ਇਸ ਕਿਤਾਬ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਥੋੜ੍ਹੇ ਸਮੇਂ ਅੰਦਰ ਹੀ ਇਸ ਦੀਆਂ ਹਜ਼ਾਰਾਂ ਕਾਪੀਆਂ ਵਿਕ ਗਈਆਂ ਸਨ। ਠੀਕ ਹੈ। ਉਸ ਮੌਕੇ ਸਰਕਾਰੀ ਰੋਕਾਂ ਕਾਰਨ ਇਸ ਨੂੰ ਭਾਰਤ ਅੰਦਰ ਛਾਪਣਾ ਸੰਭਵ ਨਾ ਹੋ ਸਕਿਆ। ਯਾਨੀ ਕਿ ਜੇ ਸਰਕਾਰ ਮਨਾ ਕਰ ਰਹੀ ਹੈ ਬਿਲਕੁਲ ਬਿਲਕੁਲ ਬਿਲਕੁਲ। ਤੇ ਪਰ ਕਿਤਾਬ ਤੋਂ ਬਾਅਦ ਟਾਰਗੇਟ ਵੀ ਬੜੀ ਬੁਰੀ ਤਰ੍ਹਾਂ ਕੀਤਾ ਹੈ ਇਹਨਾਂ ਨੂੰ ਜਸਟਿਸ ਬੈਂਸ ਹੁਣਾਂ ਨੂੰ। ਸਿੱਖਾਂ ਦੀ ਘੇਰਾਬੰਦੀ ਅਜੇ ਵੀ ਜਾਰੀ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੁਆਲੇ ਭਾਰਤ ਸਰਕਾਰ ਦੀਆਂ ਸੁਰੱਖਿਆ ਫੋਰਸਾਂ ਦਾ ਘੇਰਾ ਅਜੇ ਵੀ ਤਣਿਆ ਹੋਇਆ ਹੈ। ਪਿਛਲੇ 50 ਸਾਲਾਂ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਨੇ ਅੱਤ ਦੀਆਂ ਹੱਦਾਂ ਛੋਹ ਲਈਆਂ ਹਨ। ਮਸਲਾ ਜਿਹੜਾ ਕਿ ਸਿਆਸੀ ਹੈ ਉਸ ਨੂੰ ਅਮਨ ਅਤੇ ਕਾਨੂੰਨ ਦੇ ਮਸਲੇ ਵਜੋਂ ਜਾਂ ਇੱਥੋਂ ਤੱਕ ਕਿ ਕਿਸੇ ਕੜੇ ਕਾਨੂੰਨ ਦੇ ਪਰਵਾਹ ਕੀਤੇ ਬਗੈਰ ਮਹਿਜ਼ ਗੜਬੜ ਵਜੋਂ ਨਜਿੱਠਿਆ ਜਾ ਰਿਹਾ ਹੈ। ਕਾਨੂੰਨ ਦੇ ਰਾਜ ਦੀ ਕੋਈ ਗੱਲ ਨਹੀਂ ਰਹਿ ਗਈ। ਸਿਵਲ ਪ੍ਰਸ਼ਾਸਨ ਬੇਮਾਨਾ ਹੋ ਕੇ ਰਹਿ ਗਿਆ ਹੈ। ਪੰਜਾਬ ਸਿਵਲ ਅਫਸਰ ਪੁਲਿਸ ਬੁਰਸ਼ਾਗਰਦੀ ਖਿਲਾਫ ਕੋਈ 1.5 ਮਹੀਨਾ ਕਲਮ ਛੋੜ ਹੜਤਾਲ ਉੱਤੇ ਹਨ। ਪੰਜਾਬ ਅੰਦਰ ਅਗਵਾ, ਤਸੀਹੇ, ਬਲਾਤਕਾਰ, ਲਾਪਤਾ ਹੋਣ ਅਤੇ ਗੈਰ ਕਾਨੂੰਨੀ ਹੱਤਿਆਵਾਂ ਰੋਜ਼ਮਰਾ ਦੀ ਗੱਲ ਬਣ ਕੇ ਰਹਿ ਗਈਆਂ ਹਨ। ਪੰਜਾਬ ਦੇ ਲੋਕ ਆਮ ਕਰਕੇ ਅਤੇ ਸਿੱਖ ਖਾਸ ਕਰਕੇ ਮੁੱਖ ਧਾਰਾ ਤੋਂ ਬੇਮੁਖ ਹੋ ਗਏ ਹਨ। ਹੱਕੀ ਰੋਜ਼ ਦੀ ਸੰਘੀ ਨੱਪ ਦੇਣ ਅਤੇ ਪੁਲਿਸ ਤੇ ਨੀਮ ਫੌਜੀ ਤਾਕਤਾਂ ਦੇ ਵਹਿਸ਼ੀਕਰਨ ਨੇ ਲੋਕਾਂ ਨੂੰ ਖੌਫਜ਼ਦਾ ਕੀਤਾ ਹੋਇਆ ਹੈ। ਲੋਕਾਂ ਨੂੰ ਆਪਣੇ ਮੋਏ ਪੁੱਤਰਾਂ ਦੀਆਂ ਨਾ ਲਾਸ਼ਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਉਹਨਾਂ ਦੇ ਭੋਗ ਦੀਆਂ ਰਸਮਾਂ ਪੂਰੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਦਿਨ ਤੇ ਛਪਾ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਕਰਫਿਊ ਲੱਗਾ ਰਹਿੰਦਾ ਹੈ। ਹਜ਼ਾਰਾਂ ਨਿਰਦੋਸ਼ ਵਿਅਕਤੀ ਸਾਲਾਂ ਤੋਂ ਬਿਨਾਂ ਮੁਕੱਦਮੇ ਚਲਾਏ ਜੇਲ੍ਹਾਂ ਅੰਦਰ ਰੁਲ ਰਹੇ ਹਨ। ਫਰਵਰੀ 1992 ਵਿੱਚ ਬੇਅੰਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ
15,000 ਦੇ ਕਰੀਬ ਨੌਜਵਾਨਾਂ ਨੂੰ ਜਬਾਹ ਕੀਤਾ ਜਾ ਚੁੱਕਾ ਹੈ। ਸਰਕਾਰ ਦੇ ਜ਼ੁਲਮਾਂ ਖਿਲਾਫ ਜ਼ੁਬਾਨ ਖੋਲ੍ਹਣ ਦੀ ਜ਼ੁਰਤ ਕਰਨ ਵਾਲੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕਾਰਕੁਨਾਂ, ਵਕੀਲਾਂ, ਪੱਤਰਕਾਰਾਂ ਤੇ ਧਾਰਮਿਕ ਹਸਤੀਆਂ ਤੱਕ ਨੂੰ ਬਖਸ਼ਿਆ ਨਹੀਂ ਜਾ ਰਿਹਾ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਗਰਾਓਂ ਦੀ ਪੁਲਿਸ ਨੇ ਦਸੰਬਰ 1992 ਦੇ ਅਖੀਰ ਹਫ਼ਤੇ ਉਹਨਾਂ ਦੇ ਘਰ ਕੌਂਕੇ ਤੋਂ ਗ੍ਰਿਫਤਾਰ ਕੀਤਾ। ਜਨਵਰੀ 1993 ਦੇ ਪਹਿਲੇ ਹਫ਼ਤੇ ਉਹਨਾਂ ਨੂੰ ਪੁਲਿਸ ਹਿਰਾਸਤ 'ਚੋਂ ਫਰਾਰ ਕਰਾਰ ਦੇ ਦਿੱਤਾ ਗਿਆ। ਪੁਲਿਸ ਦੀ ਇਸ ਸ਼ਬਦਾਵਲੀ ਤੋਂ ਜਾਣੂ ਕੋਈ ਵੀ ਵਿਅਕਤੀ ਜਾਣ ਸਕਦਾ ਹੈ ਕਿ ਭਾਈ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬਾਅਦ ਵਿੱਚ ਕਿਸੇ ਵੀ ਵਿਅਕਤੀ ਨੂੰ ਉਹਨਾਂ ਦੇ ਨਮਿਤ ਰੱਖੇ ਗਏ ਭੋਗ ਦੀਆਂ ਰਸਮਾਂ 'ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਰੋਪੜ ਦੇ ਇੱਕ ਵਕੀਲ ਕੁਲਵੰਤ ਸਿੰਘ ਨੂੰ ਉਸ ਦੀ ਪਤਨੀ ਤੇ 1.5 ਸਾਲ ਦੇ ਬੱਚੇ ਸਮੇਤ 25 ਜਨਵਰੀ 1993 ਨੂੰ ਉਸ ਦੀ ਕਾਰ ਸਮੇਤ ਹਿਰਾਸਤ ਵਿੱਚ ਲਿਆ ਗਿਆ। ਬਾਅਦ ਵਿੱਚ ਤਸੀਹੇ ਦੇ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲਾਂ ਨੇ 2 ਮਹੀਨੇ ਹੜਤਾਲ ਕਰੀ ਰੱਖੀ, ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। 25 ਸਤੰਬਰ 1992 ਨੂੰ ਜਲੰਧਰ ਜ਼ਿਲ੍ਹਾ ਕਚਹਿਰੀ ਵਿੱਚ ਕੰਮ ਕਰਦੇ ਵਕੀਲ ਜਗਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਪਤਾ ਕਰ ਦਿੱਤਾ ਗਿਆ। ਵਕੀਲਾਂ ਨੇ ਲੰਮਾ ਸਮਾਂ ਹੜਤਾਲਾਂ, ਧਰਨੇ ਤੇ ਮੁਜ਼ਾਹਰੇ ਕੀਤੇ, ਪਰ ਲਾਪਤਾ ਹੋਏ ਵਕੀਲ ਦੀ ਕੋਈ ਉੱਗ ਸੁੱਗ ਨਹੀਂ ਮਿਲੀ। ਅਜਿਹੀ ਢੰਗ ਨਾਲ ਬਠਿੰਡਾ ਦੇ ਵਕੀਲ RS ਮਨਸ਼ਾਈਆ ਨੂੰ ਗਾਇਬ ਕਰ ਦਿੱਤਾ ਗਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨ ਅਤੇ ਅਜੀਤ ਅਖਬਾਰ ਦੇ ਅਮਰਗੜ੍ਹ ਸੰਗਰੂਰ ਸਥਿਤ ਪੱਤਰਕਾਰ ਰਾਮ ਸਿੰਘ ਬਲਿੰਗ ਨੂੰ ਪੁਲਿਸ ਨੇ 24 ਸਤੰਬਰ 1992 ਨੂੰ ਬੱਸ 'ਚੋਂ ਅਗਵਾ ਕਰ ਲਿਆ। ਨਾ ਉਸ ਨੂੰ ਕਿਸੇ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਨਾ ਹੀ ਉਸ ਦਾ ਕੋਈ ਸੁਰਾਗ ਮਿਲਿਆ। 25 ਸਤੰਬਰ 1992 ਨੂੰ ਜਗਰਾਓਂ ਨੇੜੇ ਲੀਲਾ ਪਿੰਡ ਦੇ ਬੂਟਾ ਸਿੰਘ ਭੱਟੀ, ਜੋ ਦਲਿਤ ਤੇ ਘੱਟ ਗਿਣਤੀ ਮੋਰਚੇ ਦੇ ਆਗੂ ਸੀ, ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਅੱਜ ਤੱਕ ਨਾ ਉਸ ਦੀ ਗ੍ਰਿਫਤਾਰੀ ਦਿਖਾਈ ਗਈ ਹੈ ਤੇ ਨਾ ਹੀ ਉਸ ਦੀ ਕੋਈ ਉੱਗ ਸੁੱਗ ਨਿਕਲੀ ਹੈ। ਖੁਦ ਮੈਨੂੰ ਵੀ 3 ਅਪ੍ਰੈਲ 1992 ਨੂੰ ਸਵੇਰੇ 9:15 ਵਜੇ ਚੰਡੀਗੜ੍ਹ ਦੀ ਗੋਲਫ ਗਰਾਊਂਡ ਤੋਂ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈ ਲਿਆ ਗਿਆ। ਮੈਨੂੰ ਹੱਥਕੜੀ ਲਾਈ ਗਈ, ਤਸੀਹੇ ਦਿੱਤੇ ਗਏ, ਤਲਾਸ਼ੀ ਦੇ ਵਾਰੰਟਾਂ ਤੋਂ ਬਿਨਾਂ ਹੀ ਘਰ ਦੀ ਤਲਾਸ਼ੀ ਲਈ ਗਈ। ਮੈਨੂੰ ਤੀਜੇ ਦਿਨ 5 ਅਪ੍ਰੈਲ ਜਾ ਕੇ ਰੋਪੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 4.5 ਮਹੀਨੇ ਜੇਲ੍ਹ ਅੰਦਰ ਰੱਖਿਆ ਗਿਆ। 3 ਅਪ੍ਰੈਲ 1993 ਨੂੰ ਇੱਕ ਪਤਵੰਤੇ ਸਿੱਖ ਕਾਰਕੁਨ ਕਰਨਲ ਪ੍ਰਤਾਪ ਸਿੰਘ ਨੂੰ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਡੱਕ ਦਿੱਤਾ ਗਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਇੱਕ ਮੋਹਰੀ ਕਾਰਕੁਨ ਜਸਪਾਲ ਸਿੰਘ ਨੂੰ ਚੰਡੀਗੜ੍ਹ ਪੁਲਿਸ ਨੇ ਅਗਸਤ 1993 ਵਿੱਚ ਗ੍ਰਿਫਤਾਰ ਕਰਕੇ 1.5 ਮਹੀਨਾ ਪਰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ। ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਕੰਵਰ ਸਿੰਘ ਦੇ ਮਾਮਲੇ ਨੇ ਪੰਜਾਬ ਦੀ ਲਾਗ ਕਾਨੂੰਨੀ ਅਤੇ ਦੰਭ ਨੂੰ ਨੰਗੇ ਰੂਪ ਵਿੱਚ ਉਜਾਗਰ ਕਰਕੇ ਰੱਖ ਦਿੱਤਾ। ਭਾਈ ਕੰਵਰ ਸਿੰਘ ਨੂੰ ਮਈ 1993 ਨੂੰ ਅਹਿਮਦਾਬਾਦ ਤੋਂ ਗ੍ਰਿਫਤਾਰ ਕਰਕੇ ਉਸ ਦੀ ਪਤਨੀ ਤੇ ਬੱਚੇ ਸਮੇਤ 10 ਮਹੀਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ। ਬਾਅਦ ਵਿੱਚ ਉਸ ਨੂੰ 29 ਮਾਰਚ 1994 ਨੂੰ ਆਤਮ ਸਮਰਪਣ ਕਰਾਉਣ ਲਈ ਪੁਲਿਸ ਮੁਖੀ KPS ਗਿੱਲ ਦੇ ਨਿਵਾਸ ਸਥਾਨ 'ਤੇ ਲਿਆਂਦਾ ਗਿਆ। ਉਸ ਨੂੰ ਪੁਲਿਸ ਵੱਲੋਂ ਤਿਆਰ ਕੀਤਾ ਲਿਖਤੀ ਬਿਆਨ ਪੜ੍ਹਨ ਲਈ ਕਿਹਾ ਗਿਆ, ਪਰ ਭਾਈ ਕੰਵਰ ਸਿੰਘ ਨੇ ਅਖਬਾਰੀ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਪੁਲਿਸ ਦੇ ਕੁਫਰ ਦਾ ਭਾਂਡਾ ਭੰਨਦੇ ਹੋਏ ਆਪਣੀ ਗ੍ਰਿਫਤਾਰੀ ਅਤੇ 10 ਮਹੀਨਿਆਂ ਦੀ ਗੈਰ ਕਾਨੂੰਨੀ ਹਿਰਾਸਤ ਦੀ ਸਾਰੀ ਕਹਾਣੀ ਸੱਚੋ ਸੱਚ ਬਿਆਨ ਕਰ ਦਿੱਤੀ। ਇਸ ਸੱਚ ਬਿਆਨੀ ਨੇ KPS ਗਿੱਲ ਨੂੰ ਪੱਤਰਕਾਰਾਂ ਦੀ ਭਰੀ ਕਚਹਿਰੀ ਵਿੱਚ ਝੂਠਾ ਸਾਬਤ ਕਰ ਦਿੱਤਾ। ਹਾਂਜੀ ਬਿਲਕੁਲ ਜੀ। ਦੇਖ ਲਓ ਕਿ ਇਹ ਪੂਰੀ ਕਿਤਾਬ ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਨੇ ਜੀ, ਦਰਿੰਦਗੀ ਦੀਆਂ ਉਦਾਹਰਨਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣੇ ਵਾਲੀਆਂ ਅਤੇ ਸਿੱਖਾਂ ਨਾਲ ਜਿਹੜਾ ਕਹਿ ਲਓ ਵੀ ਧਰੋਹ ਕਮਾਇਆ ਗਿਆ ਸਰਕਾਰ ਵੱਲੋਂ, ਪੁਲਿਸ ਵੱਲੋਂ, ਸਾਰੇ ਜਿਹੜੇ ਹੈਗੇ ਆ ਵੀ ਭਾਰਤ ਦੇ ਕਹਿ ਲਓ ਵੀ ਸਮਾਜ ਦੇ ਜਿਹੜੇ ਹਿੱਸੇ ਨੇ ਜੀ, ਉਹਨਾਂ ਵੱਲੋਂ। ਅਤੇ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਇਹਨੂੰ ਮੁਗਲਾਂ ਦੇ ਟਾਈਮ ਦੇ ਨਾਲ ਜਾਂ ਅੰਗਰੇਜ਼ਾਂ ਦੇ ਟਾਈਮ ਦੇ ਨਾਲ, ਅਤੇ ਫਿਰ ਆਪਾਂ ਨੂੰ ਸਮਝ ਲੱਗਦੀ ਆ
ਭਈ ਇਹ ਜਿਹੜੀ ਦਰਿੰਦਗੀ ਆ ਨਾ ਇਹ ਉਸੇ ਪੱਧਰ ਦੀ ਆ ਭਈ ਜੇ ਅਸੀਂ ਇਹ ਕਹਿ ਲਈਏ ਭਈ ਚਲੋ ਉਹ ਤੋਂ ਵੱਧ ਨਹੀਂ ਗੀ, ਬਿਲਕੁਲ ਭਈ ਉਸੇ ਪੱਧਰ ਦੀ ਜ਼ਰੂਰ ਆ। ਅਤੇ ਉਹ ਸਾਰਾ ਕੁਛ ਜਿਹੜਾ ਆ ਇਹ ਸਾਨੂੰ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਆਪਣੇ ਭਈ ਜੇ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਹਾਂ ਫਿਰ ਸਾਡੇ ਨਾਲ ਉਹੋ ਹੀ ਹਰਕਤਾਂ ਕਿਉਂ ਹੋ ਰਹੀਆਂ ਵੀ ਜਿਹੜੀਆਂ ਉਦੋਂ ਹੁੰਦੀਆਂ ਸੀ ਵੀ ਜਦੋਂ ਅਸੀਂ ਗੁਲਾਮ ਆਪਣੇ ਆਪ ਨੂੰ ਪੜ੍ਹਦੇ ਹਾਂ ਵੀ ਅਸੀਂ ਗੁਲਾਮ ਸੀ ਉਸ ਵੇਲੇ ਜੀ। ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਇਹ ਅੱਖਾਂ ਖੋਲ੍ਹਣ ਵਾਲੀਆਂ ਆ ਔਰ ਜ਼ਰੂਰੀ ਆ ਸਾਡੇ ਸਾਰਿਆਂ ਲਈ ਜਾਣਨਾ, ਕਿਉਂਕਿ ਸਾਡੀ ਜਨਰੇਸ਼ਨ ਜਿਹੜੀ ਆ ਵੀ ਮੇਰੀ ਜਨਰੇਸ਼ਨ ਕਹਿ ਲਓ ਵੀ 10 ਸਾਲ ਗੁਰਪ੍ਰੀਤ ਸਿੰਘ ਦੀ ਜਨਰੇਸ਼ਨ ਤੋਂ ਅਗਾਂਹ ਵਾਲੀ ਆ ਜੀ, ਅਤੇ 10 ਵੀ ਨਹੀਂ 15 ਸਾਲ ਗਾਂਹ ਵਾਲੀ ਹੋਣੀ ਆ। ਹਾਂਜੀ। ਪਰ ਜਿਹੜੀ ਕਹਿ ਲਓ ਵੀ ਇਹ ਇੱਕ ਜਨਰੇਸ਼ਨ ਮੇਰੇ ਵਾਲੀ ਇੱਕ ਗੁਰਪ੍ਰੀਤ ਸਿੰਘ ਵਾਲੀ ਅਤੇ ਹੁਣ ਜਿਹੜੀ ਤੀਜੀ ਜਨਰੇਸ਼ਨ ਆ ਵੀ ਜਿਹੜੀ ਗੁਰਪ੍ਰੀਤ ਸਿੰਘ ਤੋਂ 15 ਸਾਲ ਪਿੱਛੇ ਵਾਲੀ ਆ ਜੀ, ਉਹਨਾਂ ਵਿਚਾਰਿਆਂ ਨੂੰ ਤਾਂ ਪਤਾ ਹੀ ਕੁਛ ਨਹੀਂ ਹੈਗਾ। ਬਿਲਕੁਲ ਭਈ ਤੁਸੀਂ ਆਪਣੇ ਕਮ ਸੇ ਕਮ ਇਹ ਆ ਭਈ ਛੋਟੇ ਹੁੰਦਿਆਂ ਮਾੜਾ ਮੋਟਾ ਜਿਹੜਾ ਆ ਵੀ ਤੁਹਾਨੂੰ ਆਈਡੀਆ ਹੈਗਾ ਵੀ ਕੀ ਕੁਛ ਹੋਇਆ, ਸੁਣਿਆ ਅਸੀਂ ਸਾਰਾ। ਸੁਣਿਆ ਜੀ। ਪਰ ਮੈਂ ਕਹਿ ਲਓ ਵੀ ਮੇਰੀ ਉਨੀ ਕੁ ਸੁਰਤ ਸੀਗੀ ਭਈ ਜਦੋਂ 84 ਵਾਪਰਿਆ ਆ ਵੀ ਉਸ ਵੇਲੇ ਮੈਂ 10-11 ਸਾਲ ਦਾ ਸੀ ਜੀ। ਸੋ ਉਹ ਸਾਰਾ ਕੁਛ ਜਿਹੜਾ ਆ ਵੀ ਇੱਦਾਂ ਹੀ ਗਾਂਹ ਜਿਹੜੇ ਆ ਰਹੀ ਆ ਜਨਰੇਸ਼ਨ ਜਿਹਨੂੰ ਆਪਾਂ ਹੁਣ ਕਹਿ ਰਹੇ ਹਾਂ ਭਈ ਤੁਹਾਡੇ ਨਾਲੋਂ ਵੀ ਜਾਂ ਕਹਿ ਲਓ ਵੀ ਮੇਰੇ ਨਾਲੋਂ 30 ਸਾਲ ਛੋਟੀ ਆ ਜੀ, ਭਈ ਉਹ ਤਾਂ ਜੰਮੀ ਐ ਸੈਂਚਰੀ ਦੇ ਵਿੱਚ ਆ। ਬਿਲਕੁਲ। ਸੋ ਉਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਹੈਗਾ। ਸੋ ਅਸੀਂ ਆਪ ਸੋਚ ਕੇ ਵੇਖ ਲਈਏ ਭਈ ਅੱਜ ਤੋਂ 84 ਜਿਹੜਾ ਆ ਅੱਜ ਦੇ ਸਮੇਂ ਤੋਂ ਜੀ ਭਈ 37 ਸਾਲ ਪਹਿਲਾਂ ਵਾਪਰਿਆ ਜੀ, ਅਤੇ 84 ਦੇ ਵਿੱਚ 47 ਜਿਹੜਾ ਉਹ 37 ਸਾਲ ਪਹਿਲਾਂ ਵਾਪਰਿਆ। ਬਿਲਕੁਲ। ਹੁਣ ਅਸੀਂ ਆਪ ਸੋਚ ਲਈਏ ਵੀ ਸਾਨੂੰ 47 ਬਾਰੇ ਕੀ ਪਤਾ। ਬਿਲਕੁਲ। ਜਦੋਂ ਸਾਨੂੰ 47 ਬਾਰੇ ਨਹੀਂ ਪਤਾ ਤੇ ਅਸੀਂ ਜਿਹੜੇ ਅੱਜ ਵਾਲੇ ਆ ਭਈ ਉਹਨਾਂ ਤੋਂ ਇਹ ਐਕਸਪੈਕਟ ਕਰੀਏ ਵੀ 37 ਸਾਲ ਪਹਿਲਾਂ ਜੋ 84 'ਚ ਹੋਇਆ ਸੀ ਵੀ ਉਹਨਾਂ ਨੂੰ ਕੁਛ ਪਤਾ ਹੋ। ਬਿਲਕੁਲ। ਤੇ ਉਹ ਨਹੀਂ ਪਤਾ, ਕਿਉਂਕਿ ਜਿੰਨੀ ਕੁ ਜਾਣਕਾਰੀ 47 ਬਾਰੇ ਮੈਂ ਆਪ ਹਾਸਲ ਕੀਤੀ ਆ ਉਹ ਕਿਤਾਬਾਂ ਪੜ੍ਹ ਕੇ ਅਤੇ ਜਿਹੜੇ ਹੋਰ ਕਹਿ ਲਓ ਸਰੋਤ ਸੀਗੇ ਵੀ ਉਹਨਾਂ ਤੋਂ ਹਾਸਲ ਕੀਤੀ ਹੈ। ਜੀ, ਬਿਲਕੁਲ। ਪਰ ਇਹ ਜਿਹੜੀ ਕੋਸ਼ਿਸ਼ ਆ ਇਹ ਹੁਣ ਹਰੇਕ ਜਨਰੇਸ਼ਨ ਨੂੰ ਕਰਨੀ ਪੈਣੀ ਆ 84 ਬਾਰੇ। ਅਤੇ ਜਿਹੜੀ ਦਰਿੰਦਗੀ ਨੂੰ ਜਸਟਿਸ ਅਜੀਤ ਸਿੰਘ ਹੁਣੀ ਵੀ ਇੱਥੇ ਕਲਮਬੱਧ ਉਹਨਾਂ ਨੇ ਕੀਤਾ ਆ ਬਿਲਕੁਲ ਭਈ ਉਹਦਾ ਫਾਇਦਾ ਤਾਂ ਹੀ ਆ ਭਈ ਜੇ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਸਾਡੀਆਂ ਆ ਭਈ ਉਹ ਇਹਨਾਂ ਨੂੰ ਪੜ੍ਹ ਕੇ ਅਤੇ ਆਪਣੇ ਆਪ ਨੂੰ ਫਿਰ ਆਲਾ ਦੁਆਲਾ ਜਿਹੜਾ ਆ ਵੀ ਉਹਦੇ ਵਿੱਚ ਰੱਖ ਕੇ ਵੇਖਦੀਆਂ ਆ ਵੀ ਅੱਜ ਸਿਚੁਏਸ਼ਨ ਜਿਹੜੀ ਆ ਉਹ ਉਦੋਂ ਨਾਲੋਂ ਬਦਤਰ ਹੋਈ ਆ ਵਧੀਆ ਹੋਈ ਆ ਵੀ ਕੀ ਹੋਇਆ ਅਤੇ ਉਹਨਾਂ ਨੂੰ ਉਸ ਜਨਰੇਸ਼ਨ ਨੂੰ ਗਾਂਹ ਕੀ ਕਰਨ ਦੀ ਲੋੜ ਆ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਵੀ ਤਾਂ ਕਰਕੇ ਵੀ ਇਹ ਪੜ੍ਹਨੀਆਂ ਅਤੇ ਵਿਚਾਰਨੀਆਂ ਜ਼ਰੂਰੀ ਨੇ। ਇੱਕ ਜਿਹੜਾ ਮਸਲਾ ਕਹਿ ਲਓ ਭਈ ਸਾਡੀ ਕੌਮ ਨੂੰ ਹਮੇਸ਼ਾ ਤੋਂ ਹੀ ਦਰਪੇਸ਼ ਆਉਂਦਾ ਰਿਹਾ ਆ ਜੀ, ਉਹ ਇਹ ਹੀ ਆ ਭਈ ਜਦੋਂ ਤੇ ਗੁਰੂ ਪਾਤਸ਼ਾਹੀਆਂ ਦਾ ਸਮਾਂ ਸੀਗਾ ਉਸ ਵੇਲੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਟੀਚਾ ਮਿੱਥ ਦਿੱਤਾ ਅਤੇ ਉਹ ਤੋਂ ਬਾਅਦ ਹਰੇਕ ਗੁਰੂ ਪਾਤਸ਼ਾਹ ਨੇ ਆਪਣਾ ਜਿਹੜਾ ਰੋਲ ਆ ਉਸ ਟੀਚੇ ਵੱਲ ਨੂੰ ਕੌਮ ਨੂੰ ਲੈ ਕੇ ਜਾਣ ਦਾ ਜੀ, ਉਹ ਬਹੁਤ ਵਧੀਆ ਜਿਹੜਾ ਆ ਵੀ ਉਹ ਨਿਭਾਇਆ ਅਤੇ ਅਸੀਂ ਪੂਰੀ ਕਹਿ ਲਓ ਭਈ ਸਫਲਤਾ ਦੇ ਨਾਲ 1699 ਦੀ ਵਿਸਾਖੀ ਤੱਕ ਪਹੁੰਚੇ ਅਤੇ ਉਹ ਸਫ਼ਰ ਜਿਹੜਾ ਆ ਉਹ ਸੰਪੂਰਨ ਹੋਇਆ ਜੀ। ਉਹ ਤੋਂ ਬਾਅਦ ਵੀ ਜਿਹੜੇ ਟੀਚੇ ਸੀਗੇ ਉਹ ਅਗਲੀਆਂ ਜਨਰੇਸ਼ਨਾਂ ਨੂੰ ਪਤਾ ਸੀਗੇ ਵੀ ਹਾਂ ਵੀ ਇਸ ਕਰਕੇ ਖਾਲਸਾ ਜਿਹੜਾ ਆ ਵੀ ਉਹ ਜਿਉਂਦਾ ਵੀ ਸਾਡੀ ਹੋਂਦ ਜਿਹੜੀ ਆ ਵੀ ਉਹਦਾ ਮਕਸਦ ਆਹ ਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆ ਗਿਆ ਜਾਂ ਕਹਿ ਲਓ ਵੀ ਮਿਸਲਾਂ ਆਪਸ 'ਚ ਲੜਨ ਲੱਗ ਪਈਆਂ ਅਤੇ ਉਹਨਾਂ ਦਾ ਜਿਹੜਾ ਨਤਾਰਾ ਆ ਵੀ ਜਿਹੜਾ ਖਾਤਮਾ ਆ ਉਹ ਲੜਾਈ ਦਾ ਭਰਾ ਮਾਰੂ ਜੰਗ ਦਾ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਨਾਲ ਹੋਇਆ। ਅਤੇ ਉੱਥੇ ਜਾ ਕੇ ਕਿਤੇ ਨਾ ਕਿਤੇ ਜਿਹੜਾ ਕੌਮੀ ਮਕਸਦ ਸੀਗਾ ਜੀ ਉਹ ਨਿੱਜੀ ਮਕਸਦ ਜਿਹੜਾ ਆ ਵੀ ਉਹ ਬਣ ਗਿਆ। ਅਤੇ ਉਹ ਤੋਂ ਬਾਅਦ ਅੱਜ ਤੱਕ ਸਾਨੂੰ ਇਹ ਨਹੀਂ ਸਮਝ ਲੱਗੀ ਵੀ ਕੌਮੀ ਮਕਸਦ ਸਾਡਾ ਹੈ ਕੀ। ਬਿਲਕੁਲ। ਔਰ ਉਹ ਜਿਹੜਾ ਬਹਾਲ ਕਰਨਾ ਦੁਬਾਰ ਤੋਂ ਕੌਮੀ ਮਕਸਦ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਬਿਲਕੁਲ ਜੀ। ਅਦਰਵਾਈਜ਼ ਅਸੀਂ ਇੱਦਾਂ ਹੀ ਹਰੇਕ ਜਨਰੇਸ਼ਨ ਨੇ ਪਿੱਛੇ ਨੂੰ ਪੜ੍ਹ ਕੇ ਵੀ ਪਿੱਛੇ ਕੀ ਹੋਇਆ ਆ ਵੀ ਉੱਥੋਂ ਜਾਣਨ ਦੀ ਕੋਸ਼ਿਸ਼ ਹੀ ਕਰੀ ਜਾਣੀ ਆ ਵੀ ਗਾਂਹ ਅਸੀਂ ਕੀ ਕਰਨਾ। ਜਦੋਂ ਤੱਕ ਉਸ ਜਨਰੇਸ਼ਨ ਨੂੰ ਇਹ ਕਹਿ ਲਓ ਭਈ ਜਨਰੇਸ਼ਨ ਦੇ ਪੱਧਰ ਦੇ ਉੱਤੇ ਇਹ ਸਮਝ ਲੱਗਣੀ ਆ ਭਈ ਕੀ ਕੁਛ ਪਿੱਛੇ ਹੋ ਗਿਆ ਅਤੇ ਅੱਗੇ ਕੀ ਉਹਨਾਂ ਦੀ ਜਨਰੇਸ਼ਨ ਨੂੰ ਕੀ ਕਰਨ ਦੀ ਲੋੜ ਆ, ਉਦੋਂ ਤੱਕ ਜਿਹੜਾ ਆ ਵੀ ਉਹ ਪਿੱਛੇ ਹੋਰ ਇੱਕ ਜਨਰੇਸ਼ਨ ਜਿਹੜੀ ਆ ਵੀ ਉਹ ਕਹਿ ਲਓ ਭਈ ਗਿਆਨ ਵਿਹੂਣੀ ਜਿਹੜੀ ਆ ਜਾਂ ਕਹਿ ਲਓ ਵੀ ਨੋਨ ਅਵੇਅਰ ਭਈ ਉਹ ਤਿਆਰ ਹੁੰਦੀ ਆ ਸੋ ਉਹ ਇਸ ਕਰਕੇ ਵੀ ਉਹ ਜਿਹੜੀ ਹੈਗੀ ਆ ਅਟੈਂਸ਼ਨ ਉਹ ਵੰਡੀ ਜਾਂਦੀ ਆ ਭਈ ਅੱਗੇ ਕਰਨਾ ਜੋ ਉਹਦੇ ਵੱਲ ਨੂੰ ਧਿਆਨ ਦਈਏ ਕਿ ਜਿਹੜੇ ਪਿੱਛੇ ਆ ਰਹੇ ਆ ਵੀ ਉਹਨਾਂ ਨੂੰ ਅਵੇਅਰ ਕਰਨੇ ਵੱਲ ਨੂੰ ਧਿਆਨ ਦਈਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਇਹ ਸਾਨੂੰ ਕੌਮੀ ਪੱਧਰ ਦੇ ਉੱਤੇ ਵਿਚਾਰਨੇ ਦੀ ਲੋੜ ਆ ਜੀ। ਔਰ ਉਹਦੇ ਵਿੱਚ ਜਿਹੜਾ ਹਿੱਸਾ ਇਹ ਖੱਪ ਗਰੇਡਾਂ ਵਰਗੇ ਸਮਾਂ ਬਰਬਾਦ ਕਰਨ ਵਾਲੇ ਜਿਹੜੇ ਆ ਵੀ ਜਿਹੜੇ ਗਾਲਾਂ ਕੱਢ ਕੇ ਅਤੇ ਹੋਰ ਬਕਵਾਸ ਇੱਧਰਲੀ ਉੱਧਰਲੀ ਕਰਕੇ ਅਤੇ ਖੱਜਲ ਖੁਆਰੀ ਜਿਹੜੀ ਆ ਵੀ ਉਹ ਪੈਦਾ ਕਰ ਰਹੇ ਨੇ ਅਤੇ ਉਹਨੂੰ ਵੀ ਸਾਨੂੰ ਨਜਿੱਠਣ ਦੇ ਜਿਹੜੇ ਆ ਨਾ ਤਰੀਕੇ ਉਹ ਅਪਣਾਉਣ ਦੀ ਲੋੜ ਆ।
ਭਈ ਤਾਂ ਕਿ ਭਈ ਜੇ ਦੁਸ਼ਮਣ ਚਾਹੁੰਦਾ ਆ ਵੀ ਅਸੀਂ ਢਾਹੂ ਕੰਮਾਂ ਵੱਲ ਵੀ ਆਪਣੀ ਜਿਹੜੀ એનર્ਜੀ ਆ ਉਹ ਵੇਸਟ ਕਰੀਏ, ਜੀ ਖਰਾਬ ਕਰੀਏ, ਤੇ ਉਹ ਸਾਨੂੰ ਉਹਦੇ ਲਈ ਵੀ ਸਟ੍ਰੈਟਜੀ ਜਿਹੜੀ ਆ ਉਹ ਬਣਾਉਣ ਦੀ ਲੋੜ ਹੈਗੀ ਆ। ਕਿਉਂਕਿ ਜਦੋਂ ਆਪਾਂ ਵੇਖਦੇ ਆ ਨਾ ਵੀ ਅੰਗਰੇਜ਼ਾਂ ਨੇ ਜਦੋਂ ਮਹਾਰਾਜਾ ਪਟਿਆਲਾ ਨੂੰ ਵੀ ਖੁੱਡੇ ਲੈਣ ਲਾਉਣਾ ਸੀਗਾ, ਅੰਗਰੇਜ਼ਾਂ ਨੇ ਕਹਦਾ ਵੀ ਕਾਂਗਰਸੀਆਂ ਨੇ ਲਾਉਣਾ ਸੀ ਖੁੱਡੇ ਲੈਣ, ਕਿਉਂਕਿ ਜਿਹੜੀ ਫਸਟ ਵਰਲਡ ਦੂਸਰੀ ਰਾਊਂਡ ਟੇਬਲ ਕਾਨਫਰੰਸ ਹੋਈ ਸੀਗੀ 1931 ਦੇ ਵਿੱਚ, ਜੀ ਉਹਦੇ ਵਿੱਚ ਮਹਾਰਾਜਾ ਪਟਿਆਲਾ ਸੀਗਾ ਭਈ ਜਿਹਨੇ ਗਾਂਧੀ ਦੀ ਤੇ ਕਾਂਗਰਸ ਦੀ ਜਿਹੜੀ ਆ ਭਈ ਚਾਲਬਾਜ਼ੀ ਜਿਹੜੀ ਉਹ ਸਫਲ ਨਹੀਂ ਹੋਣ ਦਿੱਤੀ। ਔਰ ਉਹਦੇ ਵਿੱਚ ਉਹਨੇ ਬਕਾਇਦਾ ਆਰਗੂ ਕੀਤਾ ਸੀਗਾ ਵੀ ਇਹ ਭਈ ਠੀਕ ਆ ਵੀ ਅੰਗਰੇਜ਼ ਜਿਹੜੇ ਆ ਭਈ ਉਹਨਾਂ ਦੀ ਅਸੀਂ ਅਧੀਨਗੀ ਜ਼ਰੂਰ ਮੰਨਣੀ ਆ, ਪਰ ਸਾਡੀ ਜਿਹੜੀ ਰਿਆਸਤ ਦੀ ਹੋਂਦ ਆ ਉਹ ਬਰਕਰਾਰ ਆ। ਭਈ ਜੇ ਅੰਗਰੇਜ਼ ਜਾਂਦੇ ਆ ਤੇ ਇਹਦਾ ਮਤਲਬ ਆ ਵੀ ਸਾਡੀ ਰਿਆਸਤ ਜਿਹੜੀ ਆ ਵੀ ਉਹ ਆਜ਼ਾਦ ਹੋਊਗੀ, ਬਿਲਕੁਲ ਇੱਕ ਆਜ਼ਾਦ ਮੁਲਕ ਬਣ ਜੂਗੀ। ਤੇ ਉਹ ਜਿਹੜੀ ਤਕਲੀਫ ਆ ਉਹ ਜਿਹੜਾ ਇਹ ਗਾਂਧੀ ਸੀਗਾ ਤੇ ਜਿਹੜੇ ਕਾਂਗਰਸੀ ਸੀਗੇ ਨਹਿਰੂ ਤੇ ਹੋਰ ਸਾਰੇ ਵੀ ਇਹਨਾਂ ਨੂੰ ਪਤਾ ਸੀ ਵੀ ਜੇ ਇੱਦਾਂ ਹੋ ਗਿਆ 600 ਤੋਂ ਉੱਤੇ ਜਿਹੜੀਆਂ ਰਿਆਸਤਾਂ ਆ ਤੇ ਉੱਤੇ ਇੰਡੀਆ ਜਿਹੜਾ ਉਹ 600 ਮੁਲਕ ਬਣ ਜਾਣੇ ਆ। ਤੇ ਉਹ ਸਾਰਾ ਜੋ ਹੈਗਾ ਵੀ ਉਹਦੇ ਲਈ ਫਿਰ ਜਦੋਂ ਸੈਕੰਡ ਰਾਊਂਡ ਟੇਬਲ ਕਾਨਫਰੰਸ ਹੋਈ ਆ, ਅਗਲਿਆਂ ਨੇ ਇੱਕ ਤੇ ਇਹ ਵੀ ਗਾਂਧੀ ਵੱਲੋਂ ਡਰਾਮਾ ਕਰਵਾਤਾ ਜੀ ਵੀ ਅਸੀਂ ਬਾਈਕਾਟ ਕਰਨ ਲੱਗੇ, ਵੀ ਪਹਿਲਾਂ ਗਿਆ ਉੱਥੇ ਤੇ ਉਹ ਆਪਣਾ ਜਿਹੜਾ ਡਰਾਮਾ ਕਰਕੇ ਬਾਈਕਾਟ ਕਰਕੇ ਤੇ ਇਹ ਵੀ ਆ ਗਿਆ। ਤੇ ਉਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਾਂਗਰਸੀਆਂ ਨੇ ਭਈ ਪਟਿਆਲੇ ਦੇ ਵਿੱਚ ਜਿਹੜਾ ਪ੍ਰਜਾ ਮੰਡਲ ਮੂਵਮੈਂਟ ਸੀਗੀ ਵੀ ਜਿਹਦਾ ਮਕਸਦ ਇਹ ਸੀਗਾ, ਉੜੀਸਾ ਤੋਂ ਸ਼ੁਰੂ ਹੋਈ ਸੀ ਪ੍ਰਜਾ ਮੰਡਲ ਮੂਵਮੈਂਟ, ਉਹਨੂੰ ਲਿਆ ਕੇ ਪਟਿਆਲੇ ਦੇ ਵਿੱਚ ਇਹ ਥਾਪ ਦਿੱਤਾ। ਦੇਖੋ ਕਿੱਥੇ ਉੜੀਸਾ ਕਿੱਥੇ ਪਟਿਆਲਾ, ਰਾਹ ਦੇ ਵਿੱਚ ਕਿਤੇ ਨਹੀਂ ਰੁਕ ਰਹੀ, ਉੜੀਸਾ ਤੋਂ ਆ ਕੇ ਤੇ ਪਟਿਆਲੇ ਦੇ ਵਿੱਚ ਜਿਹੜੀ ਆ ਪ੍ਰਜਾ ਮੰਡਲ ਮੂਵਮੈਂਟ ਸ਼ੁਰੂ ਹੋ ਗਈ। ਔਰ ਉਹਦਾ ਮਕਸਦ ਕੀ ਸੀਗਾ ਵੀ ਇਹ ਰਾਜਾਸ਼ਾਹੀ ਜਿਹੜੀ ਆ ਉਹ ਖਤਮ ਕਰੋ ਤੇ ਜਿਹੜਾ ਹੈਗਾ ਆ ਲੋਕਤੰਤਰੀ ਸਿਸਟਮ ਆ ਵੀ ਉਹ ਸ਼ੁਰੂ ਕਰੋ। ਵੀ ਅੰਗਰੇਜ਼ਾਂ ਦੇ ਖਿਲਾਫ ਤੁਸੀਂ ਲੜਦੇ ਪਏ ਆ, ਪਰ ਉੱਥੋਂ ਇਹ ਰਾਜਾਸ਼ਾਹੀ ਖਤਮ ਕਰਨੇ ਦਾ ਉਹ ਵੀ ਪਟਿਆਲੇ ਦੇ ਵਿੱਚ ਵੀ ਉਹ ਮਕਸਦ ਜਿਹੜਾ ਤੁਹਾਨੂੰ ਉਦੋਂ ਸਮਝ ਲੱਗ ਜਾਂਦਾ ਵੀ ਉਹ ਤੋਂ ਬਾਅਦ ਫਿਰ ਜਦੋਂ ਪ੍ਰਜਾ ਮੰਡਲ ਮੂਵਮੈਂਟ ਸ਼ੁਰੂ ਹੋ ਜਾਂਦੀ ਆ ਪਟਿਆਲੇ ਦੇ ਵਿੱਚ, ਮਹਾਰਾਜਾ ਭੁਪਿੰਦਰ ਸਿੰਘ ਜਿਹੜਾ ਆ ਉਹ ਕਿਤੇ ਵੀ ਫਿਰ ਐਕਟਿਵ ਨਹੀਂ ਰਹਿੰਦਾ, ਫਿਰ ਉਹ ਪਟਿਆਲੇ ਦੇ ਵਿੱਚ ਬੈਠਾ ਜਿਹੜਾ ਆ ਉਹ ਪ੍ਰਜਾ ਮੰਡਲ ਮੂਵਮੈਂਟ ਨੂੰ ਹੀ ਸਾਂਭਦਾ ਪਿਆ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਸਾਨੂੰ ਸਮਝਣੇ ਦੀ ਲੋੜ ਆ ਵੀ ਇਹ ਜਿਹੜੇ ਇੱਦਾਂ ਦੇ ਹਮਲੇ ਕੀਤੇ ਜਾਂਦੇ ਆ ਨਾ ਭਈ ਇੱਕ ਤੇ ਇਹ ਭਈ ਉਸਾਰੂ ਕੰਮਾਂ ਦੇ ਵਿੱਚ ਕੌਮੀ ਜਿਹੜੀ એનર્ਜੀ ਆ ਵੀ ਉਹ ਨਾ ਲੱਗੇ, ਉਹਨੂੰ ਵੇਸਟ ਕਰਨਾ, ਇਸ ਕਰਕੇ ਇਹੋ ਜਿਹੇ ਜਿਹੜੇ ਪ੍ਰਜਾ ਮੰਡਲ ਟਾਈਪ ਜਿਹੜੇ ਐਜੀਟੇਸ਼ਨ ਨੇ ਜਾਂ ਅਟੈਕ ਨੇ ਉਹ ਕਰਵਾਏ ਜਾਂਦੇ ਤਰੀਕੇ ਨੇ ਜੀ। ਔਰ ਇਹ ਸਾਨੂੰ ਸਮਝਣੇ ਦੀ ਲੋੜ ਆ ਵੀ ਇਹੋ ਜਿਹੇ ਜਿਹੜੇ ਆ ਵੀ ਇਹ ਜ਼ਰੂਰੀ ਨਿਗਾ ਵੀ ਜਿਹੜਾ ਪ੍ਰਜਾ ਮੰਡਲ ਮੂਵਮੈਂਟ ਸ਼ੁਰੂ ਕਰ ਬੈਠਾ ਭਈ ਉਹ ਵਾਕਈ ਇਹ ਭਈ ਉਹਨੂੰ ਪਤਾ ਆ ਵੀ ਉਹ ਕੀ ਕਰਦਾ ਪਿਆ ਜੀ। ਬੜੇ ਕਹਿ ਲਓ ਭਈ ਸੁਚਾਰੂ ਸੋਚ ਵਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਵੀ ਵਰਗਲਾ ਕੇ ਅਗਲੇ ਆਪਣੇ ਹੱਕ ਦੇ ਵਿੱਚ ਭੁਗਤਾ ਜਾਂਦੇ ਹੁੰਦੇ। ਜਦੋਂ ਮੰਨ ਲਓ ਵੀ ਕਿਸੇ ਨੂੰ ਇਹ ਕਿਹਾ ਵੀ ਭਾਈ ਵੀ ਇਹ ਵੀ ਸਿੱਖੀ ਦੇ ਵਿੱਚ ਤੇ ਰਾਜਾਸ਼ਾਹੀ ਦੀ ਜਗ੍ਹਾ ਕੋਈ ਨਹੀਂ, ਭਈ ਆਪਾਂ ਨੂੰ ਜਿਹੜਾ ਆ ਵੀ ਸਰਬੱਤ ਖਾਲਸਾ ਬਹਾਲ ਕਰਨਾ ਚਾਹੀਦਾ ਤੇ ਐਂ ਕਰਨਾ ਚਾਹੀਦਾ, ਔਰ ਉਹ ਬੰਦਾ ਜਿਹੜਾ ਉਹ ਕਵੇ ਹਾਂ ਬਈ ਗੱਲ ਤੇ ਸਹੀ ਹੈ, ਉਹਨੇ ਹੁਣ ਹੋਰ ਕੁਝ ਵਿਚਾਰਿਆ ਨਹੀਂ ਵੀ ਇਸ ਮੂਵਮੈਂਟ ਦੇ ਉੱਤੇ ਇਹ ਕੰਮ ਜਿਹੜਾ ਆ ਵੀ ਸ਼ੁਰੂ ਕਰਨਾ ਚਾਹੀਦਾ ਕਿ ਨਹੀਂ, ਕਿ ਇਸ ਵੇਲੇ ਪ੍ਰਾਇੋਰਟੀ ਜਿਹੜੀ ਆ ਉਹ ਹੋ ਰਿਹਾ। ਸੋ ਉਹ ਚੀਜ਼ ਜਿਹੜੀ ਆ ਵੀ ਉਹ ਸਾਨੂੰ ਧਿਆਨ 'ਚ ਰੱਖਣੇ ਦੀ ਲੋੜ ਆ ਵੀ ਜਦੋਂ ਅਸੀਂ ਕਿਸੇ ਨੂੰ ਕੰਡੈਮ ਵੀ ਕਰਨਾ ਆ ਇਹ ਧਿਆਨ ਰੱਖੀਏ ਵੀ ਇੰਟੈਂਸ਼ਨ ਜਿਹੜੀ ਆ ਵੀ ਹੋ ਸਕਦਾ ਵੀ ਅਗਲੇ ਦੀ ਵੀ ਉਹ ਘਟੀਆ ਨਾ ਹੋਵੇ, ਪਰ ਜਿਹੜਾ ਅਸਰ ਹੋਇਆ ਆ ਉਹਦੇ ਚੰਗੀ ਇੰਟੈਂਸ਼ਨ ਦੇ ਨਾਲ ਕੰਮ ਕਰਨੇ ਦਾ ਵੀ ਮਨਸ਼ਾ ਭਾਵੇਂ ਚੰਗੀ ਸੀਗੀ ਪਰ ਉਹ ਜਿਹੜਾ ਕੰਮ ਕੀਤਾ ਆ ਵੀ ਉਹਦੇ ਨਾਲ ਜੋ ਨਤੀਜਾ ਨਿਕਲਿਆ ਉਹ ਕੌਮ ਦੀ ਜੜ੍ਹਾਂ 'ਚ ਤੇਲ ਦੇ ਗਿਆ। ਬਿਲਕੁਲ ਸਹੀ ਗੱਲ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਵਿਚਾਰਨੇ ਵਾਲੀਆਂ। ਸੋ ਇਸ ਕਰਕੇ ਵੀ ਇਹ ਕਿਤਾਬ ਪੜ੍ਹਨੀ ਤੇ ਇਹ ਕਿਤਾਬ ਨੂੰ ਵਿਚਾਰਨਾ ਤੇ ਖਾਸ ਤੌਰ ਦੇ ਉੱਤੇ ਵੀ ਇਹ ਧਿਆਨ 'ਚ ਰੱਖਣਾ ਵੀ ਜਸਟਿਸ ਅਜੀਤ ਸਿੰਘ ਬੈਂਸ ਹੁਣੀ ਜਿੱਦਾਂ ਉਹਨਾਂ ਨੇ ਆਪ ਲਿਖਿਆ ਵੀ ਉਹਨਾਂ ਨੂੰ ਉੱਥੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ, ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ, ਉਹਨਾਂ ਨੂੰ ਤਸੀਹੇ ਦਿੱਤੇ ਗਏ। ਜੱਜ ਸੀਗੇ, ਰਿਟਾਇਰਡ ਜੱਜ ਸੀ, ਮਤਲਬ ਭਈ ਉਹ ਜਦੋਂ ਕਿਸੇ ਜੱਜ ਨਾਲ ਇਹ ਹੋ ਸਕਦਾ ਆ ਤੇ ਜਿਹੜਾ ਆਮ ਪਿੰਡ ਦੇ ਵਿੱਚ ਵਿਚਾਰਾ ਰਹਿੰਦਾ ਬੰਦਾ ਵੀ ਉਹਦੇ ਨਾਲ ਕੀ ਕੁਛ ਹੋਇਆ, ਭਈ ਪਰਿਵਾਰਾਂ ਦੇ ਪਰਿਵਾਰ ਕਿਵੇਂ ਗਾਇਬ ਹੋਏ। ਜਿਹੜੇ ਬੰਦੇ ਅਸੀਂ ਅੱਜ ਕਹਿੰਦੇ ਆ ਭਈ ਲਾਹੌਰ ਦੇ ਵਿੱਚ ਭਈ ਇਹ ਭਈ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾਏ ਗਏ, ਇੱਥੇ ਦੇਖੋ ਵੀ ਉਹ ਕੁਲਵੰਤ ਸਿੰਘ ਜਿਹੜਾ ਆ ਵਕੀਲ ਰੋਪੜ ਦਾ, ਉਹਦੀ 1.5 ਸਾਲ ਦੇ ਨਿਆਣੇ ਨੂੰ, ਉਹਦੀ ਘਰ ਵਾਲੀ ਨੂੰ, ਉਹਨੂੰ ਉਹਦੇ 1.5 ਸਾਲ ਦੇ ਨਿਆਣੇ ਨੂੰ ਮਾਰਿਆ ਗਿਆ। ਹੁਣ ਜਿਹੜੀ ਸਰਕਾਰ ਜਿਹੜੇ ਬੰਦੇ 1.5 ਸਾਲ ਦਾ ਨਿਆਣਾ ਜਿਹੜਾ ਆ ਉਹਨੂੰ ਵੀ ਮਾਰਨ ਦੇ ਵਿੱਚ ਕੁਛ ਗਲਤ ਨਹੀਂ ਸਮਝ ਰਹੇ, ਤੇ ਜਿਹੜੇ ਆ ਖੱਪ ਗਰੇਡਾਂ ਵਰਗੇ ਹਰਨੇਕ ਕਰਕੇ ਹੋਰ ਜਿਹੜੇ ਗੰਦ ਇਸ ਵੇਲੇ ਸਾਡੀ ਕੌਮ 'ਚ ਬੈਠਾ ਹੈ ਜਿਹੜੇ ਕਹਿੰਦੇ ਨੇ ਵੀ ਭਲਾ ਹੋਵੇ KPS ਗਿੱਲ ਦਾ, ਉਹ ਆਹ ਚੀਜ਼ਾਂ ਜਿਹੜੀਆਂ ਆ ਭਾਈ ਵੀ ਜਿਹੜੇ ਉਹਨੂੰ ਠੀਕ ਮੰਨਦੇ ਆ ਜਾਂ ਕਹਿੰਦੇ ਆ ਵੀ ਹਾਂ ਵੀ ਉਹਨੇ ਕੁਛ ਗਲਤ ਨਹੀਂ ਕਿਹਾ, ਰੇਡੀਓ ਵਾਲੇ ਠੀਕ ਕਹਿ ਰਹੇ ਆ, ਆਹ ਗੱਲਾਂ ਦਾ ਧਿਆਨ ਰੱਖਿਓ। ਉਹ ਤੋਂ ਬਾਅਦ ਵਿਚਾਰਿਓ ਵੀ ਜੋ ਉੱਥੋਂ ਕਿਹਾ ਜਾ ਰਿਹਾ ਆ ਭਈ ਉਹ ਕਿੰਨਾ ਘਟੀਆ ਆ ਤੇ ਕੇਸ ਪੱਧਰ ਦੇ ਉੱਤੇ
ਸਾਡੀ ਜਿਹੜੀ ਕੌਮੀ ਸਾਈਕੀ ਆ ਉਹਦੇ ਉੱਤੇ ਹਮਲਾ ਕਰਦਾ। ਬਿਲਕੁਲ। ਸੋ ਇਹ ਚੀਜ਼ਾਂ ਨਹੀਂ ਜ਼ਰੂਰ ਭਾਜੀ, ਜੇ ਮਤਲਬ ਅਸੀਂ ਜਿਹੜੇ ਇਨਸਾਨੀਅਤ ਦਾ ਇਹ ਰੌਲਾ ਪਾਉਂਦੇ ਹੈ, ਅਸੀਂ ਉਸ ਇਨਸਾਨੀਅਤ ਦੇ ਪੱਧਰ ਤੇ ਵੀ ਜਾ ਕੇ ਦੇਖ ਲਈਏ ਕਿ ਇਹ ਗੱਲਾਂ ਕਿਸੇ ਇਨਸਾਨ ਨੂੰ ਸ਼ੋਭਦੀਆਂ ਆ। ਜਿੱਦਾਂ 1.5 ਸਾਲ ਦਾ ਹੁਣੇ ਜ਼ਿਕਰ ਕਰਕੇ ਹਟੇ ਕਿ 1.5 ਸਾਲ ਦਾ ਬੱਚਾ ਉਹਨਾਂ ਨੇ ਮਾਰ ਦਿੱਤਾ, ਤੇ ਉਸ ਤੋਂ ਬਾਅਦ ਜਿੱਦਾਂ ਹਜੇ ਤਾਂ ਇਹ ਕਿਤਾਬ ਹਜੇ ਉਹਨਾਂ ਨੇ ਅੱਗੇ ਲਿਖਿਆ ਕਿ ਕੁਝ ਉਦਾਹਰਨਾਂ ਆ, ਬਿਲਕੁਲ ਅੱਗੇ ਹਕੀਕਤ ਹੋਰ ਵੀ ਖਤਰਨਾਕ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਇਆ ਇਹ ਜੀ, ਹਜ਼ਾਰਾਂ ਦੀ ਗਿਣਤੀ। ਇਹ ਸਿਰਫ ਇੱਕ ਉਦਾਹਰਨ ਨਹੀਂ ਦਿੱਤੀ ਆ ਜੀ। ਤੇ ਦੇਖ ਲਓ ਵੀ ਮਤਲਬ ਹਜ਼ਾਰਾਂ ਦੀ ਗਿਣਤੀ ਵੀ ਜਿਹੜਾ ਇਹ ਵੀ ਹੋ ਸਕਦਾ ਵੀ ਸਾਨੂੰ ਨਾਮ ਹੀ ਨਾ ਪਤਾ ਹੋਵੇ। ਬਿਲਕੁਲ। ਭਈ ਸਰਕਾਰ ਜਿਹੜੀ ਆ ਵੀ 84 ਦੇ ਵਿੱਚ ਜੋ ਸਿੱਖਾਂ ਦੇ ਨਾਲ ਹੋਇਆ ਦਿੱਲੀ ਦੇ ਵਿੱਚ ਤੇ ਹੋਰ ਜਗ੍ਹਾ ਦੇ ਉੱਤੇ, ਜੀ, ਉਹਦੇ ਵਿੱਚ ਸਰਕਾਰ ਦੇ ਆਪਣੇ ਆંકੜੇ ਕਹਿੰਦੇ ਆ ਭਈ 2700 ਕੁਛ ਬੰਦਾ ਜਿਹੜਾ ਆ ਵੀ ਸਿੱਖ ਵੀ ਉਹ ਮਾਰਿਆ ਗਿਆ। ਜੀ, ਠੀਕ ਆ ਜੀ। ਸਿੱਖਾਂ ਦਾ ਜਿਹੜਾ ਆ ਵੀ ਗਿਣਤੀ ਉਹ ਇਹ ਤੋਂ ਕਿਤੇ ਜ਼ਿਆਦਾ। ਬਿਲਕੁਲ। ਪਰ ਜੇ ਅਸੀਂ ਇਹ ਵੀ ਮੰਨ ਲਈਏ ਭਈ ਸਰਕਾਰ ਵਾਲੀ ਜਿਹੜੀ ਗਿਣਤੀ ਆ, ਜੀ, ਭਈ ਸਾਡੇ ਕੋਲੇ ਫੇਰ ਵੀ ਨਾਮ ਹੈ ਨਹੀਂਗੇ। ਭਈ ਜੇ ਅਸੀਂ ਆਨਰ ਹੀ ਕਰ ਸਕੀਏ ਵੀ ਰਿਕਾਰਡ ਦੇ ਵਿੱਚ ਰੱਖ ਹੀ ਸਕੀਏ ਵੀ ਕਿਹੜੇ ਬੰਦੇ ਸੀ ਵੀ ਜਿਹੜੇ ਮਰੇ ਆ, ਬਿਲਕੁਲ, ਭਈ ਅਸੀਂ ਉਹ ਨਾਮ ਹੀ ਕਮ ਸੇ ਕਮ ਸੇਫ ਰੱਖ ਲਈਏ। ਔਨ ਰਿਕਾਰਡ ਕਿਤੇ ਵੀ ਸਾਡੇ ਕੋਲੇ ਰਿਕਾਰਡ ਵੀ ਹੈ ਨਹੀਂਗੇ। ਸਹੀ ਗੱਲ। ਉਹੀ ਕੰਮ ਪੰਜਾਬ ਦਾ ਆ ਵੀ ਇਹ ਵੀ ਜਿਨ੍ਹਾਂ ਦੀ ਮੰਨ ਲਓ ਵੀ ਖਾਲੜਾ ਸਾਹਿਬ ਨੇ ਕੀਤੀ ਸੀ, ਭਈ ਘੱਟੋ ਘੱਟ ਨਹੀਂ ਤੇ 50,000 ਸਿੱਖ ਜਿਹੜਾ ਆ ਨੌਜਵਾਨ ਤੇ ਹੋਰ ਵੀ ਉਹ ਸਿਰਫ ਜਿਹੜੇ ਅੰਮ੍ਰਿਤਸਰ ਦੇ 3 ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਣਾਏ ਜੀ, ਭਈ ਉਹਨਾਂ ਦੇ ਵਿੱਚ ਵੀ ਮਾਰਿਆ ਜਾ ਚੁੱਕਾ ਸੀ ਪੁਲਿਸ ਵੱਲੋਂ ਉਸ ਸਮੇਂ ਤੱਕ। ਜੀ। ਸੋ ਹੁਣ ਉਹਨਾਂ ਦੀ ਵੀ ਸਾਡੇ ਕੋਲੇ ਨਾਮ ਹੈ ਨਹੀਂਗੇ, ਕੁਝ ਵੀ ਨਹੀਂ ਹੈਗਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਅਸੀਂ ਕਮ ਸੇ ਕਮ ਰਿਕਾਰਡ ਹੀ ਇੱਕ ਬਣਾ ਲਈਏ ਵੀ ਜਿਹੜਾ ਅਸੀਂ ਗਾਂ ਅਗਲੀਆਂ ਜਨਰੇਸ਼ਨ ਨੂੰ ਪਾਸ ਕਰਨ ਜੋਗਿਆ ਹੋਈਏ। ਬਿਲਕੁਲ। ਅੱਗੇ ਪੜ੍ਹੀਏ ਭਾਜੀ। ਹਾਂਜੀ। ਅੱਗੇ ਉਹ ਇਹੀ ਲਿਖਦੇ ਹਨ ਕਿ ਇਹ ਉਦਾਹਰਨਾਂ ਤਾਂ ਹਕੀਕਤ ਦਾ ਛੋਟਾ ਜਿਹਾ ਅੰਸ਼ ਹੀ ਹਨ। ਪਿਛਲੇ ਦਹਾਕੇ ਦੌਰਾਨ ਹਕੂਮਤੀ ਦਹਿਸ਼ਤਗਰਦੀ ਦੇ ਕਾਰਨਾਮਿਆਂ ਦੀਆਂ ਬੇਸ਼ੁਮਾਰ ਜਿਲਦਾਂ ਤਿਆਰ ਹੋ ਸਕਦੀਆਂ ਹਨ। ਸਾਡੇ ਉੱਪਰ ਪੁਲਿਸ ਜਾਤੀਆਂ ਦਾ ਹਾਲ ਵਰਣਨ ਕਰਨ ਦੀ ਅਣਐਲਾਨੀ ਮਨਾਹੀ ਲਾ ਰੱਖੀ ਹੋਈ ਹੈ ਅਤੇ ਸਾਡੇ ਕਾਰਕੁਨਾਂ ਨੂੰ ਅਨੇਕਾਂ ਢੰਗਾਂ ਰਾਹੀਂ ਹਾਲ ਪਰੇਸ਼ਾਨ ਕੀਤਾ ਜਾਂਦਾ ਹੈ। ਯਾਨੀ ਕਿ ਉਹ ਤਸ਼ੱਦਦ ਵੀ ਕਰ ਰਹੇ ਤੇ ਉਹਨੂੰ ਬਿਆਨ ਵੀ ਨਹੀਂ ਕਰਨ ਦੇ ਰਹੇ, ਰਿਕਾਰਡ ਤੇ ਵੀ ਨਹੀਂ ਆਉਣ ਦੇ ਰਹੇ, ਜਿਹੜੀ ਗੱਲ ਤੁਸੀਂ ਕਰਕੇ ਹਟੇ ਹੋਏ। ਸਾਰੇ ਭਾਰਤ ਅੰਦਰ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਮਿਜ਼ਾਈਲ ਦਸਤੇ ਹੋਰਨਾਂ ਰਾਜਾਂ ਅੰਦਰ ਭੇਜੇ ਜਾਂਦੇ ਹਨ ਅਤੇ ਉਹ ਸਿੱਖ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਕੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਚੁੱਕ ਲਿਆਉਂਦੇ ਹਨ। ਹੁਣ ਇਹ ਜਿਹੜੀ ਉਦਾਹਰਣ ਆ, ਜੇ ਕਿਸੇ ਨੂੰ ਨਹੀਂ ਚੇਤੇ ਹੈਗਾ ਵੀ ਇਹ ਕਿੱਦਾਂ ਹੋ ਰਿਹਾ ਸੀਗਾ, ਤੇ ਤੁਸੀਂ ਗੂਗਲ ਦੇ ਵਿੱਚ ਜੀ ਪੀਲੀਭੀਤ ਸਿੱਖ ਮੈਸੇਕਰ ਜਿਹੜਾ ਆ ਵੀ ਉਹ ਕਰਕੇ ਵੇਖ ਲਿਓ ਗੂਗਲ, ਤੇ ਉਹਦੇ ਵਿੱਚ ਨਿਕਲ ਆਉਣਾ। ਕਿਉਂਕਿ ਪੀਲੀਭੀਤ ਜਿਹੜਾ ਆ ਵੀ ਉਹ ਯੂਪੀ ਦਾ ਇਲਾਕਾ ਹੈ ਜੀ, ਜਿਹਦੇ ਵਿੱਚ 10 ਕੇ 20 ਸੀਗੇ ਸਿੱਖ, ਮੈਨੂੰ ਹੁਣ ਆਪ ਨੂੰ ਕਹਿ ਲਓ ਵੀ ਯਾਦ ਦੇ ਵਿੱਚੋਂ ਜਾ ਰਿਹਾ, ਭਈ ਜਿਹੜੇ ਉੱਥੇ ਸਿਰਫ ਹੇਮਕੁੰਟ ਸਾਹਿਬ ਵੱਲ ਨੂੰ ਜਾ ਰਹੇ ਸੀ। ਅੱਛਾ ਜੀ। ਭਈ ਜਥੇ ਬਣਾ ਕੇ, ਠੀਕ ਹੈ। ਤੇ ਉਹਨਾਂ ਨੂੰ ਫੜ ਕੇ ਤੇ ਮਾਰ ਕੇ ਤੇ ਦਿਖਾਤਾ ਗਿਆ ਵੀ ਐਨਕਾਊਂਟਰ ਹੋਇਆ। ਕਿਸੇ ਨੇ ਕੋਈ ਖਾੜਕੂ ਦੱਸ ਕੇ ਮਾਰ ਦਿੱਤੇ, ਔਰ ਕਿਸੇ ਨੇ ਕੋਈ ਇਨਕੁਆਇਰੀ ਕੁਝ ਨਹੀਂ ਬਾਅਦ ਵਿੱਚ ਹੋਇਆ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ ਹੋਈ। ਸੋ ਉਹੋ ਜਿਹਾ ਹਿਸਾਬ ਜਿਹੜਾ ਆ ਵੀ ਐਵੇਂ ਨਹੀਂ ਵੀ ਮੈਂ ਇੱਥੇ ਅਕਸਰ ਇਹ ਵੀ ਕਹਿੰਦਾ ਹੁੰਦਾ ਹੈਗਾ ਜਦੋਂ ਮੈਂ ਸ਼ੁਰੂ 'ਚ ਆਇਆ ਵੀ ਭਾਈ ਵੀ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਤੱਕ ਮੈਂ ਦਿੱਲੀ ਨਹੀਂ ਟੱਪਿਆ। ਵੀ ਪੰਜਾਬ ਦੇ ਵਿੱਚ, ਪੰਜਾਬ ਤੋਂ ਚੰਡੀਗੜ੍ਹ ਜੀ, ਤੇ ਚੰਡੀਗੜ੍ਹ ਤੋਂ ਹਰਿਆਣਾ ਵੀ ਜਿਹੜਾ ਆ ਉਹ ਸਿਰਫ ਦਿੱਲੀ ਜਾਣ ਲਈ ਕ੍ਰਾਸ ਕੀਤਾ ਆ ਜੀ। ਤੇ ਦਿੱਲੀ ਮੈਂ ਆਪਣੀ ਏਜ ਕਹਿ ਲਓ ਵੀ ਮੈਂ 28 ਕੁ ਸਾਲ ਦਾ ਸੀ ਜਦੋਂ ਮੈਂ ਉਰੇ ਆਇਆ ਜੀ, ਤੇ 28 ਸਾਲਾਂ ਦੀ ਉਮਰ ਦੇ ਵਿੱਚ ਦਿੱਲੀ ਜਿਹੜਾ ਮੈਂ 3 ਜਾਂ 4 ਵਾਰੀ ਗਿਆ ਜੀ। ਉਹ ਤੋਂ ਇਲਾਵਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਕੱਟੀ ਆ। ਔਰ ਸਿਰਫ ਇਸ ਕਰਕੇ ਭਈ ਉਹ ਸਮਾਂ ਉਹ ਸੀਗਾ ਭਈ ਜੇ ਕੁਝ ਨਹੀਂ ਪਤਾ ਹੁੰਦਾ ਭਈ ਕਿੱਥੇ ਕਿਹਨੇ ਵੀ ਚੱਕ ਕੇ ਤੇ ਇਹ ਵੀ ਜਿਹੜਾ ਹੈਗਾ ਵੀ ਗੋਲੀਆਂ ਮਾਰ ਕੇ ਕਹਿਣਾ ਵੀ ਖਾੜਕੂ ਸੀਗਾ ਮਾਰਿਆ। ਸੋ ਉਹ ਹਾਲਤ ਸੀ। ਸੋ ਤੁਸੀਂ ਆਪ ਉਹ ਐਕਸਪੀਰੀਅੰਸ ਕੀਤਾ ਹੋਣਾ ਚੀਜ਼ਾਂ ਨੂੰ। ਸੋ ਅੰਦਾਜ਼ਾ ਲਾ ਲਓ ਭਈ ਉਹ ਸਮਾਂ ਜਿਹੜਾ ਆ ਭਈ ਉਹਨੂੰ ਤੁਸੀਂ ਜਦੋਂ ਇਹ ਕਹਿੰਦੇ ਆ ਭਈ ਇਹ ਭਈ ਜੀ ਆਜ਼ਾਦ ਮੁਲਕ ਆ ਜਾਂ ਇੱਦਾਂ ਆ ਜਾਂ ਲੋਕਤੰਤਰ ਆ ਤੇ ਹੋਰ ਸਾਰਾ ਕੁਛ, ਤੇ ਜਿਨ੍ਹਾਂ ਨੇ ਅਸੀਂ ਕਹਿ ਲਓ ਵੀ ਅਜੇ ਮੈਂ ਸਿਰਫ ਮਾਨਸਿਕ ਤੌਰ ਤੇ ਹੰਡਾਇਆ ਆ ਭਈ ਇਹ ਇੱਕ ਕਹਿ ਲਓ ਵੀ ਹਊਆ ਸੀਗਾ, ਡਰ ਸੀਗਾ ਭਈ ਜਿਨ੍ਹਾਂ ਨੂੰ ਇਹ ਡਰ ਜਿਹੜਾ ਆ ਵੀ ਕਹਿ ਲਓ ਭਈ ਆਪਣੇ ਪਿੰਡਿਆਂ ਦੇ ਉੱਤੇ, ਆਪਣੇ ਪਰਿਵਾਰਾਂ ਦੇ ਉੱਤੇ ਚੱਲਣਾ ਪਿਆ, ਉਹਨਾਂ ਨੂੰ ਬਾਰੇ ਸੋਚ ਕੇ ਦੇਖੋ ਵੀ ਇਹ ਵੀ ਕੀ ਹੋਇਆ। ਭਈ ਜਿਹੜੇ ਪਰਿਵਾਰਾਂ ਦੇ ਪਰਿਵਾਰ ਉਹ ਜਿਹੜੇ ਸੀਗੇ, ਦੂਸਰਾ ਆਪਣਾ ਜਟਾਣੇ ਦਾ ਪਰਿਵਾਰ, ਉਹ ਸਾਰੇ ਜਿਹੜੇ ਨਿਆਣਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਦੇ ਸਾਰੇ ਮਾਰ ਦਿੱਤੇ ਗਏ ਇੱਕ ਰਾਤ ਦੇ ਵਿੱਚ। ਔਰ ਇਹ ਕਹਿ ਦਿੱਤਾ ਗਿਆ ਜੀ ਵੀ ਇਹ ਅਣਪਛਾਤੇ ਵਿਅਕਤੀ ਆ ਕੇ ਮਾਰ ਗਏ। ਸਾਰਿਆਂ ਨੂੰ ਪਤਾ ਸੀਗਾ ਵੀ ਇਹ ਸੈਣੀ ਜਿਹੜਾ ਆ
ਸਮੇਧ ਸੈਣੀ ਜੀ ਭਈ ਇਹਦੀ ਕਰਤੂਤ ਸੀਗੀ, ਇਹਨੇ ਆਖੇ ਵੀ ਬੰਦੇ ਭੇਜ ਕੇ ਤੇ ਮਰਵਾਈ। ਉਹ ਬਾਅਦ ਚੋਂ ਪੂਲੇ ਦੀਆਂ ਸਟੇਟਮੈਂਟਾਂ ਵੀ ਆ ਗਈਆਂ, ਜੀ ਉਹਦੀ ਦੂਸਰੀ ਪਿੰਕੀ ਕੈਟ ਦੀ ਸਟੇਟਮੈਂਟ ਇੱਕ ਖਾਸ ਜਟਾਣੇ ਦੇ ਪਰਿਵਾਰ ਦੇ ਮਾਰਨੇ ਦੇ ਉੱਤੇ ਆਈ ਸੀ। ਜੀ ਸੋ ਉਹ ਸਾਰਾ ਕੁਝ ਜਿਹੜਾ ਆ ਭਈ ਇਹ ਡਾਕੂਮੈਂਟ ਕਰਨੇ ਦੀ ਲੋੜ ਆ ਸਾਨੂੰ ਭਈ, ਤਾਂ ਕਿ ਵੀ ਕੱਲ੍ਹ ਨੂੰ ਜਿੱਦਾਂ ਅਸੀਂ ਅੱਜ ਲਖਪਤ ਰਾਏ ਜਸਪਤ ਰਾਏ ਦਾ ਪਤਾ ਸਾਨੂੰ ਵੀ ਇਹ ਕੌਣ ਸੀਗੇ। ਬਿਲਕੁਲ। ਸੋ ਉੱਦਾਂ ਹੀ ਜਿਹੜੇ ਆ ਵੀ ਇਹ ਜਿਹੜੇ ਸਮੇਧ ਸਿੰਘ ਸੈਣੀ ਵਰਗੇ ਤੇ ਆਦੂ ਆ ਜਿਹੜਾ ਆ KPS ਗਿੱਲ, ਗੋਬਿੰਦ ਰਾਮ, ਸਵਰਨ ਸਿੰਘ ਘੋਟਣਾ, ਇਹ ਸਾਰੇ ਬੰਦੇ ਜਿਹੜੇ ਅਜੀਤ ਸੰਧੂ ਵੀ ਇਹ ਸਾਰੇ ਬੰਦੇ ਜਿਹੜੇ ਆ ਵੀ ਇਹਨਾਂ ਬਾਰੇ ਸਾਨੂੰ ਜਿਹੜੀ ਆ ਵੀ ਉਹ ਨਾਮ ਤੇ ਕਮ ਸੇ ਕਮ ਪਤਾ ਹੋਣ। ਜਿਹੜੇ ਤੇ ਅੱਜ ਦੇ ਸਮੇਂ ਜਿਹੜੇ ਇਹਨਾਂ ਨੂੰ ਪ੍ਰਮੋਟ ਕਰ ਰਹੇ ਆ, ਇਹਨਾਂ ਨੂੰ ਪ੍ਰਮੋਟ ਕਰ ਰਹੇ ਆ, ਅਪਗ੍ਰੇਡ ਵਰਗੇ ਜਿੰਨੇ ਵੀ ਤੁਰੇ ਫਿਰਦੇ ਹੈਗੇ ਹਾਂ ਭਈ ਉਹਨਾਂ ਬਾਰੇ ਸਾਨੂੰ ਪਤਾ ਹੋਵੇ ਵੀ ਜਿਹੜਾ KPS ਗਿੱਲ ਦੇ ਹੱਕ ਦੇ ਵਿੱਚ ਬੋਲ ਰਿਹਾ ਆ ਉਹ ਕੌਣ ਆ। ਬਿਲਕੁਲ। ਉਹ ਕੀ ਸ਼ੈ ਆ। ਬਿਲਕੁਲ। ਵੀ ਉਹ ਸਿੱਖਾਂ ਦਾ ਕਹਿ ਲਓ ਵੀ ਖੈਰ ਖੁਆਹ ਆ ਕਿ ਸਿੱਖਾਂ ਦਾ ਦੁਸ਼ਮਣ ਹੈਗਾ। ਸਹੀ। ਇਹ ਚੀਜ਼ਾਂ ਤੇ ਕਮ ਸੇ ਕਮ ਪਤਾ ਹੋਣ ਸਾਨੂੰ। ਬਿਲਕੁਲ ਭਾਜੀ। ਨਹੀਂ ਜੇ ਇਹ ਪੜ੍ਹ ਕੇ ਅਸੀਂ ਇੰਨਾ ਆਪਣੇ ਮਨ 'ਚ ਵਿਚਾਰ ਬਣਾ ਲਈਏ ਕਿ ਭਾਈ ਜੋ ਇਹ ਉੱਥੇ ਬਹਿ ਕੇ ਇਹਨਾਂ ਸਮਿਆਂ ਦੇ ਦੌਰਾਨ ਜੋ ਘਟਨਾ ਜਿੱਦਾਂ ਦੀਆਂ ਘਟਨਾ ਵਾਪਰੀਆਂ ਆ ਉਹਦੇ ਵਿੱਚ ਪੁਲਿਸ ਨੂੰ ਹੀਰੋ ਤੇ ਬਾਕੀ ਨੂੰ ਉਹ ਗਲਤ ਬਣਾ ਕੇ ਪੇਸ਼ ਕਰਦੇ ਨੇ ਜਾਂ ਉਹਨਾਂ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤਦੇ ਨੇ, ਭੱਦੀ ਤੋਂ ਭੱਦੀ ਸ਼ਬਦਾਵਲੀ ਵਰਤਦੇ ਨੇ, ਤੇ ਉਹ ਆਪਾਂ ਵਿਚਾਰ ਤਾਂ ਸਕਦੇ ਨਾ ਕਿ ਭਾਈ ਇਹ ਕਿੱਥੇ ਖੜੇ ਨੇ ਇਹ ਲੋਕ। ਆਪਾਂ ਥੋੜਾ ਜਿਹਾ ਉਹਨੂੰ ਇਦਾਂ ਤਾਂ ਨਹੀਂ ਹੈਗਾ ਕੰਨ ਬੰਦ ਕਰਕੇ ਸੁਣੀ ਜਾਣਾ ਆ, ਕੁਛ ਤਾਂ ਆਪਣੇ ਅੰਦਰ ਆਪਣੀ ਜ਼ਮੀਰ ਨੂੰ ਜਗਾਈਏ ਅਸੀਂ ਲੋਕ। ਬਿਲਕੁਲ ਸਹੀ ਆ। ਔਰ ਦੂਜੀ ਗੱਲ ਇਹ ਵੀ ਆ ਭਈ ਜਦੋਂ ਅਸੀਂ KPS ਗਿੱਲ ਨੂੰ, ਸਮੇਧ ਸੈਣੀ ਨੂੰ ਤੇ ਅਜੀਤ ਸੰਧੂ, ਸਵਰਨ ਸਿੰਘ ਘੋਟਣਾ, ਗੋਬਿੰਦ ਰਾਮ, ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਜਲਾਦ ਤੇ ਬੁੱਚੜ ਕਹਿੰਦੇ ਆ, ਬਿਲਕੁਲ ਉਹਦਾ ਮਤਲਬ ਇਹ ਨੀਗਾ ਵੀ ਸਾਰੀ ਦੀ ਸਾਰੀ ਪੰਜਾਬ ਪੁਲਿਸ ਜਿਹੜੀ ਆ ਵੀ ਉਹੋ ਹੀ ਬੁੱਚੜਾਂ ਦੀ ਤੇ ਸੀਗੀ ਜੀ। ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਵੀ ਸਿੱਖ ਜਿਹੜੇ ਆ ਵੀ ਉਹ ਦੇਖ ਰਹੇ ਸੀਗੇ ਵੀ ਉਹਨਾਂ ਨੂੰ ਪਤਾ ਸੀਗਾ ਵੀ ਇਹ ਵੀ ਕਈ ਕੁਛ ਜਿਹੜਾ ਆ ਇਦਾਂ ਦਾ ਹੋ ਰਿਹਾ ਵੀ ਸਿੱਖਾਂ ਦੇ ਨਾਲ ਵੀ ਜਿਹੜਾ ਨਹੀਂ ਹੋਣਾ ਚਾਹੀਦਾ ਜੀ। ਤੇ ਉਹਨਾਂ ਨੇ ਵੀ ਆਪਣੇ ਪਿੰਡਿਆਂ ਦੇ ਉੱਤੇ ਹੰਡਾਇਆ। ਜੇ ਕੋਈ ਸਿੱਖ ਅਫਸਰ ਜਿਹੜਾ ਆ ਵੀ ਉਹ ਪੁਲਿਸ ਦੇ ਵਿੱਚ ਹਿੰਮਤ ਕਰ ਜਾਂਦਾ ਸੀ ਬੋਲਣੇ ਦੀ, ਤੇ ਉਹਨਾਂ ਦੇ ਵੀ ਐਨਕਾਊਂਟਰ ਜਿਹੜੇ ਆ ਉਹ ਇਦਾਂ ਹੀ ਹੋਏ ਆ। ਹਾਂਜੀ, ਉਹ ਫਿਰ ਝੂਠੇ ਖਾੜਕੂ ਬਣਾ ਕੇ ਉਹਨਾਂ ਦੇ ਐਨਕਾਊਂਟਰ ਕੀਤੇ। ਬਿਲਕੁਲ। ਔਰ ਉਹਦੇ ਵਿੱਚ ਵੀ ਇੱਕ ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ ਵੀ ਜਿਹੜਾ ਸੀਗਾ ਨਾ ਖਾਲਿਸਤਾਨ ਕਮਾਂਡੋ ਫੋਰਸ ਦਾ ਜਿਹਨੇ ਸ਼ੁਰੂ ਕੀਤੀ ਜਨਰਲ ਲਾਭ ਸਿੰਘ ਜੀ, ਉਹਦਾ ਨਾਂ ਅਸਲ ਦੇ ਵਿੱਚ ਸੁੱਖਾ ਸਿਪਾਹੀ ਉਹਨੂੰ ਕਹਿੰਦੇ ਹੁੰਦੇ ਸੀ, ਉਹ ਪੁਲਿਸ ਦੇ ਵਿੱਚੋਂ ਆਇਆ ਸੀ ਜੀ। ਤੇ ਉਹਨੂੰ ਜਦੋਂ ਐਨਕਾਊਂਟਰ ਹੋਣਾ ਸੀ ਕੋਈ, ਤੇ ਉਹਨੂੰ ਉਹਦਾ ਜਿਹੜਾ ਕੋਈ ਜਾਣ ਪਛਾਣ ਦੇ ਵਿੱਚੋਂ ਸੀਗਾ ਵੀ ਉਹਨੇ ਦੱਸ ਦਿੱਤਾ ਵੀ ਭਾਈ ਵੀ ਜਿਹੜਾ ਕੱਲ ਐਨਕਾਊਂਟਰ ਹੋਣਾ ਆ ਵੀ ਉਹਦੇ ਵਿੱਚ ਹੁਕਮ ਇਹ ਆਇਆ ਆ ਵੀ ਤੈਨੂੰ ਚਾੜਨਾ ਪੁਲਿਸ ਵੱਲੋਂ। ਠੀਕ ਹੈ ਜੀ, ਬਲੀ ਚਾੜਨਾ। ਠੀਕ ਹੈ ਵੀ ਕਿਉਂਕਿ ਵੀ ਇਹ ਖਬਰਾਂ ਜਿਹੜੀਆਂ ਵੀ ਉਹ ਜ਼ਿਆਦਾ ਫੈਲ ਗਈਆਂ ਵੀ ਇਹ ਕਿੱਦਾਂ ਦੇ ਅਖੇ ਐਨਕਾਊਂਟਰ ਆ ਵੀ ਜਿਹਦੇ ਵਿੱਚ ਪੁਲਿਸ ਦੇ ਉੱਤੇ ਹਮਲਾ ਹੁੰਦਾ ਤੇ ਜਵਾਬੀ ਜਿਹੜੀ ਗੋਲਾਬਾਰੀ ਆ ਉਹ ਚੋਂ ਅਗਲੇ ਖਾੜਕੂ ਸਾਰੇ ਮਰ ਜਾਂਦੇ ਆ, ਪੁਲਿਸ ਵੱਲੋਂ ਕੋਈ ਨਹੀਂ ਮਰਦਾ। ਤੇ ਇਹਨੇ ਕੁਝ ਸੁੱਖੇ ਸਿਪਾਹੀ ਨੇ ਕੁਝ ਕੀਤਾ ਸੀ ਵੀ ਜਿਹਦੇ ਕਰਕੇ ਵੀ ਕਹਿ ਲਓ ਵੀ ਇਹ ਪੁਲਿਸ ਅਫਸਰ ਸੀਗਾ ਕੋਈ ਵੀ ਉਹਦੀਆਂ ਨਜ਼ਰਾਂ ਦੇ ਵਿੱਚ ਚੜਿਆ ਹੈ। ਠੀਕ ਹੈ। ਇਹਦਾ ਕੰਮ ਕਰਨਾ ਹੈ। ਉਹਨੂੰ ਖਬਰ ਹੋ ਗਈ ਤੇ ਉਹ ਪੁਲਿਸ ਛੱਡ ਕੇ ਤੇ ਉੱਥੋਂ ਨਿਕਲ ਗਿਆ ਸੀ। ਠੀਕ ਹੈ ਜੀ, ਜਾਨ ਬਚਾ ਕੇ। ਸੋ ਉਹ ਜਿਹੜੇ ਉਹੋ ਜਿਹੇ ਪੁਲਿਸ ਵਾਲੇ ਫਿਰ ਜਿਹੜਾ ਆਪਣਾ ਸੀਗਾ ਔਲਖ ADGP ਅਸਿਸਟੈਂਟ DGP ਪੁਲਿਸ ਸੀਗਾ ਉਹ ਜੀ, NS ਔਲਖ ਸੀ ਜੇ ਮੈਨੂੰ ਭੁਲੇਖਾ ਨਹੀਂ ਪੈਂਦਾ ਪਿਆ। ਤੇ ਉਹਨੂੰ ਜਦੋਂ ਉਹਨਾਂ ਨੇ ਅਖੇ ਲਾਇਆ ਤੇ ਖੁੱਡੇ ਲੈਣ ਹੀ ਸੀਗਾ ਵੀ ਉਹਦੀ ਟਰਨ ਸੀਗੀ ਵੀ ਉਹ ਪੁਲਿਸ ਦਾ ਹੈੱਡ ਬਣਨੇ ਦੀ ਪੰਜਾਬ ਦੇ ਦੀ। ਪਰ ਸਰਕਾਰ ਨੂੰ ਪਤਾ ਸੀਗਾ ਵੀ ਇਹ ਸਿਧਾਂਤਕ ਬੰਦਾ ਆ ਵੀ ਇਹਨੇ ਵੀ ਸਾਡੇ ਜਿਹੜੀ ਆ ਕਹਿ ਲਓ ਵੀ ਕਰਤੂਤਾਂ ਆ ਵੀ ਉਹਨਾਂ ਉੱਤੇ ਪਰਦਾ ਨਹੀਂ ਪਾਉਣਾ। ਉਹਨਾਂ ਨੇ ਉਹਨੂੰ ਖੁੱਡੇ ਲੈਣ ਲਾਇਆ, ਇੰਚਾਰਜ ਲਾਤਾ ਕਿਤੇ ਪਤਾ ਨਹੀਂ ਮਾਲਖਾਨੇ ਦਾ ਕਿ ਕਾਹਦਾ। ਠੀਕ ਹੈ ਜੀ। ਤੇ ਉਹਨੇ ਉੱਥੇ ਹੀ ਇਹ ਵੀ ਉਹਨਾਂ ਦੀ ਜਿਹੜੀ ਆ ਵੀ ਪੁਲਿਸ ਜਿਹੜੇ ਕਹਿ ਲਓ ਵੀ ਬੇਈਮਾਨ ਪੁਲਿਸ ਵਾਲੇ ਤੇ ਹੋਰ ਵੀ ਉਹਨਾਂ ਦਾ ਮੱਕੂ ਠਾਪ ਦਿੱਤਾ ਸੀ ਵੀ ਉਹਨੇ ਸਰਕੂਲਰ ਕੱਢ ਦਿੱਤਾ ਵੀ ਕਹਿੰਦਾ ਵੀ ਇਹ ਭਈ ਜਿੰਨੇ ਹਥਿਆਰ ਜਿਹੜੇ ਆ ਭਈ ਉਹ ਬਰਾਮਦ ਦਿਖਾਏ ਗਏ ਆ ਵੀ ਜਦੋਂ ਨਾ ਪੁਲਿਸ ਵਾਲਿਆਂ ਨੇ ਛਾਪੇ ਮਾਰਨੇ ਤੇ ਹੋਰ ਝੂਠੇ ਇਲਜ਼ਾਮ ਲਾਉਣੇ ਤੇ ਹੋਰ ਸਾਰਾ ਕੁਝ ਕਰਨਾ ਜੀ ਵੀ ਇੰਨਾ ਜਿਹੜਾ ਆ ਉਹ ਪਲਾਸਟਿਕ ਐਕਸਪਲੋਸਿਵ ਜਿਹੜਾ ਆ ਵੀ ਉਹ ਮਿਲ ਗਿਆ ਜੀ, ਇੰਨੀਆਂ AK-47 ਮਿਲੀਆਂ ਜੀ, ਛਾਪਾ ਮਾਰਿਆ ਘਰ ਦੇ ਵਿੱਚ, ਆਹ ਐਨਕਾਊਂਟਰ ਹੋਇਆ ਜੀ, ਇਹਦੇ ਵਿੱਚ ਅਖੇ ਜੀ ਜਰਮਨੀ ਦੀਆਂ ਬਣੀਆਂ ਹੋਈਆਂ ਬੰਦੂਕਾਂ ਨਿਕਲੀਆਂ, ਮਸ਼ੀਨ ਗਨਾਂ ਨਿਕਲੀਆਂ, ਆਹ ਨਿਕਲਿਆ ਆਖੇ ਗ੍ਰਨੇਡ ਨਿਕਲੇ। ਉਹਨੇ ਨਾ ਉਹ ਐਜ਼ ਇੰਚਾਰਜ ਮਾਲਖਾਨਾ ਉਹਨੇ ਨਾ ਚੱਕ ਕੇ ਸਰਕੂਲਰ ਕੱਢ ਦਿੱਤਾ ਸਾਰੇ ਡਿਸਟ੍ਰਿਕਾਂ ਦੇ SSP'ਆਂ ਨੂੰ। ਕਹਿੰਦਾ ਵੀ ਇਹ ਵੀ ਜਿੰਨੇ ਅਜੇ ਤੱਕ ਰਿਪੋਰਟਾਂ ਜਿਹੜੀਆਂ ਆ ਵੀ ਉਹ ਆਈਆਂ ਆ ਵੀ ਇੰਨਾ ਇੱਥੇ ਹੋਇਆ, ਇੰਨਾ ਇੱਥੇ ਬਰਾਮਦ ਹੋਇਆ, ਇੰਨਾ ਇੱਥੇ ਬਰਾਮਦ ਹੋਇਆ। ਤੇ ਜਦੋਂ ਅਸੀਂ ਕਹਿੰਦਾ ਵੀ ਹਿਸਾਬ ਕਰਕੇ ਤੇ ਮਾਲਖਾਨੇ ਦੇ ਵਿੱਚ ਜਿਹੜੇ ਹਥਿਆਰ ਪਏ ਆ ਵੀ ਉਹਨਾਂ ਦੇ ਨਾਲ ਮਿਲਿਆ ਵੀ ਉਹ ਬਹੁਤ ਘੱਟ ਨਿਕਲ ਰਹੇ ਆ। ਸੋ ਇਸ ਕਰਕੇ ਵੀ ਪਲੀਜ਼ ਐਕਸਪਲੇਨ। ਪੇਪਰਾਂ 'ਚ ਜ਼ਿਆਦਾ ਆ
ਫਿਜ਼ੀਕਲੀ ਘੱਟ ਹੈ। ਫਿਜ਼ੀਕਲੀ ਘੱਟ ਆ। ਠੀਕ ਹੈ। ਤੇ ਕਿਉਂਕਿ ਹੁਣ ਛਾਪੇ ਮਾਰੀ ਜਾਂਦੇ, ਉਹੀ ਹਥਿਆਰ ਚੱਕ ਕੇ ਇੱਥੇ ਦਿਖਾਤੇ, ਉਹੀ ਉੱਥੇ ਦਿਖਾਤੇ। ਠੀਕ ਹੈ ਜੀ। ਤੇ ਝੂਠਾ ਸਭ ਕੁਝ ਸੀਗਾ। ਝੂਠਾ ਸੀਗਾ। ਸੋ ਉਹਨੇ ਕਰਤਾ, ਉਹ ਕਹਿੰਦਾ ਵੀ ਇਹ ਵੀ ਕਮ ਸੇ ਕਮ ਪਲੀਜ਼ ਐਕਸਪਲੇਨ ਵੀ ਇਹ ਭਈ ਇਹ ਜਿਹੜੀ ਡਿਸਕ੍ਰਿਪੈਂਸੀ ਆ, ਇਹ ਜਿਹੜਾ ਫਰਕ ਆ ਭਈ ਕਾਗਜ਼ਾਂ ਦੇ ਵਿੱਚ ਇੰਨੇ ਹਥਿਆਰ ਬਰਾਮਦ ਹੋਏ ਆ, ਇੱਥੇ ਇੰਨੇ ਪਏ ਆ, ਵੀ ਇਹ ਫਰਕ ਕਿਉਂ ਆ। ਉਹ ਮਤਲਬ ਇੰਨੀਆਂ ਕਿ ਭਾਜੜਾਂ ਪੈ ਗਈਆਂ ਸੀਗੀਆਂ ਸਰਕਾਰੀ ਹਲਕਿਆਂ ਦੇ ਵਿੱਚ, ਭਈ ਗੱਲ ਛੱਡ ਦਿਓ। ਉਹ ਫਿਰ ਕੀਤਾ ਕਿ ਉਹਨਾਂ ਨੇ ਡਰਾਮਾ ਵੀ ਕਹਿ ਲਓ ਵੀ ਛਾਤਰ ਤੇ ਉੱਧਰ ਵੀ ਬੈਠੇ ਆ ਬੇਈਮਾਨ, ਉਹਨਾਂ ਨੇ ਚੱਕ ਕੇ ਤੇ ਅਗੇ ਭਈ ਜਵਾਬ ਜਿਹੜਾ ਆ ਵੀ ਉਹਨਾਂ ਨੂੰ ਬਣਾ ਕੇ ਦੇ ਦਿੱਤਾ ਐਸਐਸਪੀਆਂ ਨੂੰ, ਸਾਰਿਆਂ ਨੂੰ। ਉਹਨਾਂ ਨੇ ਸਾਰਿਆਂ ਨੇ ਇੱਕੋ ਹੀ ਜਵਾਬ ਜਿਹੜਾ ਆ ਉਹ ਵਾਪਸ ਹੈੱਡਕੁਆਟਰ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਜੀ, ਵੀ ਅਗੇ ਭਈ ਹਥਿਆਰ ਜਿਹੜੇ ਆ ਭਈ ਇਹ 1988 ਤੋਂ ਬਾਅਦ ਵਾਲੇ ਆ। 1988 ਦੇ ਵਿੱਚ ਜਦੋਂ ਵੱਡੇ ਹੜ੍ਹ ਆਏ ਹੈਗੇ, ਉਹਨਾਂ ਦੇ ਵਿੱਚ ਹਥਿਆਰ ਜਿਹੜੇ ਆ ਵੀ ਉਹ ਤੇ ਰੁੜ ਗਏ ਸਾਰੇ। ਹਥਿਆਰ ਰੁੜ ਗਏ। ਮਤਲਬ ਹਥਿਆਰ ਕੋਈ ਇਦਾਂ ਮਾਮੂਲੀ ਜੀ ਇਦਾਂ ਰੋਡ ਕੇ ਕੋਈ ਸੰਭਾਲ ਨਹੀਂ, ਮਤਲਬ ਗਏ ਕਿੱਥੇ, ਕੀ ਹੋਇਆ, ਕੋਈ ਪਤਾ ਹੀ ਨਹੀਂ ਜੀ। ਜਿਹੇ ਜੀ ਰੋਡ ਕੇ ਕਿਸੇ ਦੇ ਹੱਥਾਂ 'ਚ ਲੱਗ ਗਏ ਹੋਣਗੇ, ਕੋਈ ਉਹਨੂੰ ਗਲਤ ਤਰੀਕੇ ਨਾਲ ਵਰਤ ਲਵੇ, ਪਤਾ ਹੀ ਨਹੀਂ ਬਸ। ਸੋ ਮਤਲਬ ਭਈ ਮਤਲਬ ਕੋਈ ਜਵਾਬਦੇਹੀ ਨਹੀਂ ਹੈ। ਇਹ ਇਹੋ ਜਿਹੇ ਆ ਵੀ ਜਿਹੜੇ ਨਾ ਬਕਵਾਸ ਕਰਦੇ ਆ ਭਈ ਜੀ ਇਹ ਤੇ ਕੰਮ ਸਰਕਾਰ ਦਾ ਆ, ਤੇ ਇਹ ਤੇ ਕੰਮ ਜੀ ਸਰਕਾਰ ਨੂੰ ਕਰਨਾ ਚਾਹੀਦਾ ਆ। ਸਰਕਾਰ ਆਹ ਕੰਮ ਕਰਦੀ ਆ ਭਈ ਜਦੋਂ ਸਰਕਾਰ ਬੇਈਮਾਨ ਹੋਵੇ, ਜਦੋਂ ਸਰਕਾਰ ਤੁਹਾਨੂੰ ਗੁਲਾਮ ਬਣਾ ਕੇ ਰੱਖ ਰਹੀ ਹੋਵੇ, ਤੁਸੀਂ ਸਰਕਾਰ ਤੋਂ ਨਹੀਂ ਹੋਪ ਕਰਦੇ ਹੁੰਦੇ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇਹ ਭਾਈ ਵੀ ਇਹ ਧਿਆਨ 'ਚ ਰੱਖੋ, ਜਦੋਂ ਤੁਹਾਨੂੰ ਵਰਗਲਾਉਣ ਲਈ, ਤੁਹਾਨੂੰ ਪੁੱਠੇ ਪਾਸੇ ਸੋਚਣ ਲਈ ਮਜਬੂਰ ਕੀਤਾ ਜਾਂਦਾ ਇੱਧਰੋਂ ਆ ਢੱਡਰੀਆਂ ਵਾਲੇ ਵੱਲੋਂ, ਤੇ ਇਹਦੇ ਜਿਹੜੇ ਕਹਿ ਲਿਓ ਵੀ ਕੁੱਤੇ ਦੀਆਂ ਪੂੰਛਾਂ ਆ, ਖੱਪ ਗ੍ਰੇਡ, ਇਹਨਾਂ ਵੱਲੋਂ ਜਿਹੜੇ ਇੱਦਾਂ ਦੇ ਘਟੀਆ ਜਿਹੜੀ ਆ ਵੀ ਸਟੇਟਮੈਂਟਾਂ ਘੜ ਕੇ ਤੇ ਦੇਤੀਆਂ ਜਾਂਦੀਆਂ, ਜਿਨ੍ਹਾਂ ਨੂੰ ਨਹੀਂ ਪਤਾ ਅਸਲੀਅਤ ਦਾ, ਉਹ ਕਹਿ ਦਿੰਦੇ ਆ ਵੀ ਹਾਂ ਵੀ ਇੱਦਾਂ ਹੀ ਆ, ਵੀ ਠੀਕ ਹੀ ਆ। ਬਿਲਕੁਲ। ਪਰ ਜਿਨ੍ਹਾਂ ਨੂੰ ਪਤਾ ਆ ਵੀ ਪਿੱਛੇ ਹੋ ਕੀ ਚੁੱਕਾ ਆ, ਕੀ ਹੋ ਚੁੱਕਾ, ਬਿਲਕੁਲ, ਸੋ ਉਹਨਾਂ ਨੂੰ ਫਿਰ ਸਾਫ਼ ਦਿਖਦਾ ਹੁੰਦਾ ਵੀ ਇਹ ਕਿੱਡੇ ਬੇਈਮਾਨ ਬੰਦੇ ਆ। ਨਹੀਂ ਭਾਈ, ਜਿੱਦਾਂ ਹੁਣ ਆਪ ਜੀ ਨੇ ਮੈਂਸ਼ਨ ਕੀਤਾ ਕਿ ਉਹ DIG ਲੈਵਲ ਦੇ ਬੰਦੇ ਸੀ ਜਿਨ੍ਹਾਂ ਨੂੰ ਖੁੱਡੇ ਲੈਣ ਲਾਤਾ, ADGP ਅਸਿਸਟੈਂਟ ਡਾਇਰੈਕਟਰ ਜਨਰਲ ਪੁਲਿਸ, ਤੇ ਕਹਿਣ ਦਾ ਭਾਵ ਹੈ ਕਿ ਏਡੀਆਂ ਵੱਡੀਆਂ ਪੋਜੀਸ਼ਨਾਂ ਤੇ ਬੈਠੇ ਇੱਧਰ ਆ ਜਸਟਿਸ ਅਜੀਤ ਸਿੰਘ ਬੈਂਸ ਹੈਗੀ ਆ, ਤੇ ਏਡੀਆਂ ਮਤਲਬ ਜੱਜ ਐਜ਼ ਅ ਜੱਜ ਰਿਟਾਇਰ ਹੋਏ ਹੈਗੇ ਆ, ਮਤਲਬ ਉਹ ਦੇਖ ਨਹੀਂ ਰਹੇ ਕਿ ਪੋਜੀਸ਼ਨ ਕਿੱਡੀ ਵੱਡੀ ਮਰਜ਼ੀ ਵੱਡੀ ਹੋਵੇ, ਮਤਲਬ ਦੇਖ ਰਹੇ ਕਿ ਜੇ ਚ ਮਾੜਾ ਜਿਹਾ ਵੀ ਸਿਧਾਂਤਕ ਕਿਣਕਾ ਹੈਗਾ ਹੈ ਤਾਂ ਉਹਨੂੰ ਖਤਮ ਕਿੱਦਾਂ ਕਰਨਾ ਹੈਗਾ, ਚਾਹੇ ਉਹਨੂੰ ਫਿਜ਼ੀਕਲੀ ਖਤਮ ਕਰਨਾ ਹੈ, ਚਾਹੇ ਉਹਨੂੰ ਮੈਂਟਲੀ ਟੌਰਚਰ ਕਰਕੇ ਖਤਮ ਕਰਨਾ ਹੈਗਾ ਆ। ਤੇ ਬੜੀ ਮਤਲਬ ਇਹ ਤਸ਼ੱਦਦ ਹੀ ਹੈ, ਹੋਰ ਕੀ ਹੈਗਾ ਹੈ। ਇਹ ਕੋਈ ਡੈਮੋਕ੍ਰੈਟਿਕ ਸਿਸਟਮ ਥੋੜਾ ਨਾ ਚੱਲ ਰਿਹਾ ਸੀ ਉੱਥੇ। ਦੋ ਪੱਧਰ ਬਣਾ ਦਿੱਤੇ ਉਹਨਾਂ ਨੇ ਸਿਟੀਜ਼ਨਸ਼ਿਪ ਦੇ ਜੀ। ਜੇ ਸਿੱਖਿਆ ਉਹ ਜਿੱਡੇ ਮਰਜ਼ੀ ਉਹ ਵੱਡੇ ਅਹੁਦੇ ਦੇ ਉੱਤੇ ਬੈਠਾ ਹੋਵੇ, ਉਹਨੂੰ ਜਿੱਦਾਂ ਮਰਜ਼ੀ ਉਹ ਟਰੀਟ ਕਰਨ, ਕੋਈ ਪੁੱਛਣੇ ਵਾਲਾ ਹੈ ਨਹੀਂ ਸਿਸਟਮ ਨੇ। ਔਰ ਉਹ ਚੀਜ਼ ਜਿਹੜੀ ਆ ਵੀ ਜਦੋਂ ਸਰਦਾਰ ਕਪੂਰ ਸਿੰਘ ਦਾ ਆਪਾਂ ਪੜ੍ਹਦੇ ਹਾਂ ਕਿੱਸਾ ਸਾਰਾ, ਭਈ ਕਿੱਦਾਂ ਉਹਨਾਂ ਨੂੰ ਜਿਹੜੀ IAS ਸੀਗੀ ਸਿਵਲ ਸਰਵਿਸ ਜੀ, ਉਹਦੇ ਵਿੱਚੋਂ ਕੱਢਿਆ ਗਿਆ, ਡਿਸਮਿਸ ਕੀਤਾ ਗਿਆ। ਤੇ ਉਹ ਹੀ ਉਹ ਤੋਂ ਵੀ ਉਹ ਫਿਰ ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰਿਟ ਕੀਤੀ, ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ। ਸੇਮ ਚੀਜ਼ ਕਿਸੇ ਬਾਹਮਣ ਦੇ ਨਾਲ, ਹਿੰਦੂ ਦੇ ਨਾਲ ਹੋਈ ਸਿਵਲ ਸਰਵਿਸ ਦੇ ਵਿੱਚ, ਉਹਨੇ ਸੇਮ ਆਰਗੂਮੈਂਟ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ, ਉਹਦੇ ਹੱਕ 'ਚ ਫੈਸਲਾ ਹੋ ਗਿਆ। ਨਹੀਂ ਭਾਈ, ਇਹ ਹੁਣ ਮੈਂ ਇੱਥੇ ਉਹੀ ਜਿਹੜਾ ਡਬਲ ਸਟੈਂਡਰਡ ਆ, ਹੁਣ ਜਦੋਂ ਸਰਕਾਰਾਂ ਅਣਮਨੁੱਖੀ ਤਸ਼ੱਦਦ ਕਰਦੀਆਂ ਆ, ਉਦੋਂ ਡੈਮੋਕ੍ਰੇਸੀ ਕਿੱਥੇ ਜਾਂਦੀ ਹੈ? ਉਦੋਂ ਇਹ ਅਪਗ੍ਰੇਡ ਰੋਲਾ ਕਿਉਂ ਨਹੀਂ ਪਾਉਂਦੇ, ਜਾਂ ਢੱਡਰੀਆਂ ਵਾਲਾ ਰੋਲਾ ਕਿਉਂ ਨਹੀਂ ਪਾਉਂਦੇ? ਜਦੋਂ ਸਿੱਖ ਉੱਧਰੋਂ ਜਾਂ ਹੋਰ ਖਾੜਕੂ ਜਾਂ ਉਹ ਕੋਈ ਇੱਦਾਂ ਦਾ ਐਕਸ਼ਨ ਲੈਂਦੇ ਆ, ਫਿਰ ਇਹ ਕਹਿੰਦੇ ਕਿ ਇਹ ਡੈਮੋਕ੍ਰੇਟਿਕ ਕੰਟਰੀ ਹੈ ਜੀ, ਇੱਥੇ ਡੈਮੋਕ੍ਰੇਟਿਕ ਵੇ ਨਾਲ ਤੁਸੀਂ ਆਪਣੇ ਹੱਕ ਮੰਗੋ। ਜਦੋਂ ਚਲੋ ਇਹ ਫਿਰ ਤੀਜੀ ਗੱਲ ਇਹ ਆ ਜਾਂਦੀ, ਜਦੋਂ ਹੁਣ ਅੱਜ ਦੇ ਜ਼ਮਾਨਿਆਂ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਜਦੋਂ ਡੈਮੋਕ੍ਰੇਟਿਕ ਵੇ ਨਾਲ ਹੱਕ ਮੰਗੇ ਜਾਂਦੇ ਆ, ਜਦੋਂ ਕਿਸਾਨਾਂ ਵੱਲੋਂ ਮੁਜ਼ਾਹਰਾ ਕੀਤਾ ਜਾਂਦਾ, ਉਹ ਫਿਰ ਗਲਤ ਨੇ, ਉਹਦੇ ਵੀ ਖਿਲਾਫ। ਇਹ ਕਿਹੜੇ ਪਾਸੇ ਨੇ ਬੰਦੇ, ਮਤਲਬ ਇਹਨਾਂ ਦਾ ਪਤਾ ਨਹੀਂ ਚੱਲਦਾ ਕਿੱਡੇ ਡਬਲ ਸਟੈਂਡਰਡ, ਟ੍ਰਿਪਲ ਸਟੈਂਡਰਡ ਹੈਗੇ ਆ। ਮਤਲਬ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ, ਕੋਈ ਸਟੈਂਡਰਡ ਹੀ ਹੈ ਨਹੀਂਗਾ, ਕੋਈ ਸਟੈਂਡਰਡ ਨਹੀਂ ਹੈਗਾ। ਯਾਨੀ ਕਿ ਜਿੱਧਰੋਂ ਦੀ ਬੁੱਕੀ ਪੈਣੀ ਹੈ ਉਧਰ ਨੂੰ ਪੂਛ ਹਿਲਾਂਡੇ ਇਹਨਾਂ ਨੇ ਤੁਰ ਪੈਣਾ ਹੈਗਾ। ਤੇ ਇਹ ਕੋਈ ਇੱਕ ਸਟੇਟਮੈਂਟ ਦਾ ਰੱਖੋ, ਤਾਂ ਕਹਿਣ ਦਾ ਭਾਵ ਹੈ ਕਿ ਨਹੀਂ ਭਾਈ, ਇਹ ਪੜ੍ਹ ਕੇ ਤਾਂ ਬੜਾ ਇਦਾਂ ਪੜ੍ਹ ਕੇ ਵੀ ਇਦਾਂ ਮਨ ਨੂੰ ਫੀਲ ਹੁੰਦਾ ਕਿ ਕਿੱਦਾਂ ਇਹਨਾਂ ਨੇ ਤਸ਼ੱਦਦ ਕੀਤਾ ਆ। ਬਿਲਕੁਲ। ਔਰ ਮੇਰਾ ਖਿਆਲ ਆਪਾਂ ਇਹ ਤੋਂ ਬਾਅਦ ਇੱਕ ਹੋਰ ਕਿਤਾਬ ਹੈਗੀ ਆ, ਟ੍ਰੈਜਡੀ ਆਫ ਪੰਜਾਬ ਜੀ, ਤੇ ਉਹਦਾ ਮੈਂ ਖਿਆਲ ਪੰਜਾਬੀ ਰੂਪਾਂਤਰ ਹੈਗਾ ਆ, ਟਰਾਂਸਲੇਸ਼ਨ ਪੰਜਾਬ ਦਾ ਦੁਖਾਂਤ ਜੀ। ਉਹ ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਦੀ ਲਿਖੀ ਹੋਈ ਆ, ਤੇ ਉਹ ਹੈਗੀ ਆ 85 ਜਾਂ 86 ਦੀ ਛਪੀ ਆ, 1985-86 ਦੀ ਜੀ। ਉਹਦੇ ਵਿੱਚ 84 ਤੱਕ ਜਾਂ 85 ਤੱਕ ਜੋ ਕੁਝ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ, ਉਹਦੇ ਬਾਰੇ ਆ। ਕੁਲਦੀਪ ਨਈਅਰ ਹਿੰਦੂ ਆ ਜੀ, ਖੁਸ਼ਵੰਤ ਸਿੰਘ ਜਿੰਨਾ ਕਿ ਸਿੱਖ ਸੀਗਾ ਉਹ ਸਾਰਿਆਂ ਨੂੰ ਪਤਾ ਜੀ। ਬਿਲਕੁਲ। ਸੋ ਉਹ ਕਿਤਾਬ ਇਸ ਕਰਕੇ ਇੰਪੋਰਟੈਂਟ ਆ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਦੋ ਗੈਰ ਸਿੱਖਾਂ ਵੱਲੋਂ ਲਿਖੀ ਗਈ ਆ ਕਿਤਾਬ,
ਔਰ ਫੇਰ ਵੀ ਤੁਸੀਂ ਪੜ੍ਹ ਕੇ ਹੈਰਾਨ ਹੁੰਨੇ ਆ ਭਈ ਉਹ ਸਿਰਫ ਕਿਉਂਕਿ ਦੋਵੇਂ ਜਰਨਲਿਸਟ ਸੀਗੇ ਇਸ ਕਰਕੇ ਵੀ ਉਹਨਾਂ ਨੇ ਔਰ ਸੀਗੇ ਵੀ ਦੋਵੇਂ ਸਰਕਾਰ ਪੱਖੀ ਜਰਨਲਿਸਟ ਭਈ ਉਹਨਾਂ ਦੀ ਸਰਕਾਰ ਪ੍ਰਸਤੀ ਉੱਤੇ ਜਾਂ ਕੋਈ ਸ਼ੱਕ ਨਹੀਂ ਜੀ। ਤੇ ਫੇਰ ਵੀ ਜਦੋਂ ਉਹ ਕਿਤਾਬ ਪੜ੍ਹਨੀ ਆ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਜੇ ਇਹ ਬੰਦੇ ਆ ਲਿਖ ਰਹੇ ਆ ਅਸਲੀਅਤ ਦੇਖੋ ਵੀ ਕਿੰਨੀ ਭਿਆਨਕ ਹੋਏਗੀ। ਸੋ ਉਹ ਚੀਜ਼ਾਂ ਜਿਹੜੀਆਂ ਵੀ ਤਾਂ ਕਰਕੇ ਕਿਤਾਬਾਂ ਬਹੁਤ ਇੰਪੋਰਟੈਂਟ ਜਿਹੜੀਆਂ ਵੀ ਇਹ ਸਾਨੂੰ ਨਹੀਂ ਬਿਲਕੁਲ ਭਾਜੀ ਬਹੁਤ ਇੰਪੋਰਟੈਂਟ ਨੇ। ਤੇ ਜਿਹੜੇ ਆ ਖੱਪਗ੍ਰੇਡ ਵਰਗੀ ਕਤੀੜ ਜਿਹੜੇ ਇੱਕ ਤਰ੍ਹਾਂ ਨਾਲ ਜੋ ਉਹਨਾਂ ਸਮਿਆਂ ਦੇ ਵਿੱਚ ਹੋਇਆ ਆ ਉਹਨੂੰ ਗਲਤ ਰੂਪ ਦੇ ਵਿੱਚ ਅੱਜ ਦੀ ਜਨਰੇਸ਼ਨ ਨੂੰ ਪੇਸ਼ ਕਰ ਰਹੇ ਆ ਤੇ ਉਤੋਂ ਪਰਦਾ ਚੱਕਣਾ ਵੀ ਬੜਾ ਜ਼ਰੂਰੀ ਹੈਗਾ ਹੈ। ਬਿਲਕੁਲ ਜੀ। ਤੇ ਅੱਗੇ ਭਾਜੀ ਉਹ ਲਿਖਦੇ ਹਨ ਇੱਥੇ ਹੁਣੇ ਉਹਨਾਂ ਨੇ ਮਿਜ਼ਾਈਲ ਦਸਤੇ ਦੀ ਗੱਲ ਕੀਤੀ ਸੀ ਜਿੱਥੇ ਉਹ ਦੱਸਦੇ ਨੇ ਕਿ ਉਹ ਗੋਲੀਆਂ ਮਾਰ ਕੇ ਉਹਨਾਂ ਨੂੰ ਨੌਜਵਾਨਾਂ ਨੂੰ ਸ਼ਰੇਆਮ ਉਹਨਾਂ ਦੀ ਮ੍ਰਿਤਕ ਦੇਹਾਂ ਚੁੱਕ ਲਿਆਉਂਦੇ ਸਨ। ਅੱਗੇ ਲਿਖਦੇ ਹਨ ਕਿ ਪੰਜਾਬ ਅੰਦਰ ਤਾਇਨਾਤ ਪੁਲਿਸ ਫੌਜ ਤੇ ਨੀਮ ਫੌਜੀ ਦਸਤੀਆਂ ਦੀ ਨਫਰੀ 5 ਲੱਖ ਦੇ ਕਰੀਬ ਪਹੁੰਚੀ ਹੋਈ ਹੈ। ਪੰਜਾਬ ਨੂੰ ਇੱਕ ਵੱਡੇ ਤਸੀਹਾ ਕੇਂਦਰ 'ਚ ਤਬਦੀਲ ਕਰ ਰੱਖਿਆ ਹੈ। ਇਸ ਦਾ ਬਾਹਰ ਦੇ ਸੰਸਾਰ ਨਾਲੋਂ ਅਜੇ ਵੀ ਰਾਬਤਾ ਤੋੜ ਰੱਖਿਆ ਹੋਇਆ ਹੈ। ਜੀ ਹੁਣ ਇਹਦੇ ਬਾਰੇ ਤੁਸੀਂ ਦੇਖੋ ਵੀ 5 ਲੱਖ ਜਿਹੜਾ ਫੌਜੀ ਜਾਂ ਪੁਲਿਸ ਤੇ ਨੀਮ ਪੁਲਿਸ ਤੇ ਫੌਜੀ ਜਿਹੜਾ ਦਸਤਾ ਸੀਗਾ ਜੀ 5 ਲੱਖ ਬੰਦੇ ਦੀਆਂ ਜਿਹੜੀਆਂ ਤਨਖਾਹਾਂ ਸੀਗੀਆਂ ਸਾਰੀਆਂ ਉਹ ਪੰਜਾਬ ਦੇ ਖਜ਼ਾਨੇ 'ਚੋਂ ਜਾ ਰਹੀਆਂ ਸੀ। ਮਤਲਬ ਪੰਜਾਬ ਤੇ ਭਾਰ ਪੈ ਰਿਹਾ ਸੀਗਾ ਔਰ ਉਹ ਹਜ਼ਾਰਾਂ ਕਰੋੜ ਦਾ ਜਿਹੜਾ ਕਰਜ਼ਾ ਸੀਗਾ ਉਹ ਸਰਕਾਰ ਨੇ ਮਾਫ ਨਹੀਂ ਕੀਤਾ ਹੋਇਆ ਅਜੇ ਵੀ ਨਹੀਂ ਕੀਤਾ ਹੋਇਆ। ਔਰ ਸਰਕਾਰ ਨੇ ਆਪ ਹੀ ਸਾਰੀ ਖੇਡ ਜਿਹੜੀ ਰਚੀ ਜੀ ਆਪੇ ਕਰਜ਼ਾ ਚੜਾਤਾ ਪੰਜਾਬ ਦੇ ਸਿਰ। ਇਸ ਵੇਲੇ ਪਤਾ ਨਹੀਂ 20,000 ਕਰੋੜ ਕੇ ਕਿੰਨਾ ਹੋਇਆ ਅੱਜ ਕਰਜ਼ਾ ਉਹ। ਠੀਕ ਹੈ ਭਈ ਜਿਹੜੀਆਂ ਆ ਵੀ ਕਿਸ਼ਤਾਂ ਹੀ ਜਾਂਦੀਆਂ ਰਹਿੰਦੀਆਂ ਇੰਟਰਸਟ ਦੀਆਂ। ਔਰ ਗੱਲ ਕੀਤੀ ਜਾਂਦੀ ਆ ਵੀ ਵੀ ਇੰਡੀਆ ਦੀ ਇੰਟੈਗਰਿਟੀ ਦਾ ਸਵਾਲ ਸੀਗਾ ਤੇ ਤਾਂ ਕਰਕੇ ਸਾਰੇ ਇੰਡੀਆ ਨੇ ਰਲ ਕੇ ਤੇ ਐਂ ਕੀਤਾ ਤੇ ਉਹ ਕੀਤਾ। ਉਹ ਕਰਜ਼ਾ ਸਾਰਾ ਪੰਜਾਬ ਦੇ ਉੱਤੇ ਚੜਿਆ ਔਰ ਉਹ ਸਾਰਾ ਕੁਝ ਜਿਹੜਾ ਭਈ ਰਾਸ਼ਟਰਪਤੀ ਰਾਜ ਸੀਗਾ ਇਹ ਵੀ ਨਹੀਂ ਵੀ ਪੰਜਾਬ ਦੇ ਚੁਣੇ ਨੁਮਾਇੰਦਿਆਂ ਦਾ ਸੀਗਾ ਉਹ ਵੀ ਨਹੀਂ ਰਾਸ਼ਟਰਪਤੀ ਦਾ ਰਾਜ ਆ। ਕਰਜ਼ਾ ਜਿਹੜਾ ਉਹ ਪੰਜਾਬ ਸਿਰ ਚੜ ਰਿਹਾ ਮੈਨੂੰ ਲੱਗਦਾ ਹੋਰ ਕਿਸੇ ਸਟੇਟ ਨਾਲ ਇਦਾਂ ਹੋਇਆ ਹੋਣਾ ਨਾ ਜੀ। ਸੋ ਮਤਲਬ ਭਈ ਇਹ ਸਾਰਾ ਕੁਝ ਜਿਹੜਾ ਆ ਵੀ ਇਹ ਦਿਮਾਗ 'ਚ ਰੱਖੋ ਵੀ ਕਿਵੇਂ ਉਹ ਹਰੇਕ ਪੱਖ ਤੋਂ ਫਾਈਨੈਂਸ਼ੀਅਲ ਹੋ ਗਿਆ ਯੂਥ ਹੋਰ ਹਰੇਕ ਪੱਖ ਜਿਹੜਾ ਆ ਵੀ ਉੱਥੋਂ ਕਿਵੇਂ ਉਹ ਤੁਹਾਨੂੰ ਕੰਗਾਲ ਕਰਨ ਦੇ ਉੱਤੇ ਲੱਗੇ ਹੋਏ ਆ ਪਿਛਲੇ 50 ਸਾਲਾਂ ਤੋਂ 17 ਸਾਲਾਂ ਤੋਂ ਜੀ। ਤੇ ਬੇਨਤੀ ਦੇ ਬਾਵਜੂਦ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਪੰਜਾਬ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਹਾਂ ਹੁਣ ਉਹ ਇਹ ਗੱਲ ਹੈਗੀ ਆ ਵੀ 94-95 ਦੀ ਆ ਮੇਰੇ ਖਿਆਲ ਨਾਲ ਜੀ। ਤੇ ਉਹ ਤੋਂ ਬਾਅਦ ਤੁਸੀਂ ਅੱਜ ਵੇਖ ਲਓ ਵੀ ਮੇਰੇ ਖਿਆਲ 2 ਸਾਲ ਪੁਰਾਣੀ ਖਬਰ ਆ ਭਈ ਜਦੋਂ ਮੋਦੀ ਦੀ ਸਰਕਾਰ ਨੇ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਆ ਜੀ ED ਉਹਦੇ ਛਾਪੇ ਛੁਪੇ ਮਾਰੇ ਆ ਸਾਰੇ ਥਾਵਾਂ ਦੇ ਉੱਤੇ ਤੇ ਐਮਨੈਸਟੀ ਇੰਟਰਨੈਸ਼ਨਲ ਵਾਲਿਆਂ ਨੇ ਆਪਣਾ ਦਫ਼ਤਰ ਜਿਹੜਾ ਸੀਗਾ ਇੰਡੀਆ ਦੇ ਵਿੱਚੋਂ ਉਹ ਬੰਦ ਹੀ ਕਰ ਦਿੱਤਾ। ਓਕੇ ਟੋਟਲੀ ਠੀਕ ਹੈ। ਇਹ ਉਦੋਂ ਦੀ ਗੱਲ ਆ ਵੀ ਜਦੋਂ ਐਮਨੈਸਟੀ ਇੰਟਰਨੈਸ਼ਨਲ ਦਿੱਲੀ ਬੈਠੀ ਹੁੰਦੀ ਸੀ ਪਰ ਉਹਨੂੰ ਪੰਜਾਬ ਦੇ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਜੰਮੂ ਕਸ਼ਮੀਰ 'ਚ ਜਾਣ ਦੀ ਆਗਿਆ ਨਹੀਂ। ਹੁਣ ਉਹਨਾਂ ਨੇ ਇੱਥੇ ਤੱਕ ਫੋਰਸ ਕਰ ਦਿੱਤਾ ਉਹਨਾਂ ਨੂੰ ਵੀ ਉਹਨਾਂ ਲਈ ਇੰਡੀਆ ਦੇ ਵਿੱਚ ਆਪਰੇਟ ਕਰਨਾ ਵੀ ਔਖਾ ਹੋ ਗਿਆ। ਠੀਕ ਅੱਜ ਦੇ ਸਮੇਂ 'ਚ ਵੀ ਉਹ ਦਿੱਲੀ ਵੀ ਬੈਠਣ ਜੋਗੇ ਨਹੀਂ ਛੱਡੇ ਉਹਨਾਂ ਨੇ ਉਹ ਉੱਥੋਂ ਵੀ ਉਹਨਾਂ ਦਾ ਦਫ਼ਤਰ ਜਿਹੜਾ ਬੰਦ ਕਰਵਾ ਦਿੱਤਾ ਗਿਆ। ਹੁਣ ਤਾਂ ਵੈਸੇ ਹੀ ਭਾਜੀ ਜਿੰਨਾ ਵੀ ਮੀਡੀਆ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਡੈਮੋਕ੍ਰੈਟਿਕ ਸਿਸਟਮ ਦਾ ਇੱਕ ਵੱਡਾ ਪਾਰਟ ਆ ਉਹ ਤਾਂ ਬਿਲਕੁਲ ਸਰਕਾਰੀ ਹੋਇਆ ਸਾਰਾ ਸਰਕਾਰੀ 2-4 ਪੱਤਰਕਾਰਾਂ ਨੂੰ ਛੱਡ ਕੇ। ਤੇ ਰੌਲਾ ਅਜੇ ਵੀ ਇਹ ਪਾਇਆ ਜਾਂਦਾ ਵੀ ਇੰਡੀਆ ਜੀ ਇਹ ਦੁਨੀਆ ਦੀ ਬਿਗੇਸਟ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਤਾਂ ਰਹੀ ਨਹੀਂ ਹੁਣ ਉਹ ਤਾਂ ਇੱਕ ਫਾਲਸ ਸਟੇਟਮੈਂਟ ਹੈ। ਹਾਂ ਟੋਟਲੀ ਫਾਲਸ ਸਟੇਟਮੈਂਟ ਹੈ। ਟਾਡਾ NSA ਆਰਮਡ ਫੋਰਸ ਸਪੈਸ਼ਲ ਪਾਵਰਸ ਐਕਟ ਵਰਗੇ ਕਾਲੇ ਕਾਨੂੰਨ ਅਜੇ ਵੀ ਪੰਜਾਬ ਅੰਦਰ ਲਾਗੂ ਹਨ। ਮਤਲਬ ਟਾਡਾ ਵਰਗੇ ਟਾਡਾ ਬੰਦ ਹੋ ਗਿਆ ਸੀ ਤੇ ਹੁਣ ਆ UAPA ਆਇਆ ਜਿਹੜਾ ਟਾਡਾ ਨਾਲੋਂ ਵੀ ਖਤਰਨਾਕ ਹੈਗਾ। ਬਿਲਕੁਲ ਜੀ ਬਿਲਕੁਲ। ਹੁਣ ਜਦੋਂ ਟਾਡਾ ਆਇਆ ਸੀ ਨਾ ਉਸ ਵੇਲੇ ਆਰਗੂਮੈਂਟ ਜਿਹੜਾ ਆ ਉਹ ਇਹ ਸੀਗਾ ਭਈ 2-4 ਡਿਬੇਟਾਂ ਜਦੋਂ ਕਾਲਜ ਵਿੱਚ ਹੋਈਆਂ ਨਾ ਜੀ ਤੇ ਉੱਥੇ ਅਸੀਂ ਇਹ ਆਰਗੂਮੈਂਟ ਰੱਖਿਆ ਸੀਗਾ ਭਈ ਆਪਾਂ ਕਹਿੰਦੇ ਆ ਵੀ 47 'ਚ ਆਜ਼ਾਦ ਹੋ ਗਏ ਜੀ ਤੇ ਜਦੋਂ 47 ਤੋਂ ਪਹਿਲਾਂ ਜੀ ਆਜ਼ਾਦੀ ਸੰਗਰਾਮ ਦੀ ਗੱਲ ਕਰਦੇ ਆ ਜੀ ਉਹਦੇ ਵਿੱਚ ਇਹ ਕਿਹਾ ਜਾਂਦਾ ਜੀ ਵੀ 1919 ਦੇ ਵਿੱਚ ਰੌਲਟ ਐਕਟ ਲੱਗਾ ਜੀ ਉਹਦੇ ਵਿੱਚ ਪ੍ਰੋਟੈਸਟ ਜਿਹੜਾ ਹੋਇਆ ਇੱਦਾਂ ਹੋਇਆ ਤੇ ਉੱਥੋਂ ਬਸ ਫਿਰ ਜਿਹੜੀ ਆ ਵੀ ਫਰੀਡਮ ਸਟਰਗਲ ਜੀ ਵੀ ਉਹਨੂੰ ਤਾਕਤ ਮਿਲੀ ਜੀ। ਮੈਂ ਕਿਹਾ ਵੀ ਇੱਕ ਪਾਸੇ ਰੌਲਟ ਐਕਟ ਰੱਖ ਲਓ ਜੀ ਦੂਜੇ ਪਾਸੇ ਟਾਡਾ ਰੱਖ ਲਓ ਜੀ ਦੋਵਾਂ ਨੂੰ ਕੰਪੇਅਰ ਕਰ ਲਓ ਵੀ ਜ਼ਿਆਦਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਤਲ ਕਰਦਾ ਤੇ ਜ਼ਿਆਦਾ ਖਤਰਨਾਕ ਜਿਹੜਾ ਆ ਡਿਕਟੇਟੋਰੀਅਲ ਉਹ ਕਿਹੜਾ ਆ। ਬਿਲਕੁਲ। ਔਰ ਉਹ ਟਾਡਾ ਜਿਹੜਾ ਆ ਰੌਲਟ ਐਕਟ ਨਾਲੋਂ ਕਿਤੇ ਜ਼ਿਆਦਾ ਮਤਲਬ ਦਰਿੰਦਗੀ ਵਾਲਾ ਕਾਨੂੰਨ ਸੀਗਾ। ਕੋਈ ਸ਼ੱਕ ਨਹੀਂ। ਸੋ ਫਿਰ ਤੁਸੀਂ ਇਹ ਕਿੱਦਾਂ ਕਹਿ ਸਕਦੇ ਵੀ 47 ਤੋਂ ਪਹਿਲਾਂ ਤੇ ਅਸੀਂ ਗੁਲਾਮ ਸੀਗੇ
47 ਤੋਂ ਬਾਅਦ ਅਸੀਂ ਆਜ਼ਾਦ ਹੋ ਗਏ ਆ। ਸੋ ਇਸ ਕਰਕੇ ਵੀ ਟਾਡਾ ਜਿਹੜਾ ਆ ਵੀ ਹੁਣ ਠੀਕ ਆ। ਨਹੀਂ, ਸਾਨੂੰ ਤਾਂ ਭਾਜੀ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਦਾ ਫਰਕ ਵੀ ਸਮਝਣਾ ਪੈਣਾ ਆ, ਸਿੱਖਣਾ ਪੈਣਾ ਆ। ਤੇ ਹੁਣ ਤੁਸੀਂ ਇਹ ਦੇਖ ਲਓ ਵੀ ਟਾਡਾ ਜਿਹੜਾ ਆ ਵੀ ਉਹ 80ਵੇਂ 90ਵੇਂ ਚ ਲੱਗਦਾ ਸੀ ਜੀ, ਤੇ ਅੱਜ ਜਿਹੜਾ UAPA ਲਾਇਆ ਆ ਹੁਣ ਮਾੜਾ ਜਿਹਾ ਕੋਈ ਕੁਸਕ ਕੇ ਵਿਖਾ ਦੇ, ਵੇਖ ਲਓ। ਸਹੀ ਗੱਲ ਹੈ ਜੀ। ਅੱਗੇ ਲਿਖਦੇ ਹਨ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਹੱਕ ਖੋਹ ਲਏ ਹਨ। ਸੁਪਰੀਮ ਕੋਰਟ ਤੇ ਹਾਈ ਕੋਰਟਾਂ ਮੁੱਖ ਦਰਸ਼ਕ ਬਣੀਆਂ ਬੈਠੀਆਂ ਹਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀਆਂ। ਸੁਪਰੀਮ ਕੋਰਟ ਨੇ ਟਾਡਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਫੈਸਲਾ ਦੇਣ ਲਈ 6 ਸਾਲਾਂ ਤੋਂ ਵੀ ਵੱਧ ਸਮਾਂ ਲਾ ਦਿੱਤਾ ਅਤੇ ਜੋ ਫੈਸਲਾ ਦਿੱਤਾ ਉਸ ਨੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ। ਮੇਰੇ ਮਾਮਲੇ ਵਿੱਚ ਵੀ ਸ਼੍ਰੀ ਨਿਰਮਲ ਕੁਮਾਰ ਮੁਖਰਜੀ, ਸਾਬਕਾ ਗਵਰਨਰ ਪੰਜਾਬ, RS ਨਰੂਲਾ, ਸਾਬਕਾ ਚੀਫ ਜਸਟਿਸ ਪੰਜਾਬ ਹਾਈ ਕੋਰਟ, ਪਤਵੰਤ ਸਿੰਘ, ਇੰਦਰ ਮੋਹਨ ਅਤੇ ਰਜਨੀ ਕੋਠਾਰੀ ਵਰਗੇ ਅਹਿਮ ਸ਼ਹਿਰੀਆਂ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ 1.5 ਵਰ੍ਹਾ ਲੰਘ ਜਾਣ ਦੇ ਬਾਵਜੂਦ ਵੀ ਸੁਣਵਾਈ ਦੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਆ ਦੇਖ ਲਓ, ਇਹ ਕਾਨੂੰਨੀ ਸਿਸਟਮ ਆ, ਕਾਨੂੰਨੀ ਸਿਸਟਮ ਇੰਡੀਆ ਦਾ। ਭਈ ਜਦੋਂ ਅਗਲਿਆਂ ਨੇ ਭਈ ਤੁਹਾਨੂੰ ਖੱਜਲ ਕਰਨਾ ਆ, ਤੁਹਾਡੇ ਹੱਕਾਂ ਤੇ ਡਾਕਾ ਮਾਰਨਾ ਆ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿਹਦੇ ਅਪਗ੍ਰੇਡ ਗੁਣ ਗਾਣ ਮਤਲਬ ਥੱਕਦੇ ਨਹੀਂ ਜਿਹਦੇ ਗੁਣ ਗਾਣ। ਬਿਲਕੁਲ। ਸੋ ਉਹ ਉੱਥੋਂ ਤੁਸੀਂ ਭਾਈ ਹਿਸਾਬ ਲਾਓ ਵੀ ਇਹ ਕਿਹੜੇ ਬੰਦੇ ਨੇ ਵੀ ਜਿਹੜੇ ਸਰਕਾਰ ਦੀ ਹਮਾਇਤ, ਇਹੋ ਜੀ ਸਰਕਾਰ ਦੀ ਹਮਾਇਤ ਕਰ ਰਹੇ ਨੇ। ਬਿਲਕੁਲ। ਬੇਅੰਤ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਆਲਾ ਦਰਜੇ ਦੀ ਜ਼ਾਲਮ ਤੇ ਭ੍ਰਿਸ਼ਟ ਹਕੂਮਤ ਸਿੱਧ ਹੋ ਚੁੱਕੀ ਹੈ। 19 ਫਰਵਰੀ 1992 ਦੀਆਂ ਚੋਣਾਂ ਦਾ 95% ਲੋਕਾਂ ਨੇ ਬਾਈਕਾਟ ਕੀਤਾ ਸੀ। ਇਸ ਕਰਕੇ ਇਸ ਸਰਕਾਰ ਨੂੰ ਲੋਕਾਂ ਦੀ ਨੁਮਾਇੰਦਾ ਸਰਕਾਰ ਕਹਿਣਾ ਲੋਕ ਰਾਜੀ ਪ੍ਰਣਾਲੀ ਨਾਲ ਕੋਝਾ ਮਜ਼ਾਕ ਹੈ। ਬਿਲਕੁਲ। ਕੇਂਦਰ ਸਰਕਾਰ ਨੇ ਪੰਜਾਬ ਨੂੰ ਆਪਣੀ ਬਸਤੀ ਅਤੇ ਗੁਲਾਮ ਰਾਜ ਵਿੱਚ ਤਬਦੀਲ ਕਰ ਰੱਖਿਆ ਹੈ। ਪੰਜਾਬ ਦੇ ਲੋਕਾਂ ਦਾ ਇਸ ਦੇ ਕੁਦਰਤੀ ਸਾਧਨਾਂ ਤੇ ਕੋਈ ਕੰਟਰੋਲ ਨਹੀਂ। ਇਹਨਾਂ ਉੱਤੇ ਕੇਂਦਰ ਦਾ ਜੱਫਾ ਵੱਜਿਆ ਹੋਇਆ ਹੈ। ਇੱਥੇ ਚੋਣਾਂ ਨਿਰਪੱਖ ਜਾਂ ਆਜ਼ਾਦ ਨਹੀਂ ਹੋਈਆਂ। ਕਿਸੇ ਵੀ ਗੈਰ ਕਾਂਗਰਸੀ ਸਰਕਾਰ ਨੂੰ ਆਪਣੀ ਮਿਆਦ ਪੂਰੀ ਨਹੀਂ ਕਰਨ ਦਿੱਤੀ ਗਈ। ਪਿਛਲੇ ਇੱਕ ਦਹਾਕੇ ਦੌਰਾਨ ਬਹੁਤਾ ਸਮਾਂ ਰਾਜ ਨੂੰ ਕੇਂਦਰ ਦੇ ਸਿੱਧੇ ਕੰਟਰੋਲ ਹੇਠ ਰੱਖਿਆ ਗਿਆ। ਪੰਜਾਬ ਦੇ ਲੋਕਾਂ ਨੂੰ ਸਮਾਜਕ, ਆਰਥਿਕ ਤੇ ਸਿਆਸੀ ਇਨਸਾਫ ਤੋਂ ਵਾਂਝਿਆ ਰੱਖਿਆ ਗਿਆ। ਇਸ ਦੇ ਲੋਕਾਂ ਨੂੰ ਜਿਉਣ ਦੇ ਅਧਿਕਾਰ ਤੋਂ ਅਤੇ ਆਜ਼ਾਦੀ ਤੇ ਖੁਸ਼ਹਾਲੀ ਮਾਣਨ ਤੋਂ ਵਾਂਝਿਆ ਰੱਖਿਆ ਹੈ। ਉਹਨਾਂ ਤੇ ਰਾਜ ਸਹਿਮਤੀ ਨਾਲ ਨਹੀਂ, ਡੰਡੇ ਨਾਲ ਕੀਤਾ ਜਾ ਰਿਹਾ ਹੈ। ਇਹ ਧੱਕੇ, ਧੌੜੇ ਤੇ ਬੇਇਨਸਾਫੀਆਂ ਹੀ ਹਨ ਜਿਨ੍ਹਾਂ ਨੇ ਪੰਜਾਬ ਨੂੰ ਪੂਰੇ 10 ਵਰ੍ਹੇ ਲੱਟ ਬਲ ਦੇ ਸੀਵੇ 'ਚ ਤਬਦੀਲ ਕਰੀ ਰੱਖਿਆ। ਪੰਜਾਬ ਅੰਦਰ ਜਿਸ ਅਮਨ, ਚੈਨ ਅਤੇ ਸ਼ਾਂਤੀ ਦੇ ਪਰਤ ਆਉਣ ਦੇ ਬੁਲੰਦ ਬਾਗ ਦਾਅਵੇ ਕੀਤੇ ਜਾ ਰਹੇ ਹਨ, ਇਹ ਸ਼ਾਂਤੀ ਕਬਰਸਤਾਨ ਦੀ ਸ਼ਾਂਤੀ ਤੋਂ ਵੱਧ ਕੁਝ ਨਹੀਂ ਹੈ। ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਸਮਾਜਕ, ਆਰਥਿਕ ਤੇ ਸਿਆਸੀ ਖੇਤਰ ਅੰਦਰ ਪੂਰਾ ਹੱਕ ਤੇ ਇਨਸਾਫ ਨਸੀਬ ਨਹੀਂ ਹੁੰਦਾ ਅਤੇ ਜਿੰਨਾ ਚਿਰ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਖਤਮ ਨਹੀਂ ਹੁੰਦੀਆਂ, ਉਨਾ ਚਿਰ ਕਿਸੇ ਸ਼ਾਂਤੀ ਜਾਂ ਖੁਸ਼ੀਆਂ ਖੇੜੇ ਦੀ ਤਵੱਕੋ ਕਰਨੀ ਇਤਿਹਾਸ ਦੇ ਪ੍ਰਤੀ ਨਾਸਮਝੀ ਦਾ ਪ੍ਰਗਟਾਵਾ ਕਰਨਾ ਹੈ। ਅਜੀਤ ਸਿੰਘ ਬੈਂਸ, ਚੰਡੀਗੜ੍ਹ, 15 ਮਈ 1994। ਜੀ ਬਿਲਕੁਲ ਜੀ। ਔਰ ਇਹ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਸਿਰਫ 2-3 ਪੰਨੇ ਦੀ ਸ਼ੁਰੂਆਤੀ ਭੂਮਿਕਾ ਆ ਜੀ, ਤੇ ਅੱਗੇ ਦੇਖੋ ਵੀ ਕੀ ਕੁਛ ਹੋਣਾ। ਔਰ ਉਹ ਵੀ ਸਿਰਫ ਇੱਕ ਮਾਤਰ ਝਾਕੀ ਆ ਜੀ, ਵੀ ਇਹ ਵੀ ਨਿਗਾ ਵੀ ਸਾਰਾ ਕੁਝ ਉਹਨਾਂ ਨੇ ਕਵਰ ਕੀਤਾ। ਹਾਂਜੀ, 2 ਪੰਨੇ ਹੀ ਪੜ੍ਹੇ। ਹਾਂ, ਸੋ ਮਤਲਬ ਇਹ ਨਹੀਂ, ਇੱਕ ਤੇ ਈਵਨ ਪੂਰੀ ਦੀ ਪੂਰੀ ਕਿਤਾਬ ਜਿਹੜੀ ਆ ਹਾਂਜੀ ਉਹ ਵੀ ਸਿਰਫ ਇੱਕ ਝਾਕੀ ਆ, ਕਿਉਂਕਿ ਉਹ ਇੱਕ ਬੰਦੇ ਦਾ ਕੰਮ ਹੈ ਨਹੀਂ ਗਾ ਇਹ ਵੀ ਪੋਸੀਬਲ ਹੋਵੇ ਵੀ ਉਹ ਸਾਰਾ ਕੁਝ ਜੋ ਪੰਜਾਬ 'ਚ ਹੋਇਆ ਵੀ ਉਹਨੂੰ ਉਹ ਡਾਕੂਮੈਂਟ ਕਰ ਸਕੇ। ਬਿਲਕੁਲ। ਸੋ ਉਹ ਮਤਲਬ ਵੀ ਇਹ ਬਹੁਤ ਕੰਮ ਜਿਹੜਾ ਅਜੇ ਵੀ ਹੋਣ ਵਾਲਾ ਆ, ਵੀ ਜਿਹੜਾ ਵੀ ਅਸੀਂ ਜੇ ਹੋਰ ਨਹੀਂ ਤਾਂ ਕੁਛ ਉਹ ਪਰਿਵਾਰਾਂ ਦਾ ਹੀ ਨਾਮ ਤੇ ਸਾਰੀ ਡਿਟੇਲ ਜਿਹੜੀ ਆ ਵੀ ਉਹ ਸੇਵ ਕਰ ਲਈਏ ਵੀ ਜਿਨ੍ਹਾਂ ਨੂੰ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਉਡਾ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ। ਸੋ ਉਹ ਸਾਰਾ ਕੁਝ ਜਿਹੜਾ ਆ ਭਾਈ ਵੀ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ। ਬਿਲਕੁਲ। ਵੀ ਔਰ ਦੂਜਾ ਇਹ ਆ ਵੀ ਅਗਲੀਆਂ ਜਨਰੇਸ਼ਨਾਂ ਤੱਕ
ਇਹਨੂੰ ਪਾਸ ਔਨ ਕਰਨਾ ਵੀ ਕੀ ਕੁਛ ਹੋ ਚੁੱਕਿਆ, ਕੀ ਕੁਛ ਸਾਡੇ ਨਾਲ ਇਤਿਹਾਸ 'ਚ ਵਾਪਰਿਆ। ਸੋ ਜਿਹੜੇ ਇਹ ਵਰਗਲਾਉਣ ਵਾਲੇ ਬੈਠੇ ਆ ਭਈ ਜਿਹੜੇ ਬਕਵਾਸ ਕਰ ਕਰਕੇ ਤੇ ਨਵੀਆਂ ਨਿੱਤ ਬੇਈਮਾਨੀ ਵਾਲੀਆਂ ਸਟੇਟਮੈਂਟਾਂ ਘੜ ਕੇ ਤੇ ਰੱਖ ਦਿੰਦੇ ਆ ਜੀ, ਭਈ ਉਹਨਾਂ ਤੋਂ ਵੀ ਅਗਾਹ ਤਾਂ ਹੀ ਹੋ ਸਕਦੇ ਆ ਵੀ ਜੇ ਤੁਹਾਨੂੰ ਪਤਾ ਹੋਵੇ ਵੀ ਅਸਲੀਅਤ ਕੀ ਆ। ਬਿਲਕੁਲ ਜੀ, ਬਿਲਕੁਲ। ਤਾਂ ਹੀ ਪਤਾ ਲੱਗਦਾ ਵੀ ਇਹ ਬੰਦਾ ਬਈ ਸਾਰੇ ਆਮ ਬੇਈਮਾਨ ਝੂਠ ਬੋਲੀ ਜਾਂਦਾ। ਤੇ ਦੂਜਾ ਮੇਰਾ ਖਿਆਲ ਆਪਾਂ ਥੋੜੀ ਜਿਹੀ ਗੱਲ ਉਹਨਾਂ ਦੀ ਵੀ ਕਰ ਲਈਏ ਵੀ ਆਪਣੇ ਜਿਹੜੇ ਜਗਰੂਪ ਸਿੰਘ ਹੋਣੀ ਆ ਇੰਗਲੈਂਡ ਵਾਲੇ ਵੀ ਜਿਨ੍ਹਾਂ ਨੇ ਨਵੀਂ ਵੀਡੀਓ ਕੱਢੀ ਆ ਜੀ, ਤੇ ਉਹ ਹੁਣ ਵੀ ਮਤਲਬ ਅਸੀਂ ਪਰਸਨਲੀ ਨਾ ਜਗਰੂਪ ਸਿੰਘ ਨੂੰ ਜਾਣਦੇ ਹਾਂ ਤੇ ਨਾ ਹੀ ਪਰਸਨਲੀ ਪ੍ਰਭਦੀਪ ਸਿੰਘ ਨੂੰ ਜਾਂ ਬਖਸ਼ੀਸ਼ ਸਿੰਘ ਨੂੰ ਜਾਣਦੇ ਹਾਂ ਜੀ, ਪਰ ਇੱਕ ਗੱਲ ਜ਼ਰੂਰ ਹੈਗੀ ਆ ਭਈ ਇਹ ਵੀਰ ਜਗਰੂਪ ਸਿੰਘ ਨੂੰ ਵੀ ਬੇਨਤੀ ਆ ਭਈ ਜਿਨ੍ਹਾਂ ਨੇ ਜੱਜ ਕਰਨਾ ਹੈ ਨਾ ਭਈ ਜੋ ਤੁਸੀਂ ਕਿਹਾ ਵੀਡੀਓ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਨਾ ਤੁਹਾਨੂੰ ਜਾਣਦੇ ਆ ਤੇ ਨਾ ਪ੍ਰਭਦੀਪ ਸਿੰਘ ਨੂੰ ਤੇ ਬਖਸ਼ੀਸ਼ ਸਿੰਘ ਨੂੰ ਜਾਣਦੇ ਆ। ਸੋ ਉਹਨਾਂ ਨੇ ਜੱਜ ਇਸ ਬੇਸਿਸ ਦੇ ਉੱਤੇ ਕਰਨਾ ਆ ਭਈ ਬਖਸ਼ੀਸ਼ ਸਿੰਘ ਨੇ ਤੇ ਪ੍ਰਭਦੀਪ ਸਿੰਘ ਨੇ ਅਜੇ ਤੱਕ ਕੀ ਕੀਤਾ ਆ ਕੌਮ ਲਈ ਤੇ ਤੁਸੀਂ ਕੀ ਕੀਤਾ। ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹਨਾਂ ਨੂੰ ਬਰਾਬਰ ਦੇ ਉੱਤੇ ਰੱਖ ਕੇ ਤੇ ਵੇਖਿਆ ਜਾਣਾ। ਸੋ ਉਹ ਠੀਕ ਆ ਵੀ ਇਹ ਵੀ ਕਿਉਂਕਿ ਮੈਂ ਬਹੁਤਾ ਤੁਹਾਡੇ ਬਾਰੇ ਨਹੀਂ ਜਾਣਦਾ ਵੀਰ ਜਗਰੂਪ ਸਿੰਘ, ਵੀ ਮੈਨੂੰ ਇੰਨਾ ਪਤਾ ਵੀ ਸ਼ਾਇਦ ਤੁਸੀਂ ਕਿਤੇ ਜੇਲ੍ਹ ਕੱਟੀ ਆ ਵੀ ਇਸ ਕਰਕੇ ਵੀ ਤੁਸੀਂ ਕੋਈ ਕੌਮੀ ਕਾਰਜ ਕੋਈ ਕੀਤਾ ਆ ਵੀ ਜਿਹਦੀ ਡਿਟੇਲ ਮੈਨੂੰ ਪਤਾ ਨਹੀਂ ਜੀ। ਪਰ ਗੱਲ ਇਹ ਆ ਵੀ ਇਹ ਉੱਦਾਂ ਹੀ ਆ ਭਈ ਜਿੱਦਾਂ ਵੀ ਜਦੋਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਗਏ ਆ ਮੱਸੇ ਰੰਗੜ ਦਾ ਸਿਰ ਵੱਢਣ ਲਈ ਤੇ ਉਹ ਤੋਂ ਬਾਅਦ ਉਹ ਆ ਕੇ ਕਹਿਣ ਵੀ ਕਿਉਂਕਿ ਹੁਣ ਅਸੀਂ ਸਿਰ ਵੱਢ ਲਿਆਏ ਆ ਹੁਣ ਮੈਨੂੰ ਜਥੇਦਾਰ ਲਾ ਦਿਓ ਜਾਂ ਭਈ ਹੁਣ ਭਈ ਸਰਟੀਫਿਕੇਟ ਜਿਹੜਾ ਆ ਵੀ ਕੌਣ ਠੀਕ ਆ ਕੌਣ ਗਲਤ ਆ ਉਹ ਮੈਂ ਦਊਂਗਾ। ਸੋ ਇੰਨਾ ਕੁ ਥੋੜ੍ਹਾ ਜਿਹਾ ਧਿਆਨ 'ਚ ਰੱਖਿਓ। ਤੇ ਦੂਜੀ ਗੱਲ ਇਹ ਆ ਵੀ ਜਿਹੜੀਆਂ ਤੁਸੀਂ ਦਲੀਲਾਂ ਦਿੱਤੀਆਂ ਉਹ ਆਪਣੇ ਆਪ ਦੇ ਵਿੱਚ ਕਾਫੀ ਕਮਜ਼ੋਰ ਪੈਂਦੀਆਂ ਭਈ ਜਿੱਦਾਂ ਭਈ ਤੁਸੀਂ ਕਹਿੰਦੇ ਆ ਭਈ ਇਹ ਬਖਸ਼ੀਸ਼ ਸਿੰਘ ਜਿਹੜਾ ਆ ਵੀ ਉਹ ਇੰਟੈਲੀਜੈਂਸ ਦਾ ਬੰਦਾ ਜੀ। ਹੁਣ ਜਦੋਂ ਅਸੀਂ ਸੌਫਟ ਟਾਰਗੇਟ ਕਿਤਾਬ ਪੜ੍ਹੀ ਆ ਬਿਲਕੁਲ ਉਹਦੇ ਵਿੱਚ ਅਸੀਂ ਇੱਕ ਆਹਲੂਵਾਲੀਆ ਸੀਗਾ ਦਵਿੰਦਰ ਸਿੰਘ ਆਹਲੂਵਾਲੀਆ ਵੀ ਜਿਹੜਾ ਪੰਜਾਬ ਆਪਣਾ ਭਾਰਤ ਸਰਕਾਰ ਦੀ ਇੰਟੈਲੀਜੈਂਸ ਦਾ ਬੰਦਾ ਜੀ ਤੇ ਕੈਨੇਡਾ ਦੇ ਵਿੱਚ ਬਹਿ ਕੇ ਤੇ ਕਰਤੂਤਾਂ ਕਰ ਰਿਹਾ ਵੀ ਜਿਨ੍ਹਾਂ ਨੇ ਸਿੱਖ ਕੌਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਦਨਾਮ ਕੀਤਾ। ਬਿਲਕੁਲ। ਤੇ ਸਿੱਖ ਕੌਮ ਦੇ ਭਵਿੱਖ ਦੇ ਵਿੱਚ ਕੰਡੇ ਬੀਜੇ। ਉਹ ਸਾਰਾ ਕੁਝ ਜਿਹੜਾ ਆ ਉਹ ਇਸ ਕਰਕੇ ਅਸੀਂ ਉਹਨੂੰ ਕੰਡੈਮ ਕੀਤਾ ਆ। ਬਿਲਕੁਲ। ਇੰਟੈਲੀਜੈਂਸ ਏਜੰਸੀ ਨੂੰ ਅਸੀਂ ਕੰਡੈਮ ਨਹੀਂ ਕੀਤਾ ਕਿਉਂਕਿ ਅਲਟੀਮੇਟਲੀ ਜਿਹੜੇ ਸਿੱਖ ਆ ਉਹਨਾਂ ਨੇ ਹਰੇਕ ਖੇਤਰ ਦੇ ਵਿੱਚ ਕੰਮ ਕਰਨਾ ਹੈ ਜਾਣਾ। ਬਿਲਕੁਲ। ਜੇ ਆਰਮੀ ਤੇ ਪੁਲਿਸ ਦੇ ਵਿੱਚ ਕੰਮ ਕਰ ਰਹੇ ਆ ਤੇ ਉਹਦੇ ਵਿੱਚ ਇੰਟੈਲੀਜੈਂਸ ਦਾ ਵੀ ਰੋਲ ਜਿਹੜਾ ਆ ਉਹ ਆਉਣਾ ਹੀ ਆਉਣਾ ਭਾਈ। ਇੰਪੋਰਟੈਂਟ ਰੋਲ ਆ ਤੇ ਅਸੀਂ ਤਾਂ ਸਮਾਂ ਕਿ ਚਾਹਾਂਗੇ ਵੀ ਸਾਡੇ ਬੰਦੇ ਜਿਹੜੇ ਆ ਉਹ ਇੰਟੈਲੀਜੈਂਸ ਵਿੱਚ ਆਉਣ। ਬਿਲਕੁਲ। ਪਰ ਸ਼ਰਤ ਉਹੋ ਹੀ ਆ ਵੀ ਜਿਹੜੀ ਭਾਈ ਸਵੇਗ ਸਿੰਘ ਦੇ ਉੱਤੇ ਲੱਗੀ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸੀਗੇ ਜੀ ਉਸ ਵੇਲੇ ਭਾਈ ਸਵੇਗ ਸਿੰਘ ਲਾਹੌਰ ਦੇ ਗਵਰਨਰ ਦੇ ਮੁਲਾਜ਼ਮ ਸੀਗੇ। ਬਿਲਕੁਲ। ਸੋ ਉਹ ਜਦੋਂ ਸਿੱਖਾਂ ਦੇ ਕੋਲੇ ਆਏ ਆ ਉਹਨਾਂ ਨੂੰ ਇਹ ਕਹਿ ਕੇ ਨਹੀਂ ਦਰਕਾਰ ਦਿੱਤਾ ਗਿਆ ਵੀ ਇਹ ਵੀ ਜੀ ਇੰਟੈਲੀਜੈਂਸ ਦੇ ਆ। ਉਹ ਤਾਂ ਮੈਨੂੰ ਪਤਾ ਵੀ ਨਹੀਂ ਵੀ ਇਹ ਵੀ ਪਹਿਲੇ ਹੀ ਕਹਿ ਦਿੱਤਾ ਵੀ ਬਖਸ਼ੀਸ਼ ਸਿੰਘ ਨੂੰ ਅਸੀਂ ਪਰਸਨਲੀ ਤੇ ਜਾਣਦੇ ਨਹੀਂ ਜੀ। ਵੀ ਮੈਂ ਸਿਰਫ ਇਸ ਲੌਜਿਕ ਦੀ ਗੱਲ ਕਰ ਰਿਹਾ ਵੀ ਉਹਨੂੰ ਇੱਦਾਂ ਮਾੜਾ ਕਹਿਣਾ ਵੀ ਉਹ ਇੰਟੈਲੀਜੈਂਸ ਲਈ ਕੰਮ ਕਰ ਰਿਹਾ ਜਦ ਕਿ ਹੋ ਸਕਦਾ ਵੀ ਇੰਟੈਲੀਜੈਂਸ ਦੇ ਨੇੜੇ ਤੇੜੇ ਵੀ ਨਾ ਹੋਵੇ ਬਖਸ਼ੀਸ਼ ਸਿੰਘ ਜੀ ਵੀ ਇੰਟੈਲੀਜੈਂਸ ਏਜੰਸੀਆਂ ਦੇ ਜੀ। ਸੋ ਉਹ ਗੱਲ ਸਿਰਫ ਇਹ ਆ ਵੀ ਇਹੋ ਜਿਹੇ ਜਿਹੜੇ ਨਾ ਵੀ ਨੁਕਤੇ ਆ ਜਿਹੜੇ ਇੱਦਾਂ ਦੇ ਦਿੱਤੇ ਜਾਂਦੇ ਆ ਵੀ ਇਹ ਸੈਲਫ ਐਵੀਡੈਂਟ ਆ ਵੀ ਇਹਦਾ ਸਬੂਤ ਸਟੇਟਮੈਂਟ ਦੇ ਵਿੱਚ ਹੀ ਆ ਵੀ ਇਹ ਜਿਹੜਾ ਇੰਟੈਲੀਜੈਂਸ ਲਈ ਕੰਮ ਕਰ ਰਿਹਾ ਉਹ ਗਲਤ ਆ। ਸੋ ਤਾਂ ਕਰਕੇ ਇਹਨੂੰ ਨੁਕਤੇ ਨੂੰ ਸਮਝਣਾ ਜ਼ਰੂਰੀ ਆ ਭਈ ਜਦੋਂ ਭਾਈ ਸਵੇਗ ਸਿੰਘ ਲਾਹੌਰ ਦੇ ਗਵਰਨਰ ਦੇ ਮੁਲਾਜ਼ਮ ਹੋਣ ਦੇ ਬਾਵਜੂਦ ਖਾਲਸੇ ਕੋਲੇ ਆਉਂਦੇ ਆ ਬਿਲਕੁਲ ਉਹਨਾਂ ਨੂੰ ਸਜ਼ਾ ਜ਼ਰੂਰ ਲਾਈ ਜਾਂਦੀ ਆ ਪਹਿਲਾਂ ਤਨਖਾਹ ਲਾਈ ਜਾਂਦੀ ਆ ਫਿਰ ਉਹਨਾਂ ਨੂੰ ਦੀਵਾਨ ਦੇ ਵਿੱਚ ਆਉਣ ਦਿੱਤਾ ਜਾਂਦਾ ਜੀ ਫਿਰ ਉਹਨਾਂ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਜਾਂਦੀ ਆ ਬਿਲਕੁਲ ਫਿਰ ਇਸ ਕਰਕੇ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣ ਕੇ ਤੇ ਮੰਨੀ ਜਾਂਦੀ ਆ ਭਈ ਇਹ ਹੈ ਫਿਰ ਵੀ ਸਿੱਖ ਆ ਬਿਲਕੁਲ ਇਹਦੇ ਦਿਲ ਦੇ ਵਿੱਚ ਵਫਾਦਾਰੀ ਜਿਹੜੀ ਆ ਉਹ ਫਿਰ ਵੀ ਸਿੱਖਾਂ ਪ੍ਰਤੀ ਆ ਗੁਰੂ ਪ੍ਰਤੀ ਆ ਵਾਹਿਗੁਰੂ ਦੇ ਨਾਲ ਆ ਇਹ ਜਵਾਬਦੇਹੀ ਇਹਦੀ ਵਾਹਿਗੁਰੂ ਨੂੰ ਆ ਜੀ ਭਈ ਗਵਰਨਰ ਨੂੰ ਜਵਾਬ ਦੇ ਨਹੀਂਗਾ ਇਹ ਵੀ ਇਹ ਗਵਰਨਰ ਦੇ ਹੱਕ ਦੇ ਵਿੱਚ ਭੁਗਤਣੇ ਲਈ ਭਈ ਆ ਕੇ ਤੇ ਸਾਡੇ ਕੋਲੇ ਝੂਠ ਬੋਲੇ ਤੇ ਸਾਨੂੰ ਗੁੰਮਰਾਹ ਕਰੇ ਬਿਲਕੁਲ। ਸੋ ਫਰਕ ਇਹ ਆ ਜਿਹੜਾ ਦਵਿੰਦਰ ਸਿੰਘ ਆਹਲੂਵਾਲੀਆ ਆ ਉਹਦੀ ਵਫਾਦਾਰੀ ਜਿਹੜੀ ਆ ਉਹ ਜਾਂ ਆਪਣੇ ਨਾਲ ਸੀ ਤੇ ਜਾਂ ਜਿਹੜੀ ਝੂਠੀ ਸਰਕਾਰ ਆ ਇਹ ਇੱਥੇ ਦੀ ਭਾਰਤ ਸਰਕਾਰ ਵੀ ਜਿਹੜੀ ਸਿੱਖਾਂ ਦੇ ਦੁਸ਼ਮਣ ਵਜੋਂ ਵਿਚਰ ਰਹੀ ਸੀ ਬਿਲਕੁਲ ਉਹਨਾਂ ਦੇ ਨਾਲ ਤਾਂ ਵਫਾਦਾਰੀ ਸੀ ਔਰ ਉਹ ਉਹਦੇ ਕੰਮਾਂ ਤੋਂ ਦਿਖ ਰਹੀ ਆ। ਹੁਣ ਤੁਸੀਂ ਜੋ ਕੁਝ ਵੀ ਉਹਦੇ ਵਿੱਚ ਵੀਡੀਓ ਦੇ ਵਿੱਚ ਕਿਹਾ ਆ ਭਾਈ ਭਈ ਇਹ ਵੀ ਪ੍ਰਭਦੀਪ ਸਿੰਘ ਨੇ ਐਂ ਕੀਤਾ ਬਖਸ਼ੀਸ਼ ਸਿੰਘ ਨੇ ਐਂ ਕੀਤਾ ਜੀ
ਅਸੀਂ ਪ੍ਰਭਦੀਪ ਸਿੰਘ ਦੇ ਪ੍ਰੋਗਰਾਮ ਵੀ ਸੁਣੇ ਆ, ਬਿਲਕੁਲ ਅਸੀਂ ਬਖਸ਼ੀਸ਼ ਸਿੰਘ ਦੇ ਪ੍ਰੋਗਰਾਮ ਵੀ ਨਾਲ ਉਹਦੇ ਜਿਹੜੇ ਕਰਦਾ ਸੁਣੇ ਆ, ਖਾਲਸਾ ਨਿਊਜ਼ ਦੇ ਉੱਤੇ ਜੋ ਕੁਝ ਛਪਦਾ ਜੀ ਸਭ ਕੁਝ ਦੇਖਿਆ ਸੁਣਿਆ। ਜੀ ਹੁਣ ਉਹ ਤੋਂ ਬਾਅਦ ਵੀ ਜੇ ਤੁਸੀਂ ਕਹਿੰਦੇ ਆ ਵੀ ਇਹ ਪ੍ਰੋਜੈਕਟ ਸਾਰੇ ਦਾ ਸਾਰਾ ਜਿਹੜਾ ਇੰਟੈਲੀਜੈਂਸ ਵਾਲਿਆਂ ਦਾ ਸਾਨੂੰ ਫਿਰ ਕੋਈ ਪ੍ਰੋਬਲਮ ਨਹੀਂ ਗੀ ਇੰਟੈਲੀਜੈਂਸ ਵਾਲਿਆਂ ਦਾ, ਬਿਲਕੁਲ ਕਿਉਂਕਿ ਜਿਹੜੀ ਜੌਬ ਔਰ ਇਹਦੇ ਵਿੱਚ ਇਹ ਵੀ ਆ ਮਸਲਾ ਜੀ ਵੀ ਅਸੀਂ ਕਹੀਏ ਵੀ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਨਾ ਜਿਹੜਾ ਆ ਵੀ ਉਹ ਗਲਤ ਆ, ਤੇ ਕੈਨੇਡਾ ਦੀ, ਅਮਰੀਕਾ ਦੀ ਜਾਂ ਇੰਗਲੈਂਡ ਦੀ ਜਿਹੜੀ ਆ ਵੀ ਉਹਦੇ ਲਈ ਕਰਨਾ ਜਿਹੜਾ ਆ ਵੀ ਉਹ ਠੀਕ ਆ। ਜੀ ਸੋ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸਿਧਾਂਤਕ ਮਸਲਾ ਜਿਹੜਾ ਵੀ ਉਹ ਖੜਾ ਕਰਦਾ। ਬਿਲਕੁਲ ਇੰਟੈਲੀਜੈਂਸ ਦੇ ਵਿੱਚ ਗੱਲ ਸਿੰਪਲ ਜੀ ਜਿਹੜੀ ਆ ਵੀ ਇੱਕ ਬੇਸਿਕ ਰੂਲ ਸਿੱਖ ਲਈ ਉਹ ਇਹ ਆ ਵੀ ਸਾਡੀ ਵਫਾਦਾਰੀ ਜਿਹੜੀ ਉਹ ਹਮੇਸ਼ਾ ਗੁਰੂ ਦੇ ਨਾਲ, ਵਾਹਿਗੁਰੂ ਦੇ ਨਾਲ, ਕੌਮ ਦੇ ਨਾਲ ਰਹਿਣੀ ਆ। ਬਿਲਕੁਲ ਜੇ ਉੱਥੋਂ ਅਸੀਂ ਇੱਕ ਨੂੰ ਵੀ ਜਿਹੜਾ ਆ ਵੀ ਧੋਖਾ ਦਿੰਨੇ ਆ ਜੀ ਵੀ ਜਾਂ ਪਿੱਛੇ ਸੁੱਟਦੇ ਆ ਵੀ ਵਫਾਦਾਰੀ ਜਿਹੜੀ ਆ ਉਹ ਅਸੀਂ ਆਪਣੇ ਆਪ ਦੇ ਨਾਲ ਜਾਂ ਕਿਸੇ ਸਰਕਾਰ ਦੇ ਨਾਲ ਕਰਨ ਲੱਗ ਪੈਂਦੇ ਆ, ਔਰ ਉਹਦੇ ਵਿੱਚ ਉਹ ਵਫਾਦਾਰੀ ਨਿਭਾਉਂਦਿਆਂ ਹੋਇਆਂ ਅਸੀਂ ਸਾਰੀ ਕੌਮ ਜਿਹੜੀ ਆ ਵੀ ਉਹਦਾ ਨੁਕਸਾਨ ਜਿਹੜਾ ਹੈ ਉਹ ਵੀ ਕਰਨੋਂ ਨਹੀਂ ਝਿਜਕਦੇ, ਬਿਲਕੁਲ ਫੇਰ ਭਾਈ ਉਹ ਗਲਤ ਆ ਔਰ ਉਹ ਬੰਦੇ ਦਾ ਕਸੂਰ ਆ। ਬਿਲਕੁਲ ਅਸੀਂ ਉਸ ਬੰਦੇ ਕਰਕੇ, ਜਿੱਦਾਂ KPS ਗਿੱਲ ਜੇ ਪੁਲਿਸ ਦੇ ਵਿੱਚ ਸੀਗਾ, ਪੁਲਿਸ ਦਾ ਮੁਖੀ ਸੀਗਾ, ਉਹ ਤੋਂ ਬਾਅਦ ਅਸੀਂ ਕਹੀਏ ਵੀ ਕਿਸੇ ਵੀ ਸਿੱਖ ਨੂੰ ਪੁਲਿਸ ਦਾ ਮੁਖੀ ਨਹੀਂ ਬਣਨਾ ਚਾਹੀਦਾ। ਜੀ ਬਿਲਕੁਲ, ਇਹ ਤਾਂ ਗਲਤ ਹੈ, ਉਹ ਬਿਲਕੁਲ ਗਲਤ ਆ। ਬਿਲਕੁਲ। ਸੋ ਇਸ ਕਰਕੇ ਭਾਈ ਵੀ ਜੇ ਤੁਸੀਂ ਲੌਜਿਕ ਦੇਣਾ ਆ ਥੋੜਾ ਜਿਹਾ ਸਟਰੋਂਗ ਜਿਹਾ ਲੌਜਿਕ ਦਿਓ, ਔਰ ਉਹ ਬਾਕੀ ਵੀ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਆ ਉਹ ਇਦਾਂ ਹੀ ਫਿੱਕੀਆਂ ਪੈ ਜਾਂਦੀਆਂ, ਕਿਉਂਕਿ ਇਹ ਜਾਪਦਾ ਐਵੇਂ ਆ ਭਈ ਭਾਵੇਂ ਕੋਈ ਪਰਸਨਲ ਰੰਜਿਸ਼ ਆ ਤੇ ਭਾਵੇਂ ਕੋਈ ਤੁਹਾਡੀ ਜਿਹੜੀ ਆ ਹਉਮੈ ਆ ਕੋਈ, ਜਾਂ ਜਿੱਦਾਂ ਵੀ ਆ ਭਈ ਜਾਂ ਤੁਹਾਡੇ ਮਨ ਨੂੰ ਕਿਤੇ ਠੇਸ ਪਹੁੰਚੀ ਆ ਕਿਸੇ ਤਰ੍ਹਾਂ ਦੀ, ਇਹ ਗੱਲਾਂ ਜਿਹੜੀਆਂ ਆ ਭਈ ਸਾਡੀ ਬੇਨਤੀ ਇਹ ਆ ਭਈ ਆਪਣੇ ਆਪ ਨੂੰ ਨੁਕਸਾਨ ਹੋਇਆ ਜਿਹੜਾ ਆ ਭਈ ਉਹਨੂੰ ਤੁਸੀਂ ਉਹਦੀ ਭਰਪਾਈ ਕਰਨੇ ਲਈ ਜਾਂ ਉਹਦਾ ਬਦਲਾ ਲੈਣੇ ਲਈ ਕੌਮ ਦਾ ਨੁਕਸਾਨ ਸ਼ੁਰੂ ਕਰ ਦਿਓ। ਬਿਲਕੁਲ, ਇਹ ਕਿਸੇ ਨੂੰ ਵੀ ਸਾਡੇ ਚੋਂ ਸੋਭਾ ਨਹੀਂ ਦਿੰਦਾ। ਔਰ ਜਦੋਂ ਕੋਈ ਵੀ ਇਹ ਕੰਮ ਕਰਦਾ ਆ ਵੀ ਕੌਮ ਦਾ ਨੁਕਸਾਨ ਹੋ ਜਾਵੇ ਭਾਵੇਂ, ਪਰ ਮੈਂ ਆਪਣਾ ਹਿਸਾਬ ਤਾਂ ਬਰਾਬਰ ਕਰਨਾ ਆ, ਜਿਹੜੀ ਮੈਂ ਆਪਣੀ ਖੁੰਦਸ ਆ ਉਹ ਕੱਢਣੀ ਆ, ਤੇ ਫੇਰ ਭਾਈ ਵੀ ਇਹ ਚੀਜ਼ ਜਿਹੜੀ ਆ ਵੀ ਇਹ ਤੁਹਾਡੇ ਅਗੇਂਸਟ ਜਾਂਦੀ ਆ ਵੀ ਜਿਹਦੇ ਉੱਤੇ ਤੁਸੀਂ ਹਮਲਾ ਕਰ ਰਹੇ ਆ ਉਹਨੂੰ ਨਹੀਂ ਕੋਈ ਫਰਕ ਪੈਣਾ, ਬਿਲਕੁਲ ਨਹੀਂ ਪੈਣਾ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਇਹਨਾਂ ਦਾ ਧਿਆਨ ਰੱਖੋ। ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖਣੇ ਵਾਲਾ ਆ, ਜੇ ਉਹਨੂੰ ਇਹ ਮੈਸੇਜ ਨਹੀਂ ਨਾ ਮਿਲ ਰਿਹਾ ਵੀ ਇਹ ਕੌਮ ਦੇ ਹੱਕ ਦੀ ਗੱਲ ਹੋ ਰਹੀ ਆ, ਬਿਲਕੁਲ ਬਿਲਕੁਲ, ਤੇ ਫੇਰ ਤੁਹਾਡਾ ਜਿਹੜਾ ਕਿਹਾ ਆ ਵੀ ਉਹ ਪੁੱਠਾ ਹੀ ਪੈਣਾ। ਸੋ ਬੇਨਤੀ ਆ ਵੀ ਇਹੋ ਜਿਹੇ ਜਿਹੜੇ ਸਟੈਪ ਆ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਤੇ ਫੇਰ ਲਿਆ ਕਰੋ, ਕਿਉਂਕਿ ਕਾਹਲੀ ਦੇ ਵਿੱਚ ਇਹੋ ਜਿਹੇ ਜਿਹੜੇ ਸਟੈਪ ਲਏ ਆ ਵੀ ਇਹ ਆਪਣਾ ਹੀ ਨੁਕਸਾਨ ਕਰਦੇ ਆ, ਨਾ ਸਿਰਫ ਆਪਣਾ ਨੁਕਸਾਨ ਕਰਦੇ ਬਲਕਿ ਸਾਰੀ ਕੌਮ ਦਾ ਨੁਕਸਾਨ ਕਰ ਜਾਂਦੇ ਆ। ਉਹ ਪੰਜਾਬੀ 'ਚ ਕਹਾਵਤ ਹੈ ਨਾ ਭਾਈ ਕਿ ਝੱਗਾ ਚੁੱਕੋਗੇ ਤਾਂ ਆਪਣੀ ਢਿੱਡ ਨੰਗਾ ਹੋਣਾ ਹੈ। ਹੁਣ ਵੀਡੀਓ ਬਣਾ ਕੇ ਉਹਦੇ ਵਿੱਚ ਜਿੱਦਾਂ ਦੀ ਮਤਲਬ ਬੜੇ ਹਲਕੇ ਪੱਧਰ ਦਲੀਲਾਂ ਦੇ ਕੇ ਤੁਸੀਂ ਆਪਣਾ ਬਹੁਤਾ ਪੱਧਰ ਦੱਸ ਰਹੇ ਕਿ ਤੁਸੀਂ ਕਿੱਥੇ ਖੜੇ ਹੈਗੇ ਨਾ। ਜਿੱਦਾਂ ਹੁਣ ਆਪ ਜੀ ਨੇ ਮੈਂਸ਼ਨ ਵੀ ਕੀਤਾ ਹੈ ਕਿ ਸਾਨੂੰ ਤੁਹਾਡੇ ਵੀ ਕੌਮੀ ਕੰਮ ਦੇਖ ਰਹੇ ਤੇ ਬਖਸ਼ੀਸ਼ ਸਿੰਘ ਹੁਣਾਂ ਦੇ ਜਾਂ ਪ੍ਰਭਦੀਪ ਸਿੰਘ ਹੁਣਾਂ ਦੇ ਵੀ ਕੌਮੀ ਕੰਮ ਦੇਖ ਰਹੇ ਹੈਗੇ, ਮਤਲਬ ਉਹਦੇ ਤੁਸੀਂ ਕਿਤੇ ਕੋਈ ਗੱਲ ਕੀਤੀ ਹੋਵੇ ਕਿ ਭਾਈ ਇਹਨਾਂ ਨੇ ਇੱਥੇ ਆਹ ਮਨਮਤ ਦੀ ਗੱਲ ਕੀਤੀ ਹੈ, ਇੱਥੇ ਆਹ ਗੱਲ ਇਹਨਾਂ ਨੇ ਗੁਰਮਤ ਦੀ ਨਹੀਂ ਕੀਤੀ, ਜਾਂ ਇੱਥੇ ਇਹਨਾਂ ਨੂੰ ਇੱਦਾਂ ਇਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਉਹ ਮਤਲਬ ਵਿਚਾਰੀ ਜਾ ਸਕਦੀ ਹੈਗੀ ਆ, ਸਮਝੀ ਜਾ ਸਕਦੀ ਹੈਗੀ ਆ। ਲੇਕਿਨ ਉਸ ਤੋਂ ਬਾਅਦ ਫਿਰ ਜਿਹੜੀਆਂ ਤੁਹਾਡੀਆਂ ਵੀਡੀਓਜ਼ ਨੇ ਉਹ ਅਪਗ੍ਰੇਡਾਂ ਵੱਲੋਂ ਸ਼ੇਅਰ ਕਰਨੀਆਂ, ਉਹਨਾਂ ਨੂੰ ਥਾਂ ਥਾਂ 'ਤੇ ਸਰਕੂਲੇਟ ਕਰਨਾ, ਉਹ ਫਿਰ ਇੱਕ ਸ਼ੱਕ ਪੈਦਾ ਜ਼ਰੂਰ ਕਰਦਾ ਹੈ ਸਾਡੇ ਸਾਰਿਆਂ, ਮੇਰੇ ਤਾਂ ਦਿਮਾਗ 'ਚ ਐਟਲੀਸਟ ਕਰਦਾ ਹੈ ਕਿ ਇਹ ਕੀ ਖੇਡ, ਪਿੱਛੇ ਕੋਈ ਖੇਡ ਤਾਂ ਨਹੀਂ ਚੱਲ ਰਹੀ, ਕਿਉਂਕਿ ਇੰਦਰ ਸਿੰਘ ਘੱਗਾ ਜੀ ਦੀ ਵੀ ਖੇਡ ਇੱਦਾਂ ਹੀ ਸ਼ੁਰੂ ਹੋਈ ਸੀ। ਉਸ ਚੀਜ਼ ਨੂੰ ਆਪਾਂ ਸਾਰੇ ਜ਼ਰੂਰ ਮਤਲਬ ਧਿਆਨ 'ਚ ਰੱਖੀਏ ਇਹਨਾਂ ਗੱਲਾਂ ਨੂੰ ਕਿ ਜਦੋਂ ਕੋਈ ਠੀਕ ਹੈ ਤੁਹਾਡੀ ਆਪਣੀ ਜੇ ਕੋਈ ਪਰਸਨਲ ਰੰਜਿਸ਼ ਹੈ ਜਾਂ ਕੁਛ ਕਿਸੇ ਤਰੀਕੇ ਨਾਲ ਤੁਹਾਡਾ ਹੈਗਾ ਆ ਵਾਦ ਵਿਵਾਦ, ਤੁਸੀਂ ਉਹਨੂੰ ਉਸ ਪੱਧਰ 'ਤੇ ਬੈਠ ਕੇ ਸੁਲਝਾਓ, ਇੱਦਾਂ ਬਹਿ ਕੇ ਤੁਸੀਂ ਆਪਣਾ ਜਲੂਸ ਹੀ ਕਢਾ ਰਹੇ ਹੋ। ਬਿਲਕੁਲ ਬਿਲਕੁਲ। ਔਰ ਦੂਜੀ ਗੱਲ ਇਹ ਵੀ ਆ ਭਈ ਜਿਹੜੀ ਗੱਲ ਨਾ ਕੀਤੀ ਇਹ ਵੀ ਕੰਮ ਕਰਵਾਇਆ ਤੇ $70 ਨਹੀਂ ਦਿੱਤੇ, ਭਈ ਉਹ ਵੀ ਬਹੁਤ ਛੋਟੀਆਂ ਗੱਲਾਂ ਪੈ ਜਾਂਦੀਆਂ, ਕਿਉਂਕਿ ਪਤਾ ਨਹੀਂ ਭਈ ਇਹ ਵੀ ਭਾਈ ਭਈ ਤੁਸੀਂ ਕਿਸ ਹਿਸਾਬ ਨਾਲ ਗੱਲ ਕਰ ਰਹੇ ਵੀ ਜਾਂ ਮੈਂ ਚੰਗੀ ਤਰ੍ਹਾਂ ਸਮਝਿਆ ਨਹੀਂ ਗਾ। ਪਰ ਜਿੰਨੀ ਕੁ ਗੱਲ ਮੈਨੂੰ ਸਮਝ ਲੱਗੀ ਆ ਨਾ ਭਈ ਆਪਣਾ ਜਿਹੜਾ ਸਾਡਾ ਸਿਸਟਮ ਆ, ਸੱਭਿਆਚਾਰਕ ਸਿਸਟਮ ਜਿਹੜਾ ਆ, ਉਹਦੇ ਵਿੱਚ ਜਦੋਂ ਕੋਈ ਦੋਸਤ ਮਿੱਤਰ ਆ ਕੇ ਤੁਹਾਡੀ ਕਿਸੇ ਕੰਮ ਦੇ ਵਿੱਚ ਮਦਦ ਕਰਦਾ ਆ, ਬਿਲਕੁਲ, ਉਹ ਤੋਂ ਬਾਅਦ ਜੇ ਤੁਸੀਂ ਉਹਨੂੰ $50-100 ਆਫਰ ਕਰਦੇ ਆ ਤੇ ਉਹ ਮੂੰਹ ਤੇ ਚਪੇੜ ਮਾਰਨੇ ਜੋਗਾ ਵਰਗਾ ਕੰਮ ਸਾਡੇ ਕਲਚਰ 'ਚ ਇਦਾਂ ਮੰਨਿਆ ਜਾਂਦਾ ਵੀ ਐਟਲੀਸਟ ਵੀ ਜਿਹੜਾ ਸਾਡਾ ਕਲਚਰ ਆ, ਪਤਾ ਨਹੀਂ ਭਾਈ ਵੀ ਇਹ ਵੀ ਜੇ ਤੁਹਾਡਾ ਕਲਚਰ ਥੋੜਾ ਡਿਫਰੈਂਟ ਆ ਤੇ ਅਸੀਂ ਅਪੋਲੋਜਾਈਜ਼ ਕਰਦੇ ਆ, ਪਰ ਇਹ ਸਿਸਟਮ ਜਿਹੜੇ ਆ ਵੀ ਤਾਂ ਕਰਕੇ ਇਹ ਗੱਲਾਂ ਜਿਹੜੀਆਂ ਆ ਵੀ ਔਡ ਜਿਹੀਆਂ ਲੱਗਦੀਆਂ, ਬਿਲਕੁਲ, ਵੀ ਜਿਹੜੀਆਂ ਤੁਸੀਂ ਕਰ ਰਹੇ ਜਗਰੂਪ ਸਿੰਘ ਜੀ
ਸੋ ਇਸ ਕਰਕੇ ਵੀ ਇਹਦਾ ਬੁਰਾ ਨਾ ਮੰਨਿਓ, ਪਰ ਇਹ ਥੋੜ੍ਹਾ ਜਿਹਾ ਵੀ ਇਹਨੂੰ ਵਿਚਾਰ ਲਓ ਵੀ, ਕਿਉਂਕਿ ਵੀ ਅਸੀਂ ਵੀ ਇਦਾਂ ਹੀ ਦੋਸਤਾਂ ਮਿੱਤਰਾਂ ਦੀ ਹੈਲਪ ਕੀਤੀ ਵੀ ਆ ਤੇ ਉਹਨਾਂ ਤੋਂ ਹੈਲਪ ਲਈ ਵੀ ਆ। ਬਿਲਕੁਲ। ਸੋ ਨਾ ਕਦੀ ਉਹਨਾਂ ਤੋਂ ਪੈਸੇ ਐਕਸਪੈਕਟ ਕੀਤੇ ਆ ਤੇ ਨਾ ਕਦੀ ਉਹਨਾਂ ਨੂੰ ਪੈਸੇ ਆਫਰ ਕੀਤੇ ਆ। ਸੋ ਇਸ ਕਰਕੇ ਭਾਈ ਭਈ ਇਹ ਜਿਹੜੀਆਂ ਗੱਲਾਂ ਨੇ ਵੀ ਇਹ ਤਾਂ ਕਰਕੇ ਥੋੜ੍ਹੀਆਂ ਜਿਹੀਆਂ ਔਡ ਜਿਹੀਆਂ ਲੱਗ ਰਹੀਆਂ ਜੀ, ਭਈ ਇਹ ਕੀ ਗੱਲਾਂ ਤੁਸੀਂ ਕਰੀ ਜਾ ਰਹੇ ਹੋ, ਕੀ ਕਰੀ ਜਾ ਰਹੇ। ਸੋ ਉਹ ਸਾਰਾ ਕੁਝ ਜਿਹੜਾ ਵੀ ਜੇ ਹਾਂ ਭਈ ਅੰਗਰੇਜ਼ਾਂ ਵਾਲਾ ਸਿਸਟਮ ਬਿਲਕੁਲ ਹੈਗਾ ਆ ਭਈ ਜਿੱਥੇ ਭਈ ਜਿਹੜਾ ਈਵਨ ਗੁਆਂਢੀ ਵੀ ਜੇ ਆ ਕੇ ਤੁਹਾਡਾ ਕੋਈ ਕੰਮ ਕਰਦਾ ਆ ਤੇ ਉਹ ਇਹ ਮੰਨਿਆ ਹੁੰਦਾ, ਉਹਨਾਂ ਨੇ ਐਕਸਪੈਕਟਡ ਹੁੰਦਾ ਆ ਵੀ ਹਾਂ ਵੀ ਇਹਦਾ ਜਿੰਨਾ ਬਣਦਾ ਵੀ ਮੈਂ ਉਹਨੂੰ ਪੈਸੇ ਦੇਣੇ ਆ। ਬਿਲਕੁਲ। ਭਈ ਜੇ ਮੰਨ ਲਓ ਵੀ ਕਿਸੇ ਨੇ ਐਲਾਨ ਕੱਟ ਦਿੱਤਾ ਤੇ ਉਹ ਵੀ ਪਹਿਲੋਂ ਤੁਹਾਡੇ ਤੋਂ ਪੁੱਛ ਕੇ ਕੀਤਾ, ਇਹ ਨਹੀਂ ਵੀ ਆਪ ਆ ਕੇ ਕੱਟ ਗਿਆ ਤੇ ਬਾਅਦ ਚੋਂ ਕਹੇ ਵੀ ਲੈ ਵੀ ਮੈਨੂੰ ਦੇ ਦੇ ਹੁਣ $20 ਦੇ ਦੇ ਮੈਂ ਤੇਰਾ ਐਲਾਨ ਕੱਟਿਆ, ਇੱਦਾਂ ਨਹੀਂ ਜੀ। ਪਰ ਜੇ ਉਹਨੇ ਤੁਹਾਡੇ ਤੋਂ ਪੁੱਛਿਆ ਆ ਵੀ ਮੈਂ ਤੇਰਾ ਐਲਾਨ ਕੱਟ ਦੇਵਾਂ ਤੇ ਅਖੇ ਵੀ ਜੇ ਤੁਸੀਂ ਕਹਿੰਦੇ ਆ ਵੀ ਹਾਂ ਕੱਟ ਦੇ ਜੀ, ਤੇ ਫਿਰ ਐਕਸਪੈਕਟਡ ਆ ਭਾਵੇਂ ਪੈਸਿਆਂ ਦੀ ਗੱਲ ਹੋਈ ਜਾਂ ਨਹੀਂ ਹੋਈ, ਵੀ ਐਕਸਪੈਕਟਡ ਆ ਵੀ ਜਿੰਨੇ ਬਣਦੇ ਆ ਵੀ ਉਹਨੇ ਦੇਣੇ ਆ। ਬਿਲਕੁਲ ਨਹੀਂ ਭਾਜੀ। ਹਾਂਜੀ ਬਿਲਕੁਲ ਭਾਜੀ। ਮੈਂ ਕਿਹਾ ਹਰ ਸਮਾਜ ਦੇ ਆਪਣੇ ਇੱਕ ਕਾਨੂੰਨ ਹੁੰਦੇ, ਇੱਕ ਰੂਲ ਹੁੰਦੇ। ਹੁਣ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਹੁਣ ਮੰਨ ਲਓ ਅਸੀਂ 4-5 ਮਿੱਤਰ ਅਸੀਂ ਕਿਸੇ ਰੈਸਟੋਰੈਂਟ 'ਚ ਰੋਟੀ ਖਾਣ ਜਾਂਦੇ, ਠੀਕ ਹੈ, ਉੱਥੇ ਰੋਟੀ ਖਾਈ, ਇੱਕ ਜਣੇ ਨੇ ਪੇ ਕਰ ਦੇਣਾ ਆ। ਹੁਣ ਗੋਰਿਆਂ ਦਾ ਸਿਸਟਮ ਹੈ ਕਿ ਉਹਨੂੰ ਸਪਲਿਟ ਕੀਤਾ ਜਾਂਦਾ ਹੈ। ਹੁਣ ਉਹਦੇ 'ਚ ਮਿਊਚੁਅਲ ਅੰਡਰਸਟੈਂਡਿੰਗ ਇੰਨੀ ਜ਼ਰੂਰ ਹੈਗੀ ਹੈ ਕਿ ਇੱਕ ਅੱਜ ਜੇ ਮੈਂ ਪੇ ਕੀਤਾ ਆ ਤਾਂ ਅਗਲੇ ਵਾਰ ਉਹਨੇ ਪੇ ਕਰ ਦੇਣਾ ਆ, ਤੀਜੀ ਵਾਰ ਉਹਨੇ ਪੇ ਕਰ ਦੇਣਾ ਆ। ਹੁਣ ਮੰਨ ਲਓ ਮੈਂ ਪੇ ਕੀਤਾ, ਹੁਣ ਦੂਜੀ ਵਾਰ ਮੇਰੀ ਲੜਾਈ ਹੋ ਗਈ ਉਹਨਾਂ ਨਾਲ, ਆਪਾਂ ਗਏ ਹੀ ਨਹੀਂ ਕਈ ਸਾਲ, ਤੇ ਮੈਂ ਕੀ ਉੱਥੇ ਬਹਿ ਕੇ ਵੀਡੀਓ ਬਣਾਉਣ ਲੱਗ ਜਾਵਾਂਗਾ ਕਿ ਭਾਈ ਰੈਸਟੋਰੈਂਟ ਗਏ ਸੀਗੇ ਤੇ ਮੈਂ ਪੈਸੇ ਪੇ ਕਰਤੇ। ਇੱਕ ਵਾਰੀ ਮੈਂ ਕੀਤੇ, ਉਹ ਤੋਂ ਬਾਅਦ ਕਦੀ ਗਏ ਨਹੀਂ। ਮੇਰਾ ਹਿਸਾਬ ਤੇ ਬਰਾਬਰ ਨਹੀਂ, ਮੇਰਾ ਹਿਸਾਬ ਦਾ ਬਰਾਬਰ ਨਹੀਂ ਹੋਇਆ। ਤਾਂ ਕਹਿਣ ਦਾ ਭਾਵ ਹੈ ਬੜੀਆਂ ਮਤਲਬ ਐਗਜ਼ਾਮਪਲ ਦਿੰਦੇ ਮੈਨੂੰ ਬੜਾ ਬਚਕਾਨਾ ਜਿਹਾ ਫੀਲ ਹੋ ਰਿਹਾ ਕਿ ਕਿਹੋ ਜਿਹੀ ਐਗਜ਼ਾਮਪਲਾਂ ਦੇ ਰਿਹਾ। ਲੇਕਿਨ ਹੁਣ ਜਿੱਦਾਂ ਦੀ ਉਹਨਾਂ ਨੇ ਜਿਹੜੇ ਪੱਧਰ ਤੇ ਜਾ ਕੇ ਗੱਲ ਕੀਤੀ ਆ ਜਗਰੂਪ ਸਿੰਘ ਹੋਣਾ ਨੇ, ਤਾਂ ਬੜੀ ਇੱਕ ਕਹਿ ਲਓ ਕਿ ਸ਼ਰਮਨਾਕ ਗੱਲ ਹੀ ਹੈਗੀ ਆ। ਉਸ ਤੋਂ ਬਾਅਦ ਮਤਲਬ ਬਾਰ ਮੈਂ ਦੁਬਾਰਾ ਉਹ ਗੱਲ ਰਿਪੀਟ ਕਰਦਾ, ਉਸ ਤੋਂ ਬਾਅਦ ਜਿਹੜੇ ਅਪਗ੍ਰੇਡ ਉਹਨਾਂ ਨੂੰ ਸ਼ੇਅਰ ਕਰ ਰਹੇ ਆ ਨਾ, ਉਹ ਗੱਲ ਬਿਲਕੁਲ ਮੈਨੂੰ ਮੇਰੇ ਜਿਹੜੇ ਦਿਮਾਗ 'ਚ ਸਟਕ ਹੈਗੀ ਹੈ ਕਿ ਉਹ ਕਿਉਂ ਉਹ ਗੱਲਾਂ ਨੂੰ ਸ਼ੇਅਰ ਕੀਤੀਆਂ ਜਾ ਰਹੀਆਂ ਉਹਨਾਂ ਦੀ ਤਮਾਸ਼ਬੀਨ ਨੇ। ਕਿਉਂਕਿ ਦੂਜੀ ਗੱਲ ਇਹ ਹੈ ਨਾ ਭਾਜੀ ਕਿ ਪ੍ਰਭਦੀਪ ਸਿੰਘ ਹੋਣਾ ਦਾ ਜਿਹੜਾ ਆਪਣਾ ਉਹਨਾਂ ਨੇ ਜਿਹੜਾ ਵੀ ਪ੍ਰੋਜੈਕਟ ਕਰ ਰਹੇ ਹੋ ਚੜ੍ਹਦੀ ਕਲਾ 'ਚ ਜਾ ਰਿਹਾ ਆ। ਹਰ ਰੋਜ਼ ਉੱਥੇ ਪ੍ਰੋਗਰਾਮ ਹੁੰਦੇ ਨੇ, ਗੁਰਮਤ ਦੀ ਗੱਲਾਂ ਹੁੰਦੀਆਂ ਨੇ। ਅਪਗ੍ਰੇਡਾਂ ਨੂੰ ਸਭ ਤੋਂ ਵੱਡੀ ਸੱਟ ਵੱਜਦੀ ਹੈ ਉੱਥੋਂ ਦੀ, ਠੀਕ ਹੈ। ਜਦੋਂ ਓਬਵੀਅਸਲੀ ਜਦੋਂ ਗੁਰਮਤ ਦੀ ਗੱਲਾਂ ਹੋਣੀਆਂ, ਇਹਨਾਂ ਵੱਲੋਂ ਜਿਹੜੀਆਂ ਬਕਵਾਸ ਕੀਤੀ ਜਾਂਦੀ ਉਹ ਖਤਮ ਹੋ ਜਾਣੀਆਂ ਆ। ਤੇ ਉਹ ਹੁਣ ਕਿਉਂ ਉਹਨੂੰ ਫੇਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਕਿਉਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਲੋ ਪਰਸਨਲੀ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ, ਲੇਕਿਨ ਜੋ ਪਿਕਚਰ ਸਾਨੂੰ ਦਿਖ ਰਹੀ ਹੈ, ਜੋ ਪਿਕਚਰ ਸਾਨੂੰ ਨਜ਼ਰ ਆ ਰਹੀ ਹੈ, ਉਤੋਂ ਦਾ ਕਲੀਅਰ ਇਹੀ ਹੋ ਰਿਹਾ ਕਿ ਕੁਝ ਵਿੱਚ ਦਾਲ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਹੈਗਾ। ਖਾਸ ਤੌਰ ਦੇ ਉੱਤੇ ਵੀ ਦੂਜੀ ਆ ਵੀ ਨੁਕਤਾ ਆਪਾਂ ਲੈ ਲਈਏ ਵੀ ਜਿਹੜਾ ਪ੍ਰਭਦੀਪ ਸਿੰਘ ਨੇ ਵੀ ਇਹ ਪੋਸਟ ਪਾਈ ਸੀ ਵੀ ਇੱਦਾਂ 2500 ਪਾਉਂਡ ਦਾ ਜਿਹੜਾ ਆ ਵੀ ਉਹ ਸਰਵਰ ਲਾਉਣਾ ਆ ਜੀ, ਤੇ ਵੀ ਜੇ ਕੋਈ ਹੈਲਪ ਕਰਨੀ ਚਾਹੁੰਦਾ ਆ ਤੇ ਵੀ ਉਹ ਵੈਲਕਮ ਆ। ਤੇ ਉਹਨੂੰ ਜੇ ਹਿਸਾਬ ਦੇ ਨਾਲ ਆ ਸਾਡਾ ਜਿਹੜਾ ਇੱਥੇ ਬੈਠਾ ਇਹ ਨੇਕੀ ਜਿੱਦਾਂ ਇਹਨੇ ਅਖੇ ਵੀ ਐ ਸਵਾਦ ਲੈ ਕੇ ਤੇ ਅਖੇ ਵੀ ਪੋਸਟ ਪਾਈ ਆ $25 ਵਾਲਾ ਮੰਗ ਖਾਣਾ। ਆਹੋ ਹੈ ਤੇ ਜਿਹੜਾ ਆਪ ਵੀ ਜਿਹੜਾ ਰੇਡੀਓ ਇਹਨੇ ਚਲਾਇਆ ਵੀ ਉੱਥੇ ਸੈਟਅਪ ਜਦੋਂ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਆ ਜੀ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਪੈਸੇ ਭਾਈ ਕੰਟਰੀਬਿਊਟ ਕਰਕੇ ਤੇ ਫੇਰ ਉਹ ਸ਼ੁਰੂ ਕੀਤਾ ਸੀ। ਬਿਲਕੁਲ। ਔਰ ਫੇਰ ਜਿਹੜਾ ਗੁਰਦੁਆਰਾ ਆ ਵੀ ਉਹ ਅਖੇ ਵੀ ਕਿਹਦੇ ਪਿਓ ਦੇ ਪੈਸੇ ਨਾਲ ਚੱਲਦਾ ਪਿਆ, ਸਹੀ ਗੱਲ ਆ, ਕਬਜ਼ਾ ਕਰੀ ਬੈਠਾ ਉੱਥੇ। ਉਹ ਸਾਰਾ ਕੁਝ ਜਿਹੜਾ ਆ ਵੀ ਕੱਲਾ ਪ੍ਰੋਜੈਕਟ ਇਹ ਇਹੀ ਨਿਗਾ ਭਈ ਇਹਨੂੰ ਨਾ ਜਿੱਦਾਂ ਇਹ ਲੰਗਰ ਦੀ ਪ੍ਰਥਾ ਦੇ ਉੱਤੇ ਹਮਲਾ ਕਰਦੇ ਆ, ਜਿੱਦਾਂ ਇਹ ਭਈ ਸਾਡੀ ਗੁਰਬਾਣੀ ਦੀ ਜਿਹੜੀ ਦਾ ਸਿਸਟਮ ਆ ਵੀ ਗੁਰਬਾਣੀ ਨੂੰ ਯੂਜ਼ ਕਰਨਾ, ਸਮਝਣਾ, ਉਹਨੂੰ ਐਨਾਲਾਈਜ਼ ਕਰਨਾ ਤੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਰਤਣਾ, ਉਹਦੇ ਉੱਤੇ ਹਮਲਾ ਕਰਦੇ ਆ। ਜਿੱਦਾਂ ਜਿਹੜੀ ਸਾਡੀ ਕੀਰਤਨੀਆਂ ਦੀ ਟ੍ਰੈਡੀਸ਼ਨ ਆ ਉਹਦੇ ਉੱਤੇ ਹਮਲਾ ਕਰਦੇ ਆ, ਪ੍ਰਚਾਰ ਦੀ ਟ੍ਰੈਡੀਸ਼ਨ ਦੇ ਉੱਤੇ ਹਮਲਾ ਕਰਦੇ ਆ, ਵੀ ਹਰੇਕ ਟ੍ਰੈਡੀਸ਼ਨ ਤੇ ਸਾਡੀ ਦੇ ਉੱਤੇ ਇਹ ਹਮਲਾ ਕਰ ਰਹੇ ਨੇ ਬੰਦੇ। ਬਿਲਕੁਲ। ਉਹਨੂੰ ਕਮਜ਼ੋਰ ਕਰ ਰਹੇ ਨੇ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਬਕਵਾਸ ਇਹਨਾਂ ਨੇ ਇਸ ਪੁਆਇੰਟ ਦੇ ਉੱਤੇ ਕੀਤੀ ਆ ਭਈ ਜੇ ਮੰਨ ਲਓ ਭਈ ਕੌਮੀ ਰੇਡੀਓ ਸਟੇਸ਼ਨ ਜਿਹੜਾ ਆ ਭਈ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਕੌਮੀ ਕਾਰਜ ਲਈ ਜਿਹੜਾ ਰੇਡੀਓ ਸਟੇਸ਼ਨ ਹੈ ਵੀ ਚੱਲ ਰਿਹਾ, ਬਿਲਕੁਲ, ਔਰ ਉਹਨੂੰ ਜੇ ਭਈ ਉਹਨਾਂ ਨੂੰ ਨਵੀਂ ਇਕਵਿਪਮੈਂਟ ਦੀ ਲੋੜ ਆ ਤੇ ਉਹਨਾਂ ਨੇ ਇਹ ਕਹਿਤਾ ਵੀ ਜੇ ਕੋਈ ਕੰਟਰੀਬਿਊਟ ਕਰਨਾ ਚਾਹੁੰਦਾ ਆ ਤੇ ਕਰ ਦੇਵੇ, ਤੇ ਉਹਨੂੰ ਇੱਦਾਂ ਲੈਣਾ ਵੀ ਅਖੇ ਜੀ ਇਹ ਜੋ ਵੀ ਉਹਨਾਂ ਨੇ ਬਕਵਾਸ ਕੀਤੀ ਆ ਭਈ ਉਹ ਆਪਣੀ ਬੇਈਮਾਨੀ ਦੇ ਵਿੱਚੋਂ ਨਿਕਲੀਆਂ ਗੱਲਾਂ ਨੇ। ਕਿਉਂਕਿ ਕੋਸ਼ਿਸ਼ ਅਲਟੀਮੇਟਲੀ ਇਹਨਾਂ ਦਾ ਏਮ ਇਹ ਹੀ ਆ ਵੀ ਜਿਹੜੇ ਸਾਡੇ ਸਿਸਟਮ ਨੇ ਕੌਮੀ ਪ੍ਰੋਜੈਕਟਾਂ ਨੂੰ ਫਾਈਨੈਂਸ ਕਰਨੇ ਨੇ, ਬਿਲਕੁਲ, ਭਈ ਉਹਨਾਂ ਨੂੰ ਖਤਮ ਕੀਤਾ ਜਾਵੇ, ਉਹਨਾਂ ਨੂੰ ਜੜੋਂ ਪੁੱਟਿਆ ਜਾਵੇ। ਅੱਜ ਤੱਕ ਇਹਨਾਂ ਵੱਲੋਂ ਕੋਈ ਸਟੇਟਮੈਂਟ ਆਈ ਹੋਵੇ ਵੀ ਜਿਹਦੇ ਵਿੱਚ ਇਹ ਸਵਾਲ ਪੈਦਾ ਕੀਤਾ ਗਿਆ ਹੋਵੇ ਭਈ ਜਿਹੜੇ ਕਾਮਰੇਡਾਂ ਵੱਲੋਂ ਇੰਨੇ ਰੇਡੀਓ ਸਟੇਸ਼ਨ ਹਰੇਕ ਮੁਲਕ ਦੇ ਵਿੱਚ ਚੱਲਦੇ ਪਏ ਨੇ, ਜਿਹੜੀਆਂ ਅਖਬਾਰਾਂ ਜਿਹੜੀਆਂ ਨੇ ਪੰਜਾਬੀ ਦੀਆਂ ਤੇ ਹੋਰ ਜਿਹੜੀਆਂ ਵੀ ਫ੍ਰੀ ਵੰਡੀਆਂ ਜਾ ਰਹੀਆਂ, ਬਿਲਕੁਲ, ਉਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ?
ਉਹ ਕੌਮ ਦੇ ਰਹੀ ਹੈ ਫੰਡਿੰਗ। ਜਦੋਂ ਕੌਮ ਨਹੀਂ ਦੇ ਰਹੀ ਫਿਰ ਫੰਡਿੰਗ ਕਿੱਥੋਂ ਆ ਰਹੀ ਹੈ ਉਹਨਾਂ ਦੀ? ਬਿਲਕੁਲ ਬਿਲਕੁਲ। ਇੱਥੇ ਜਿਹੜਾ ਕੌਮੀ ਕਾਰਜ ਆ ਉਹਦੇ ਲਈ ਕੌਮ ਨੂੰ ਕਿਹਾ ਜਾ ਰਿਹਾ ਆ ਵੀ ਭਾਈ ਵੀ ਅਖੇ ਵੀ ਜੇ ਤੁਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਤੇ ਵੈਲਕਮ ਆ। ਬਿਲਕੁਲ। ਔਰ ਉਹਨੂੰ ਇਹ ਕਹਿਣਾ ਵੀ ਅਖੇ ਵੀ ਇਹ ਬਹੁਤ ਕਿਤੇ ਮਾੜੀ ਗੱਲ ਕਰ ਦਿੱਤੀ ਗਈ ਆ, ਮਤਲਬ ਪੇਸ਼ ਇਦਾਂ ਕੀਤਾ ਜਾ ਰਿਹਾ। ਸੋ ਉੱਥੋਂ ਗੱਲ ਸਿੱਧੀ ਇਹੀ ਮਤਲਬ ਏਮ ਇਹਨਾਂ ਦਾ ਇਹ ਬਣਦਾ ਆ ਭਈ ਕੋਈ ਵੀ ਬੰਦਾ ਜਿਹੜਾ ਆ ਵੀ ਜੇ ਕੌਮ ਲਈ ਕੋਈ ਕਰਨਾ ਚਾਹੁੰਦਾ ਆ ਜੀ, ਉਹ ਪਹਿਲਾਂ ਤੇ ਇਹ ਡਿਸਾਈਡ ਕਰੇ ਵੀ ਮੇਰੇ ਕੋਲ ਇੰਨਾ ਪੈਸਾ ਹੈਗਾ। ਬਿਲਕੁਲ। ਆਈਡੀਆ ਭਾਵੇਂ ਜਿਹੜਾ ਆ ਉਹ ਅੱਜ ਤੋਂ 100 ਸਾਲ ਗਾਂਹ ਦਾ ਹੋਵੇ। ਬਿਲਕੁਲ। ਪਰ ਜੇ ਉਹਦੇ ਕੋਲੇ ਪੈਸਾ ਹੈ ਨਹੀਂਗਾ, ਪਹਿਲਾਂ ਇਹਦਾ ਮਤਲਬ ਵੀ ਉਹ ਪੈਸਾ ਆਪਣਾ ਜਿਹੜਾ ਵੀ ਕਮਾਉਣਾ ਸ਼ੁਰੂ ਕਰੇ। ਮਤਲਬ ਜਦੋਂ ਉਹਨੇ ਪੈਸਾ ਕਮਾ ਲਿਆ ਉਹ ਤੋਂ ਬਾਅਦ ਉਹਦੇ ਵਿੱਚ ਕਿੰਨੀ ਕੁ ਕੌਮੀਅਤ ਬਚਦੀ ਆ ਤੇ ਕਿੰਨੀ ਉਮਰ ਬਚਦੀ ਹੈ ਬਿਲਕੁਲ ਬਈ ਕਰਨੇ ਲਈ। ਔਰ ਉਹ ਤੋਂ ਬਾਅਦ ਫਿਰ ਜਿਹੜੀਆਂ ਕਬੀਲਦਾਰੀਆਂ ਤੇ ਹੋਰ ਸਾਰਾ ਕੁਝ। ਬਿਲਕੁਲ। ਜਦ ਕਿ ਹਰੇਕ ਪ੍ਰੋਜੈਕਟ ਦਾ ਹਰੇਕ ਜਿਹੜਾ ਮਨਸੂਬਾ ਹੁੰਦਾ ਉਹਦਾ ਟਾਈਮ ਹੁੰਦਾ ਐਕਸੀਕਿਊਟ ਕਰਨ ਦਾ। ਬਿਲਕੁਲ। ਔਰ ਕੌਮ ਦਾ ਸਿਸਟਮ ਇਹ ਆ ਵੀ ਕੌਮ ਜਦੋਂ ਵੇਖਦੀ ਆ ਵੀ ਹਾਂ ਵੀ ਆਹ ਜਿਹੜਾ ਪ੍ਰਪੋਜ਼ਲ ਆ ਵੀ ਇਹ ਬਿਲਕੁਲ ਕੌਮੀ ਹੈਗਾ ਔਰ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਆ, ਅਗਲੇ ਉਦਾਂ ਹੀ ਕਰਦੇ ਆ। ਜਦੋਂ ਕਿਸੇ ਨੂੰ ਪਤਾ ਹੀ ਨਹੀਂ ਵੀ ਕੋਈ ਕੌਮੀ ਪ੍ਰੋਜੈਕਟ ਚੱਲ ਰਿਹਾ ਹੈ, ਜਿਹੜਾ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਜਦੋਂ ਕੋਈ ਕੌਮ ਬਾਰੇ ਕੋਈ ਕੌਮ ਦੇ ਭਵਿੱਖ ਲਈ ਕੋਈ ਉਸਾਰੂ ਪ੍ਰੋਜੈਕਟ ਸ਼ੁਰੂ ਕਰੇ, ਉਹ ਈਵਨ ਲੋਕਾਂ ਦੇ ਵਿੱਚ ਇਹ ਗੱਲ ਕਹਿਣ ਤੋਂ ਵੀ ਸ਼ਰਮ ਕਰੇ ਵੀ ਅਖੇ ਵੀ ਮੈਂ ਆਹ ਕਰਨ ਲੱਗਿਆ ਕਿਉਂਕਿ ਇਹੋ ਜਿਹੇ ਜਿਹੜੇ ਕੁੱਤੇ ਬੈਠੇ ਆ ਇਹਨਾਂ ਨੇ ਟਰੋਲ ਕਰਨਾ। ਨਹੀਂ ਭਾਜੀ, ਆਪਾਂ ਉਹ ਕਈ ਵਾਰ ਆਪਾਂ ਵੀ ਗੱਲ ਵੀ ਕਰਦੇ ਆ ਕਿ ਇਹਨਾਂ ਦਾ ਮਕਸਦ ਹੀ ਹੈਗਾ ਆ ਸਾਡੇ ਦਿਮਾਗਾਂ ਦੇ ਉੱਤੇ ਸੱਟ ਮਾਰਨਾ, ਜਿਹਨੂੰ ਆਪਾਂ ਦਿਮਾਗੀ ਹਮਲੇ ਕਹਿੰਦੇ ਆ। ਮਾਨਸਿਕ ਤੌਰ ਦੇ ਉੱਤੇ ਇਹ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਹਰ ਪਾਸੋਂ, ਜਿੱਦਾਂ ਆਪ ਜੀ ਨੇ ਮੈਂਸ਼ਨ ਕੀਤਾ ਆ। ਤੇ ਉਹਦਾ ਹੀ ਇੱਕ ਇਹ ਹਿੱਸਾ ਹੈਗਾ ਆ ਜਦੋਂ ਕੋਈ ਕੌਮੀ ਪ੍ਰੋਜੈਕਟ ਚੱਲਣਾ ਆ ਤੇ ਉਹ ਓਬਵੀਅਸਲੀ ਕੌਮ ਦੇ ਨਾਲ ਹੀ ਹੋਣਾ ਹੈ ਨਾ, ਕੌਮ ਦੀ ਮਦਦ ਦੇ ਨਾਲ ਹੋਣਾ ਹੈ, ਕੌਮ ਦੀ ਹੈਲਪ ਦੇ ਨਾਲ ਹੋਣਾ ਆ। ਹੁਣ ਆਪਣੀ ਵਾਰ ਦਾ ਆਪਣੇ ਵਾਸਤੇ ਵੀ ਬੇਸ਼ਰਮੀ ਦੇ ਨਾਲ ਉੱਥੇ ਬਹਿ ਕੇ ਕਦੇ $25 ਮੰਗਦੇ, ਕਦੇ ਕਹਿੰਦੇ $10 ਦਾ ਪੇਟੀਐਮ ਕਰ ਦੋ, ਕਦੇ ਕੁਛ ਕਰ ਦੋ, ਕਦੇ ਕੁਛ ਕਰ ਦੋ। ਫਿਰ ਇੰਟਰਨੈਸ਼ਨਲ ਅਕਾਊਂਟ ਬਣਦੇ ਫਿਰਦੇ ਸਾਰੇ ਪਾਸੇ ਹੈ। ਫਿਰ ਗੱਲ 'ਚ ਗੂਠਾ ਵੀ ਦਿੰਦੇ ਆ ਪੂਰੇ। ਬਿਲਕੁਲ। ਫਿਰ ਪੂਰਾ ਇੱਥੇ ਬਹਿ ਕੇ ਉਦੋਂ 2-2 3-3 ਘੰਟੇ ਪੂਰੇ ਗੱਲ 'ਚ ਗੂਠਾ ਵੀ ਦਿੱਤਾ ਜਾਂਦਾ ਕਿ ਪੈਸੇ ਕੱਢੋ। ਫਿਰ ਅਸੀਂ 100 ਪਰਿਵਾਰ ਕਰ ਲੈਣਾ ਆ, 100 ਪਰਿਵਾਰ ਨੇਨਾ ਕਰ ਲੈਣਾ ਆ, ਫਿਰ ਆਪਾਂ 5 ਤਖਤ ਬਣਾ ਲੈਣੇ ਆ, ਇਹ ਕਰ ਲੈਣਾ ਉਹ ਕਰ ਲੈਣਾ ਆ। ਮਤਲਬ ਸਿਰੇ ਦੀ ਬਕਵਾਸ ਕਰਨੀ ਹੈ। ਫਿਰ ਉਹ ਬਕਵਾਸ ਵਾਸਤੇ ਪੈਸੇ ਮੰਗਣੇ ਆ। ਤੇ ਅਗਲੇ ਜੇ ਕੋਈ ਕੌਮੀ ਕਾਰਜ ਕਰਨਾ ਚਾਹ ਰਿਹਾ ਤੇ ਉਹਦੇ ਵਾਸਤੇ ਜੇ ਉਹਨੇ ਅਪੀਲ ਕੀਤੀ ਹੈ ਜਾਂ ਦੱਸਿਆ ਕਿ ਵੀ ਇਹ ਕੌਮੀ ਕਾਰਜ ਚੱਲ ਰਿਹਾ ਹੈ, ਉਹਦੀ ਸਪੋਰਟ ਕੀਤੀ ਜਾਵੇ ਤੇ ਇਹ 'ਚ ਮਾੜਾ ਕੀ ਹੋ ਗਿਆ ਹੈਗਾ। ਬਿਲਕੁਲ। ਈਵਨ ਉਹਨਾਂ ਨੇ ਕੋਈ ਗੱਲ 'ਚ ਗੁੱਠਾ ਵੀ ਥੋੜਾ ਦਿੱਤਾ ਕਿ ਜੇ ਨਹੀਂ ਦੋਗੇ ਤਾਂ ਅਸੀਂ ਭਾਈ ਇਹ ਕਰ ਦਾਂਗੇ, ਅਸੀਂ ਬੰਦ ਕਰ ਦਾਂਗੇ ਜਾਂ ਐ ਕਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਹੱਦ ਹੁੰਦੀ ਹੈ। ਨਾਲੇ ਦੂਜੀ ਗੱਲ ਇਹ ਵੀ ਵੇਖੋ ਭਈ ਜਦੋਂ ਨਾ ਆਪਣਾ ਇਹ ਬਰਾਕ ਓਬਾਮਾ ਪ੍ਰੈਜ਼ੀਡੈਂਟ ਬਣਿਆ ਜੀ, ਇਹ ਤੋਂ ਉਸ ਇਲੈਕਸ਼ਨ ਦੇ ਵਿੱਚ ਜਾਂ ਮੇਰੇ ਖਿਆਲ ਉਹ ਤੋਂ ਇੱਕ ਪਹਿਲੀ ਇਲੈਕਸ਼ਨ ਦੇ ਵਿੱਚ 2004 ਵਾਲੀ ਦੇ ਵਿੱਚ ਜੀ ਭਈ ਜਿਹੜੀ ਡੈਮੋਕ੍ਰੈਟਿਕ ਪਾਰਟੀ ਸੀਗੀ ਵੀ ਉਹਦਾ ਜਿਹੜਾ ਇਹ 2 ਕੈਂਡੀਡੇਟ ਸੀਗੇ ਭਈ ਇੱਕ ਮੇਰੇ ਖਿਆਲ ਸੀਗਾ ਰੀਡ ਕਰਕੇ, ਉਹਦਾ ਮੈਨੂੰ ਪਹਿਲਾ ਨਾਮ ਭੁੱਲ ਗਿਆ, ਤੇ ਦੂਜਾ ਇਹ ਸੀ ਬਰਾਕ ਓਬਾਮਾ ਜੀ, ਜਿਹਨੇ ਇਹ ਸਾਫ਼ ਮਨਾ ਕਰ ਦਿੱਤਾ ਸੀਗਾ ਵੀ ਮੈਂ ਕੋਈ ਵੀ ਜਿਹੜੀ ਬਿਲੀਅਨੇਰਾਂ ਦੀਆਂ ਡੋਨੇਸ਼ਨਸ ਨੇ ਜਾਂ ਜਿਹੜੀਆਂ ਕੋਈ ਕਾਰਪੋਰੇਸ਼ਨਾਂ ਨੇ ਵੀ ਉਹਨਾਂ ਦੀਆਂ ਡੋਨੇਸ਼ਨ ਮੈਂ ਲੈਣੀਆਂ ਹੀ ਨਹੀਂ ਜੀ। ਮੈਂ ਕਹਿੰਦਾ ਵੀ ਜਿਹੜੇ ਆਮ ਪਬਲਿਕ ਹੈਗੀ ਆ ਉਹਨਾਂ ਨੇ ਭਾਵੇਂ ਮੈਨੂੰ $5 ਦੇਣ, ਭਾਵੇਂ $10 ਦੇਣ, ਭਾਵੇਂ 100 ਦੇਣ, ਭਾਵੇਂ 1000 ਦੇਣ, ਆਮ ਜਿਹੜਾ ਬੰਦਾ ਹੈਗਾ ਆ ਉਹਦੀ ਡੋਨੇਸ਼ਨ ਦੇ ਨਾਲ ਵੀ ਮੈਂ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਉਹ ਲੜੂੰਗਾ ਜੀ। ਭਈ ਮੈਂ ਜਿਹੜੇ ਕਹਿ ਲਓ ਭਈ ਬੰਦਿਆਂ ਨੂੰ ਵੱਡੀ ਡੋਨੇਸ਼ਨ ਦੇ ਕੇ ਤੇ ਖਰੀਦਦੇ ਆ ਜੀ, ਮੈਂ ਖਰੀਦਿਆ ਨਹੀਂ ਜਾਊਂਗਾ। ਠੀਕ ਹੈ। ਹੁਣ ਜੇ ਪ੍ਰਭਦੀਪ ਸਿੰਘ ਨੂੰ ਕੋਈ ਇਹ ਕਵੇ ਵੀ ਉਹ ਛੱਡ ਤੂੰ, ਮੈਂ ਤੈਨੂੰ £5000 ਦਿੰਦਾ, $10,000 ਦਿੰਦਾ, ਤੂੰ ਆਹ ਕਹਿਣਾ ਆ ਵੀ ਜੋ ਕਹਿਣਾ ਠੀਕ ਹੈ। ਨਹੀਂ ਭਾਜੀ ਉਦਾਂ ਇਹ ਬੰਦੇ ਉਹ ਨੇ ਨਾ ਵੀ ਜਿਹੜੇ ਇੱਦਾਂ ਟਕੇ ਤੇ ਵਿਕਦੇ ਆ ਰੇਕੀ ਵਰਗੇ ਤੇ ਹੋਰ। ਬਿਲਕੁਲ ਸਹੀ ਗੱਲ। ਸੋ ਤਾਂ ਕਰਕੇ ਇਹਨਾਂ ਨੂੰ ਤਕਲੀਫ ਇੱਥੋਂ ਹੋ ਰਹੀ ਹੈ। ਨਹੀਂ ਉਦਾਂ ਜੇ ਉਹ ਹੁਣ ਜੇ ਗੱਲ ਵੀ ਕਰ ਲਈਏ ਕਿ ਹੁਣ ਆਪਾਂ ਇੱਕ ਮੋਟੀ ਨਜ਼ਰ ਮਾਰੀਏ ਚਲ ਇੰਟਰਨੈਟ ਦੀ ਅੱਜ ਦੁਨੀਆ, ਇੰਟਰਨੈਟ ਤੇ ਨਜ਼ਰ ਮਾਰੀਏ ਕਿੰਨੇ ਕੁ ਪਲੇਟਫਾਰਮ ਹੈ ਜਿਹੜੀ ਗੁਰਮਤ ਦੀ ਗੱਲ ਕਰਦੇ ਨੇ। ਬਿਲਕੁਲ ਬੜੇ ਥੋੜੇ ਪਲੇਟਫਾਰਮ ਹੈ। ਉਹ ਥੋੜੇ ਪਲੇਟਫਾਰਮਾਂ 'ਚ ਇੱਕ ਹੈਗਾ ਸਿੰਘ ਨਾ ਤੇ ਖਾਲਸਾ ਨਿਊਜ਼, ਹੈ ਨਾ। ਹੁਣ ਫੰਡਿੰਗ ਦੀ ਲੋੜ ਕਿਹੜੇ ਪ੍ਰੋਜੈਕਟ ਨੂੰ ਨਹੀਂ ਹੁੰਦੀ, ਫੰਡ ਦੀ ਲੋੜ ਕਿਹੜੇ ਪ੍ਰੋਜੈਕਟ ਨੂੰ ਨਹੀਂ ਹੁੰਦੀ, ਹਰ ਇੱਕ ਪ੍ਰੋਜੈਕਟ ਨੂੰ ਹੁੰਦੀ ਹੈ। ਤੇ ਉਹ ਮੈਂ ਵੀ ਉਹੀ ਕਹਿਣਾ ਚਾਹੁੰਦਾ ਸੀਗਾ ਕਿ ਫਿਰ ਜੇ ਕੋਈ ਇੱਕ ਬੰਦਾ ਆ ਕੇ ਕਹੇ ਕਿ ਆਹ ਲਓ ਜੀ ਤੁਹਾਡੇ ਕੋਲ $10,000 ਜਾਂ £10,000 ਤੁਸੀਂ ਆਹ ਗੱਲਾਂ ਕਰਨੀਆਂ, ਫਿਰ ਠੀਕ ਹੈ। ਫਿਰ ਮਤਲਬ ਤੁਸੀਂ ਕੌਮੀ ਪ੍ਰੋਜੈਕਟ ਠੱਪ ਕਰਨਾ ਚਾਹੁੰਦੇ ਆ ਨਾ, ਤੁਹਾਡਾ ਜ਼ੋਰ ਇਹ ਲੱਗਾ। ਜਗਰੂਪ ਸਿੰਘ ਨੇ ਵੀ ਉਸੇ ਮੌਕੇ ਤੇ ਵੀਡੀਓ ਕੱਢ ਕੇ ਆਪਣੀ ਜਿਹੜੀ ਬੱਕੜਵਾ ਕੀਤੀ ਹੈ, ਜਿਹੜੀ ਪੜਾਸ ਕੱਢੀ ਹੈਗੀ ਹੈ, ਪਰਪਸ ਉਹਨਾਂ ਦੀ ਵੀ ਇਹ ਹੈ ਕਿ ਉਹਨਾਂ ਦਾ ਪ੍ਰੋਜੈਕਟ ਫੇਲ ਹੋ ਜਾਣ। ਉਸ ਤੋਂ ਬਾਅਦ ਹੈ ਕੀ ਤੁਹਾਡੇ ਕੋਲ? ਇਹ ਵੀ ਬੇਨਤੀ ਆ ਜਗਰੂਪ ਸਿੰਘ ਨੂੰ ਵੀ ਥੋੜਾ ਜਿਹਾ ਵਿਚਾਰ ਲਾਓ ਭਈ ਆਪਣਾ ਜਿਹੜਾ ਤੁਹਾਡਾ ਕੰਮ ਆ, ਇਹ ਜਿਹੜੀਆਂ ਵੀਡੀਓ ਤੁਸੀਂ ਕੱਢ ਰਹੇ ਆ ਵੀ ਇਹਦਾ ਕੌਮ ਨੂੰ ਕਿੰਨਾ ਨੁਕਸਾਨ ਹੋਣਾ। ਬਿਲਕੁਲ। ਸੋ ਉਹਦਾ ਥੋੜਾ ਜਿਹਾ ਹਿਸਾਬ ਕਿਤਾਬ ਜਿਹੜਾ ਲਾ ਲਓ ਵੀ ਮੇਰਾ ਨੁਕਸਾਨ ਤੇ ਕੌਮ ਦਾ ਨੁਕਸਾਨ, ਇਹਦੇ ਵਿੱਚੋਂ ਮੈਂ ਕਿਵੇਂ
ਜਿਹੜਾ ਆ ਵੀ ਉਹ ਚੀਜ਼ ਬੈਲੈਂਸ ਕਰਾਂ। ਬੈਲੈਂਸ ਕਰਨੀ ਹੈ। ਔਰ ਦੂਜੀ ਗੱਲ ਇਹ ਵੀ ਆ ਵੀ ਜੇ ਮੰਨ ਲਓ ਵੀ ਜਿਹੜਾ ਕੌਮ ਦਾ ਆਪਣਾ ਫਾਈਨੈਂਸ਼ੀਅਲ ਸਿਸਟਮ ਆ ਪ੍ਰੋਜੈਕਟਾਂ ਨੂੰ ਫਾਈਨੈਂਸ ਕਰਨੇ ਦਾ, ਜੀ, ਜੇ ਉਹ ਖਤਮ ਹੋ ਜਾਂਦਾ ਆ ਤੇ ਉਹ ਤੋਂ ਬਾਅਦ ਫਿਰ ਬਚਦਾ ਕੀ ਆ? ਸੋ ਉਹਨੂੰ ਵੀ ਥੋੜਾ ਜਿਹਾ ਵਿਚਾਰ ਲਓ ਵੀ ਮੰਨ ਲਓ ਵੀ ਹਾਂ ਭਾਈ ਵੀ ਕਿਸੇ ਨੇ ਰੇਡੀਓ ਸਟੇਸ਼ਨ ਸ਼ੁਰੂ ਕਰਨਾ, ਜਾਂ ਕਿਸੇ ਨੇ ਅਖਬਾਰ ਸ਼ੁਰੂ ਕਰਨੀ ਆ, ਜਾਂ ਕਿਸੇ ਨੇ ਸਕੂਲ ਸ਼ੁਰੂ ਕਰਨਾ। ਬਿਲਕੁਲ। ਹੁਣ ਉਹ ਤੋਂ ਬਾਅਦ ਵੀ ਤੁਸੀਂ ਅਖਬਾਰ ਦੀ ਲੈ ਲਓ ਉਦਾਹਰਨ, ਭਈ ਅਖਬਾਰ ਸ਼ੁਰੂ ਕਰਨੀ ਆ, ਪੈਸੇ ਤੁਸੀਂ ਮੰਗ ਨਹੀਂ ਸਕਦੇ ਵੀ ਉਸ ਹਿਸਾਬ ਦੇ ਨਾਲ ਵੀ ਜਿਹੜੀਆਂ ਵੋਲੰਟਰੀ ਕੰਟਰੀਬਿਊਸ਼ਨਸ ਨੇ ਵੀ ਤੁਸੀਂ ਡੋਨੇਸ਼ਨਸ ਦੀ ਅਪੀਲ ਨਹੀਂ ਕਰ ਸਕਦੇ ਵੀ ਇਹਨਾਂ ਦੇ ਮੁਤਾਬਕ ਵੀ ਜੇ ਸਿਚੁਏਸ਼ਨ ਉਹ ਆ ਜਾਂਦੀ ਹੈ। ਤੇ ਉਹ ਤੋਂ ਬਾਅਦ ਤੁਸੀਂ ਇਹੀ ਕਰੋਗੇ ਨਾ ਭਈ ਠੀਕ ਆ ਭਾਈ ਵੀ ਜਿਹੜੀ ਅਖਬਾਰ ਛਪਣੀ ਆ ਭਈ ਉਹਦੀ ਜਾਂ ਜੇ ਵੈਬਸਾਈਟ ਆ ਤੇ ਉਹਦੀ ਮੈਂਬਰਸ਼ਿਪ ਜਿਹੜੀ ਆ ਉਹ ਪੇਡ ਹੋਊਗੀ, ਭਈ ਜਿਹੜਾ ਅਗੇ ਵੀ ਮਹੀਨੇ ਦੇ $10 ਜਾਂ ਜਿੰਨਾ ਵੀ ਹਿਸਾਬ ਕਿਤਾਬ ਹੈਗਾ ਵੀ ਉਹ ਜੇ ਦੇਈ ਜਾਂਦਾ ਆ ਉਹਨੂੰ ਐਕਸੈਸ ਹੋਊਗੀ, ਬਾਕੀਆਂ ਨੂੰ ਨਹੀਂ ਹੋਊਗੀ। ਉਹਦਾ ਨੁਕਸਾਨ ਕਿਹਨੂੰ ਆ? ਕੌਮ ਨੂੰ, ਕਿਉਂਕਿ ਜਿਹਦੇ ਕੋਲੇ ਪੈਸਾ ਹੈਗਾ ਆ ਉਹਦੇ ਕੋਲੇ ਇਨਫੋਰਮੇਸ਼ਨ ਜਾ ਰਹੀ ਆ, ਜਿਹਦੇ ਕੋਲੇ ਪੈਸਾ ਹੈ ਨਹੀਂਗਾ ਉਹ ਬਿਲਕੁਲ ਅਗਿਆਨੀ ਹੋਇਆ ਬੈਠਾ ਆ, ਉਹ ਅਨਅਵੇਅਰ ਬੈਠਾ, ਉਹਨੂੰ ਪਤਾ ਹੀ ਨਹੀਂ, ਜਾਣਕਾਰੀ ਨਹੀਂ ਪਹੁੰਚ ਰਹੀ। ਜਿਹੜਾ ਸਾਡਾ ਸਿਸਟਮ ਆ ਉਹਦੇ ਵਿੱਚ ਇਹ ਆ ਵੀ ਜਿਹਦੇ ਵਿੱਚ ਸਮਰੱਥਾ ਹੈਗੀ ਆ ਉਹ ਕੰਟਰੀਬਿਊਟ ਕਰ ਦਿੰਦਾ ਆ, ਜਿਹਦੇ ਕੋਲੇ ਸਮਰੱਥਾ ਹੈ ਨਹੀਂ ਗੀ ਬੈਨੀਫਿਟ ਫੇਰ ਵੀ ਉਹਨੂੰ ਵੀ ਮਿਲ ਰਿਹਾ। ਬਿਲਕੁਲ, ਬੈਨੀਫਿਟ ਸਾਰਿਆਂ ਨੂੰ ਬਰਾਬਰ ਦਾ ਮਿਲ ਰਿਹਾ। ਨਹੀਂ ਭਾਜੀ ਬਿਲਕੁਲ ਸਹੀ ਗੱਲ ਹੈ। ਹੁਣ ਆਪਾਂ ਦੀਵਾਨ ਦਾ ਐਗਜ਼ਾਮਪਲ ਲੈ ਲਈ, ਜਦੋਂ ਦੀਵਾਨ ਲੱਗਦਾ ਕਥਾ ਸੁਣਦੇ ਆ, ਹੁਣ ਜਦੋਂ ਕਥਾਕਾਰ ਕਥਾ ਕਰਦਾ ਆ ਉਸ ਤੋਂ ਬਾਅਦ ਕੋਈ ਮਤਲਬ ਆਪਣੀ ਸ਼ਰਧਾ ਦੇ ਹਿਸਾਬ ਨਾਲ ਭੇਟ ਕਰਦਾ ਆ ਮਾਇਆ, ਕੋਈ ਨਹੀਂ ਕਰਦਾ ਹੈਗਾ, ਲੇਕਿਨ ਲਾਹਾ ਤੇ ਫਾਇਦਾ ਤੇ ਸਾਰਿਆਂ ਨੂੰ ਹੋਇਆ ਨਾ ਉੱਥੇ ਬੈਠਣ ਦਾ। ਤੇ ਜੇ ਉਹੀ ਚੀਜ਼ ਜਿਹੜੀ ਆ ਵੀ ਪੇਡ ਲੈਕਚਰਾਂ ਵਾਂਗ ਰੱਖ ਦਿੱਤੀ ਜਾਵੇ ਫਿਰ ਠੀਕ ਹੈ, ਜਿੱਦਾਂ ਗੋਰਿਆਂ ਦਾ ਹੁੰਦਾ ਆ ਸਿਸਟਮ ਵੀ ਭਾਈ ਯੂਨੀਵਰਸਿਟੀ ਦੇ ਵਿੱਚ ਆ ਫਲਾਣੇ ਦਾ ਲੈਕਚਰ ਰੱਖਿਆ ਆ, ਅਗੇ $20 ਜਿਹੜੀ ਆ ਵੀ ਉਹ ਟਿਕਟ ਲਾਓ ਤੇ ਆ ਕੇ ਬਹਿ ਕੇ ਸੁਣ ਲਓ। ਹੁਣ ਜੇ ਤੁਸੀਂ ਮੰਨ ਲਓ ਵੀ ਜਿਹੜਾ ਲੈਕਚਰ ਆ ਉਹ ਇਦਾਂ ਰੱਖ ਦਿੰਦੇ ਆ ਤੇ ਜਪਜੀ ਸਾਹਿਬ ਦੀ ਵਿਆਖਿਆ ਹੋਊਗੀ, $20 ਟਿਕਟ ਆ ਵੀ ਜਿਹਨੇ ਆ ਕੇ ਸੁਣਨਾ ਆ ਵੀ ਉਹ ਸੁਣ ਲਓ, ਉਹਦਾ ਨੁਕਸਾਨ ਕਿਹਨੂੰ ਆ? ਬਿਲਕੁਲ ਕੌਮ ਨੂੰ ਹੀ ਆ ਨਾ। ਕੌਮ ਨੂੰ ਹੀ ਹੈਗਾ ਭਈ ਜਿਹੜਾ $20 ਖਰਚ ਸਕਦਾ ਆ ਉਹ ਜਾ ਕੇ ਬਹਿ ਕੇ ਸੁਣ ਲੂਗਾ, ਉਹਨੂੰ ਪਤਾ ਲੱਗ ਜੂਗਾ ਵੀ ਜਪਜੀ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਕੀ ਕਹਿ ਰਹੇ ਆ, ਤੇ ਜਿਹੜੇ ਬਾਕੀ ਦੇ ਨੇ ਉਹ ਅਖੇ ਚੁੱਪ ਕਰਕੇ ਬੈਠੇ ਰਹੂਗੇ ਵੀ ਹਾਂ ਠੀਕ ਆ ਵੀ ਮੈਂ ਭਾਈ ਇਹ ਨਿਆਣੇ ਲਈ ਭਈ ਦੁੱਧ ਜਿਹੜਾ ਆ ਵੀ ਉਹਦਾ ਪੈਕਟ ਲੈ ਜਾਵਾਂ ਤੇ ਉਹ ਬੈਟਰ। ਸਹੀ ਗੱਲ ਆ। ਨਹੀਂ ਉਹ ਗੱਲ ਬਿਲਕੁਲ ਠੀਕ ਹੈ ਕਿ ਉਹ ਜਿਹੜੇ ਸਾਡੇ ਗੁਰੂ ਪਾਤਸ਼ਾਹ ਵੱਲੋਂ ਸਿਸਟਮ ਬਣਾਏ ਗਏ ਹੁਣ ਹਮਲੇ ਉਹਨਾਂ ਤੇ ਕੀਤੇ ਜਾ ਰਹੇ ਗਾਹੇ ਬਗਾਏ, ਚਾਹੇ ਕੰਨ ਇੱਧਰੋਂ ਫੜ ਲਓ ਚਾਹੇ ਉੱਧਰੋਂ ਫੜ ਲਓ, ਗੱਲਾਂ ਇਹਨਾਂ ਦੀ ਉੱਥੇ ਜਾ ਕੇ ਮੁੱਕਦੀਆਂ ਹੈਗੀ। ਕਿਸੇ ਤਰੀਕੇ ਨਾਲ ਇਹਨਾਂ ਦੇ ਜਿਹੜੇ ਸਿੱਖਾਂ ਦੇ ਬਣਾਏ ਸਿਸਟਮ ਹੈ, ਗੁਰੂ ਪਾਤਸ਼ਾਹ ਵੱਲੋਂ ਬਣਾਏ ਸਿਸਟਮ ਉਹ ਖਤਮ ਕਰ ਦਿੱਤੇ ਜਾਣ। ਓਬਵੀਅਸਲੀ ਭਾਜੀ ਕੌਮਾਂ ਸਿਸਟਮਾਂ ਤੇ ਹੀ ਚੱਲਦੀਆਂ ਨੇ, ਕੋਈ ਵੀ ਕੌਮ ਆ ਜਾਂ ਕੋਈ ਵੀ ਕੰਟਰੀ ਆ, ਕੰਟਰੀ ਦੀ ਐਗਜ਼ਾਮਪਲ ਲੈ ਲਈ, ਇੱਥੇ ਸਿਸਟਮ ਬਣੇ ਹੋਏ ਆ, ਜਿਹੜਾ ਸਿਸਟਮਾਂ ਨੂੰ ਤੁਸੀਂ ਖਤਮ ਕਰ ਦੋਗੇ, ਜੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਇੰਡੀਆ ਵਾਲੇ ਸਿਸਟਮ ਲਿਆ ਕੇ ਲਾ ਦੋਗੇ, ਨਿਊਜ਼ੀਲੈਂਡ ਥੋੜ੍ਹਾ ਨਾ ਰਹਿ ਜਾਣਾ ਹੈਗਾ। ਕਹਿਣ ਦਾ ਭਾਵ ਮੇਰਾ ਹੈ ਕਿ ਸਿਸਟਮ ਇੱਕ ਬੜੀ ਵੱਡੀ ਇੱਕ ਕਹਿ ਲਓ ਕਿ ਅਹਿਮ ਇੰਪੋਰਟੈਂਟ ਪਾਰਟ ਆ ਤੁਹਾਡੇ ਵਿੱਚ, ਤੁਹਾਡੀ ਪ੍ਰੋਗਰੈਸ ਦੇ ਵਿੱਚ। ਜੇ ਉਹ ਸਿਸਟਮ ਨਹੀਂ ਹੈਗੇ ਤਾਂ ਤੁਹਾਡੀ ਪ੍ਰੋਗਰੈਸ ਦੇ ਵਿੱਚ ਕਿਤੇ ਨਾ ਕਿਤੇ ਰੁਕਾਵਟ ਆ ਜਾਣੀ ਹੈਗੀ ਜਾਂ ਉਹ ਬਿਲਕੁਲ ਹੀ ਰੁਕ ਜਾਣੀ ਹੈਗੀ ਆ। ਤਾਂ ਉਹ ਚੀਜ਼ਾਂ ਨੂੰ ਜ਼ਰੂਰ ਸਾਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਕਿ ਇਹ ਅਪਗ੍ਰੇਡਾਂ ਕਿੱਦਾਂ ਦਿਮਾਗੀ ਪੱਧਰ ਤੇ ਜਾ ਕੇ ਗੇਮਾਂ ਖੇਡਦੇ ਨੇ। ਔਰ ਨਾਲ ਦੂਜੀ ਗੱਲ ਇਹ ਵੀ ਆ ਵੀ ਜਿੱਦਾਂ ਵੀ ਜਦੋਂ ਹੁਣ ਖਾਲਸਾ ਏਡ ਵਾਲਿਆਂ ਨੇ ਆਕਸੀਜਨ ਦੇ ਲੰਗਰ ਲਾਏ ਆ ਜੀ, ਬਿਲਕੁਲ, ਹੁਣ ਉਹਦੀ ਸਰਕਾਰ ਨੂੰ ਇੰਨੀ ਕੁ ਤਕਲੀਫ ਹੋਈ ਆ ਵੀ ਜਿੰਨੇ ਸਰਕਾਰੀ ਟੱਟੂ ਨੇ ਜੀ ਉਹ ਹਰੇਕ ਮੁਲਕ ਦੇ ਵਿੱਚ ਸਰਕਾਰ ਦੇ ਬਿਹਾਫ ਦੇ ਉੱਤੇ ਸਿੱਖਾਂ ਕੋਲੋਂ ਪੈਸੇ ਇਕੱਠੇ ਕਰਦੇ ਫਿਰਦੇ ਨੇ। ਠੀਕ ਹੈ ਜੀ। ਔਰ ਸਰਕਾਰ ਦੇ ਕੋਲੇ ਦਿੱਲੀ ਪਹੁੰਚਾ ਰਹੇ ਨੇ। ਅੱਛਾ ਜੀ। ਸੋ ਮਤਲਬ ਭਈ ਇਹ ਏਡੀ ਵੱਡੀ ਕਹਿ ਲਓ ਭਈ ਸਕੈਮ ਆ ਇੱਕ ਤਰ੍ਹਾਂ ਦਾ। ਭਈ ਜੇ ਸਿੱਖਾਂ ਨੇ ਕੰਟਰੀਬਿਊਟ ਕਰਨਾ ਖਾਲਸਾ ਏਡ ਨੂੰ ਕਰੋ, ਯਾਨੀ ਕਿ ਖਾਲਸਾ ਏਡ ਨੂੰ ਥੱਲੇ ਲਾਇਆ ਜਾ ਰਿਹਾ ਹੈ, ਖਾਲਸਾ ਏਡ ਨੂੰ ਥੱਲੇ ਲਾਇਆ ਜਾ ਰਿਹਾ। ਔਰ ਨਾਲ ਇਹ ਵੀ ਕੀਤਾ ਜਾ ਰਿਹਾ ਨਾ ਵੀ ਕਿਉਂਕਿ ਉਹਨਾਂ ਨੂੰ ਪਤਾ ਸਰਕਾਰ ਨੂੰ ਭਈ ਪੈਸੇ ਦੇਣ ਵਾਲੇ ਉਨੇ ਕੀ ਬੰਦੇ ਨੇ ਜੀ। ਸੋ ਇਹ ਤੋਂ ਪਹਿਲਾਂ ਭਈ ਉਹ ਖਾਲਸਾ ਏਡ ਨੂੰ ਪੈਸੇ ਦੇਣ, ਅਸੀਂ ਪੈਸੇ ਲੈ ਲਈਏ, ਅਸੀਂ ਨਿਚੋੜ ਲਈਏ। ਇਸ ਕਰਕੇ ਜਿਨ੍ਹਾਂ ਨੂੰ ਅਸੀਂ ਬੈਨੀਫਿਟ ਦੇਣਾ ਹੈ ਉਹਨਾਂ ਨੂੰ ਅਸੀਂ ਬੈਨੀਫਿਟ ਦਈਏ। ਪੰਜਾਬ ਜਿਹੜਾ ਉੱਦਾਂ ਦਾ ਉੱਦਾਂ ਹੀ ਬੈਠਾ ਰਵੇ, ਹੋਰ ਸਾਰਾ ਕੁਝ ਜਿਹੜਾ ਉੱਦਾਂ ਦਾ ਉੱਦਾਂ ਹੀ ਰਵੇ, ਤੇ ਖਾਲਸਾ ਏਡ ਵਾਲੇ ਜਿਹੜੇ ਆ ਭਈ ਉਹਨਾਂ ਨੂੰ ਵੀ ਪੈਸਾ ਜਦੋਂ ਥੁੜੂਗਾ ਆਪੇ ਹੀ ਉਹਨਾਂ ਦਾ ਮੁੱਕ ਜਾਣਾ ਕੰਮ, ਤੇ ਫਿਰ ਆਪੇ ਹੀ ਜਿਹੜਾ ਆ ਵੀ ਲੋਕੀ ਵੇਖੂਗੇ ਵੀ ਲੈ ਹੁਣ ਕੀ ਹੋਇਆ, ਦੇ ਨਹੀਂ ਰਹੇ ਕੁਝ ਵੀ। ਔਰ ਉਹ ਵਧੀਆ ਹੋ ਗਿਆ, ਉਹ JK ਰੋਲਿੰਗ ਜਿਹੜੀ ਆ ਵੀ ਉਹ ਬੀਬੀ ਜਿਹਨੇ ਹੈਰੀ ਪੋਟਰ ਵਾਲੀਆਂ ਕਿਤਾਬਾਂ ਲਿਖੀਆਂ ਨੇ, ਉਹਨੇ ਇਹ ਵੀ $1 ਤੋਂ ਵੀ ਉੱਤੇ ਜਿਹੜਾ ਆ ਵੀ ਉਹ ਡੋਨੇਟ ਕਰ ਦਿੱਤਾ ਖਾਲਸਾ ਏਡ ਨੂੰ। ਵਧੀਆ ਕਰਤਾ। ਸੋ ਉਹ ਉਹੀ ਗੱਲ ਆ ਵੀ ਜਿੰਨਾ ਕਿ ਗੱਲ ਫਿਰ ਅਗਲੇ ਪ੍ਰੋਗਰਾਮ ਚ ਅਪਗ੍ਰੇਡਾਂ ਨੇ ਉਹਨੂੰ ਟ੍ਰੋਲ ਕਰਨਾ ਮਤਲਬ ਭਈ ਜੇ ਸਰਕਾਰਾਂ ਦਰਵਾਜ਼ੇ ਬੰਦ ਕਰਦੀਆਂ ਜੀ, ਵਾਹਿਗੁਰੂ ਕਈ ਦਰਵਾਜ਼ੇ ਹੋਰ ਖੋਲ ਦਿੰਦਾ ਉਸ ਤੋਂ ਵੀ ਵੱਡੇ। ਬਿਲਕੁਲ। ਸੋ ਇਸ ਕਰਕੇ ਭਾਈ ਵੀ ਜੇ ਤੁਸੀਂ ਮੰਨ ਲਓ ਵੀ ਹੁਣ ਇਹਦੇ ਪ੍ਰਭਦੀਪ ਦਾ ਵੀ ਜੇ ਤੁਸੀਂ ਦਰਵਾਜ਼ਾ ਬੰਦ ਕਰਨਾ ਚਾਹੁੰਦੇ ਆ ਵੀ ਕਿਉਂਕਿ ਤੁਹਾਨੂੰ ਤਕਲੀਫ ਆ ਵੀ ਟੀਵੀ 'ਚ ਚੱਲਦਾ ਕਿਉਂ ਪਿਆ ਆ, ਬਿਲਕੁਲ, ਤੇ ਉਹ ਦਰਵਾਜ਼ੇ ਹੋਰ ਕਈ ਖੁੱਲ ਜਾਣੇ ਆ ਉਹਦੇ ਵਿੱਚ। ਇਸ ਕਰਕੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ।
ਭਈ ਤੁਸੀਂ ਆਪਣਾ ਜਿਹੜਾ ਆ ਵੀ ਕੁੱਤਪਣਾ ਕੁੱਤੇ ਨੇ ਕੁੱਤਪਣਾ ਕਰਨਾ ਹੁੰਦਾ, ਸੋ ਉਹ ਨਾਲੇ ਕਰੀ ਚੱਲੋ। ਜਿਹੜਾ ਹਾਂਜੀ ਮਤਲਬ ਜਿਹੜੀ ਗੁਰੂ ਦੀ ਸੋਚ ਉਹ ਲੈ ਕੇ ਤੁਰੇ, ਉਹ 'ਚ ਤਾਂ ਚੜ੍ਹਦੀ ਕਲਾ ਦਾ ਹੀ ਮੈਸੇਜ ਦਿੱਤਾ ਗਿਆ ਹੈ, ਢਹਿੰਦੀ ਕਲਾ ਦਾ ਤਾਂ ਹੈ ਹੀ ਨਹੀਂਗਾ। ਆਪਾਂ ਆਸ ਵੀ ਕਰਦੇ ਕਿ ਉਹ ਵੀਰ ਚੜ੍ਹਦੀ ਕਲਾ 'ਚ ਰਹਿਣ। ਹਾਂ ਭਈ ਜਦੋਂ ਦੂਸਰੇ ਲੰਗਰ ਮਸਤ ਵੀ ਹੋਏ, ਅਸੀਂ ਛੋਲਿਆਂ ਨੂੰ ਬਦਾਮ ਕਹਿ ਲੈਣਾ, ਬਦਾਮ ਕਹਿ ਲੈਣਾ ਹੈ, ਤਾਂ ਉਹਦੇ ਵਿੱਚ ਹੈ ਨਾ ਤੁਸੀਂ ਲਾ ਲਓ ਜਿੰਨਾ ਜ਼ੋਰ ਲੱਗਦਾ ਤੁਹਾਡਾ ਜ਼ੋਰ ਲੱਗਦਾ ਜਿੰਨਾ ਲਾਓ, ਹੈ ਨਾ ਜੀ। ਤੇ ਇੱਦਾਂ ਨਹੀਂ ਗੱਲ ਬਣਨੀ। ਤੇ ਖੈਰ ਠੀਕ ਹੈ ਭਾਜੀ, ਫਿਰ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ, ਤੇ ਅਗਲੇ ਹਫਤੇ ਫਿਰ ਉਸੇ ਹੀ ਕਿਤਾਬ ਨੂੰ ਅਸੀਂ ਕੰਟੀਨਿਊ ਕਰਾਂਗੇ। ਤੇ ਬਾਰ-ਬਾਰ ਅਸੀਂ ਇੱਥੋਂ ਜਿਹੜੀ ਬੇਨਤੀ ਕਰਦੇ ਹਾਂ ਹਰ ਪ੍ਰੋਗਰਾਮ ਦੇ ਵਿੱਚ ਕਿ ਗਿਆਨ ਦਾ ਪੱਧਰ ਉੱਚਾ ਚੁੱਕੀਏ, ਤਾਂ ਕਿ ਇਹੋ ਜਿਹੇ ਠੱਗ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਆਉਣ, ਉਹਨਾਂ ਦੀ ਗੱਲਾਂ ਰਾਹੀਂ ਅਸੀਂ ਉਹਨਾਂ ਨੂੰ ਪਛਾਣ ਲਈਏ। ਸਾਡੀ ਸੋਝੀ ਐਡੀ ਹੋਵੇ ਕਿ ਜਿੱਦਾਂ ਦੀਆਂ ਉਹ ਗੱਲਾਂ ਕਰਦੇ ਨੇ, ਉਹਨਾਂ ਗੱਲਾਂ ਰਾਹੀਂ ਅਸੀਂ ਉਹਨਾਂ ਨੂੰ ਪਛਾਣ ਸਕੀਏ, ਨਾ ਕਿ ਉਹਨਾਂ ਦਾ ਬਾਣਾ ਦੇਖ ਕੇ। ਤੇ ਇੰਨਾ ਕੁ ਅਸੀਂ ਆਪਣਾ ਮਾਨਸਿਕ ਪੱਧਰ ਜ਼ਰੂਰ ਉੱਚਾ ਚੁੱਕੀਏ। ਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।